ਸੋਸ਼ਲ ਪੋਸਟ ਬਾਈ ਮਨਵੀਰ ਕੌਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਅੱਜ ਦਾ ਪ੍ਰੋਗਰਾਮ ਇੱਕ ਬਹੁਤ ਖਾਸ ਪ੍ਰੋਗਰਾਮ ਹੈ। ਪੰਜਾਬ ਦੇ ਇੱਕ ਉੱਘੇ ਪੱਤਰਕਾਰ ਨੇ ਸ਼ਿਵ ਇੰਦਰ ਸਿੰਘ, ਇੱਕ ਆਪਣਾ ਉਹਨਾਂ ਦਾ ਸੂਹੀ ਸਵੇਰ ਨਾਮ ਤੋਂ ਬਹੁਤ ਵਧੀਆ ਚੈਨਲ ਵੈਬਸਾਈਟ ਆ, ਜਿਹੜੇ ਬਹੁਤ ਦੇਰ ਤੋਂ ਬਹੁਤ ਸਾਲਾਂ ਤੋਂ ਪੰਜਾਬ ਦੀ ਸੇਵਾ ਕਰ ਰਹੇ ਨੇ ਪੱਤਰਕਾਰੀ ਦੇ ਵਿੱਚ। ਬਹੁਤ ਵਧੀਆ ਉਮਦੇ ਦਰਜੇ ਦੀ ਪੱਤਰਕਾਰੀ ਹੁੰਦੀ। ਉਹਨਾਂ ਦਾ ਇੱਕ ਰੀਸੈਂਟਲੀ ਇੱਕ ਆਰਟੀਕਲ ਆਇਆ, ਆਰਟੀਕਲ ਕਹਿਣਾ ਛੋਟਾ ਵਰਡ ਹੋਏਗਾ ਕਿਉਂਕਿ 41 ਪੇਜਾਂ ਦਾ ਆਲਮੋਸਟ 12,000 ਸ਼ਬਦਾਂ ਦਾ ਇੱਕ ਆਰਟੀਕਲ ਕਾਰਵਾਂ ਮੈਗਜ਼ੀਨ ਦੇ ਵਿੱਚ ਔਨ ਸਿੱਧੂ ਮੂਸੇਵਾਲਾ, ਗਨ ਗਟਸ ਐਂਡ ਗਲੋਰੀ, ਦਾ ਹੋਲੋ ਕਲਟ ਆਫ ਸਿੱਧੂ ਮੂਸੇਵਾਲਾ। ਇੱਕ ਬਹੁਤ ਦਮਦਾਰ ਆਰਟੀਕਲ ਹੈ ਜਿਹਦੇ ਵਿੱਚ ਐਪਰੀਸੀਏਸ਼ਨ ਵੀ ਉਹਨਾਂ ਨੂੰ ਬਹੁਤ ਮਿਲੀ ਹੈ, ਕੁਝ ਕ੍ਰਿਟਿਸਿਜ਼ਮ ਵੀ ਮਿਲਿਆ। ਪਰ ਇਸ ਆਰਟੀਕਲ ਦਾ ਜਿਹੜਾ ਬੈਸਟ ਪੱਖ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਦੇ ਅੱਗੇ ਬਹੁਤ ਤਰ੍ਹਾਂ ਦੇ ਸਵਾਲ ਇਹ ਆਰਟੀਕਲ ਰੱਖਦਾ ਹੈ। ਇਹ ਦਿਖਾਉਂਦਾ ਹੈ ਕਿ ਕਿਵੇਂ ਪੰਜਾਬ ਦੀਆਂ ਕਨਫਲਿਕਟਿੰਗ ਸਿਚੁਏਸ਼ਨਸ ਕਰਕੇ ਨੌਜਵਾਨੀ ਸਿੰਗਰਾਂ ਦੇ ਵਿੱਚੋਂ ਜਾਂ ਮੈਨੂਫੈਕਚਰਡ ਜਿਹੜੇ ਹੀਰੋਜ਼ ਆ ਉਹਨਾਂ ਚੋਂ ਆਪਣੇ ਲੈਜੈਂਡ ਬਣਦੀ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਸ਼ਿਵਿੰਦਰ ਜੀ ਦਾ। ਥੈਂਕ ਯੂ ਸੋ ਮਚ ਫॉर ਬੀਇੰਗ ਹੇਅਰ ਵਿਦ ਅਸ। ਸ਼ੁਕਰੀਆ ਮਨਵੀਰ, ਬਹੁਤ ਮਿਹਰਬਾਨੀ ਤੁਹਾਡੀ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ। ਲਵਲੀ ਟੂ ਹੈਵ ਯੂ ਸਰ। ਪਹਿਲਾ ਕੁਐਸਚਨ ਮੈਂ ਤੁਹਾਡੇ ਵੱਲ ਇਹੀ ਕਰਾਂਗੀ ਕਿਉਂਕਿ ਤੁਹਾਡਾ ਜਿਹੜਾ ਪੂਰਾ ਆਰਟੀਕਲ, ਇਟਸ ਅ ਬੁੱਕ ਇਨ ਇਟਸੈਲਫ, ਉਹਦੇ 'ਚ ਤੁਸੀਂ ਲਿਖਿਆ, ਦੋ ਥਾਵਾਂ ਤੇ ਲਿਖਿਆ ਕਿ ਪੰਜਾਬ ਦੇ ਪੋਲੀਟੀਕਲ ਐਂਡ ਸੋਸ਼ਲ ਕਨਫਲਿਕਟ ਹੋਏ ਆਜ਼ਾਦੀ ਤੋਂ ਬਾਅਦ ਵਾਲੇ, ਨੈਕਸਲਾਈਟ ਮੂਵਮੈਂਟ, ਖਾਲਿਸਤਾਨੀ ਮੂਵਮੈਂਟ, ਔਰ ਉਸ ਤੋਂ ਬਾਅਦ ਵੀ ਜਿਹੜੀ ਡੀਰੇਲਿੰਗ ਚੱਲਦੀ ਪਈ ਹੈ ਉਹਦੇ 'ਚੋਂ ਨੌਜਵਾਨੀ ਜਿਹੜੀ ਆ, ਉਹ ਜਿਹੜੀ ਅੱਜ ਦੀ ਸਾਡੀ ਕੰਟੈਂਪਰੇਰੀ ਨੌਜਵਾਨੀ ਥਾਟ ਹੈ ਉਹ ਇਹ ਹਿਸਟੋਰੀਕਲ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਉਹਨਾਂ ਨੂੰ ਆਪਣੇ ਇਤਿਹਾਸ ਦੀ ਨੌਲੇਜ ਨਹੀਂ ਆ, ਉਹ ਡੀਸੈਂਸਿਟਾਈਜ਼ਡ ਆ। ਮੈਂ ਇੱਥੇ ਵੀ ਤੁਹਾਡੇ ਨਾਲ ਸਹਿਮਤ ਹਾਂ। ਮੈਂ ਚਾਹੁੰਦੀ ਤੁਸੀਂ ਇਹਨੂੰ ਐਕਸਪਲੋਰ ਕਰਕੇ ਥੋੜਾ ਜਿਹਾ ਦੱਸੋ, ਸਾਨੂੰ ਐਕਸਪਲੇਨ ਕਰਕੇ ਦੱਸੋ ਕਿ ਕਿਵੇਂ ਇਹ ਹਿਸਟੋਰੀਕਲ ਡੀਸੈਂਸਿਟਾਈਜ਼ਡ ਨੌਜਵਾਨੀ ਇੰਡਸਟਰੀ ਦੇ, ਮਾਰਕੀਟ ਦੇ ਜਿਹੜੇ ਹੀਰੋਜ਼ ਨੇ, ਮੈਨੂਫੈਕਚਰਡ ਹੀਰੋਜ਼ ਨੇ, ਉਹਨਾਂ ਨੂੰ ਕਿਵੇਂ ਇਮੋਰਟਲਾਈਜ਼ਡ, ਕਿਵੇਂ ਉਹਨਾਂ ਨੂੰ ਜਿਹੜੇ ਪੰਜਾਬੀ 'ਚ ਕਹਿੰਦੇ ਅਮਰ ਮੰਨਣ ਲੱਗ ਜਾਂਦੀ, ਆਪਣੇ ਲੈਜੈਂਡ ਮੰਨਣ ਲੱਗਦੀ ਹੈ। ਇਹਦੇ ਪਿਛਲੀ ਮਾਨਸਿਕਤਾ ਨੂੰ, ਇਸ ਪੂਰੇ ਬਰਤਾਂਤ ਨੂੰ ਤੁਸੀਂ ਸਮਝਾਓ ਸਰ। ਮਨਵੀਰ, ਜਦੋਂ ਇਹ ਲੇਖ ਕਾਰਵਾਂ ਨੇ ਮੈਨੂੰ ਲਿਖਣ ਲਈ ਕਿਹਾ ਸੀਗਾ, ਉਹ ਸੀਗਾ ਕਿ ਤਾਜ਼ਾ ਇੱਕ ਰੀਸੈਂਟ ਘਟਨਾ ਹੋਈ ਸੀ ਜਿਹੜੀ ਸਿੱਧੂ ਮੂਸੇਵਾਲੇ ਦੀ ਦੁਖਦਾਈ ਮੌਤ, ਜੋ ਕਿ ਨਹੀਂ ਹੋਣੀ ਚਾਹੀਦੀ ਸੀਗੀ। ਉਹਦੇ ਵਿੱਚ ਉਹਦੀ ਸਿਕਿਉਰਿਟੀ 'ਚ ਕੱਟ ਲਾਉਣਾ, ਉਹ ਸਾਰਾ ਪੰਜਾਬ ਸਰਕਾਰ ਜ਼ਿੰਮੇਵਾਰ ਸੀ। ਉਹ ਮੈਂ ਉਹਦੇ ਵਿੱਚ ਜ਼ਿਕਰ ਵੀ ਕੀਤਾ ਆਰਟੀਕਲ 'ਚ, ਹੋਰ ਬਹੁਤਿਆਂ ਨੇ ਵੀ ਕੀਤਾ। ਪਰ ਮੇਰੇ ਲਈ ਸਵਾਲ ਇਹ ਸੀਗਾ ਕਿ ਕੁਝ ਚੀਜ਼ਾਂ ਸੀ, ਜਿਵੇਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਤੁਰੰਤ ਬਾਅਦ ਇੱਕ ਜਿਵੇਂ ਕਿ ਭਾਵੁਕ ਲਹਿਰ ਪੈਦਾ ਹੋਈ। ਸੁਭਾਵਿਕ ਸੀ ਕਿ ਇੱਕ ਨੌਜਵਾਨ ਮੁੰਡਾ ਦੀ ਡੈਥ ਹੋਣੀ ਹੈ ਤੇ ਉਹਦੇ ਨਾਲ ਇੱਕ ਇਸ ਤਰ੍ਹਾਂ ਦਾ ਵਾਤਾਵਰਨ ਬਣਨਾ ਵੀ ਹੈ। ਮੀਡੀਆ ਨੇ ਵੀ ਇਹਨੂੰ ਕੀਤਾ। ਫਿਰ ਬਹੁਤ ਸਾਰੇ ਇਦਾਂ ਦੇ ਲੋਕ ਜਿਹੜੇ ਕੱਲ ਤੱਕ ਉਹਨੂੰ ਗਾਲਾਂ ਵੀ ਕੱਢਦੇ ਰਹੇ, ਉਹ ਵੀ ਉਹਨੂੰ ਇੱਕ ਤਰ੍ਹਾਂ ਦਾ ਕੌਮ ਦਾ ਹੀਰੋ, ਪੰਥ ਦਾ ਹੀਰੋ, ਜਾਂ ਇੱਥੋਂ ਤੱਕ ਕੁਝ ਉਹਨੂੰ ਦੁੱਲਾ ਭੱਟੀ ਕਹਿਣ ਲੱਗ ਗਿਆ। ਕੁਝ ਉਹਨੂੰ ਕਹਿਣ ਲੱਗੇ ਕਿ ਇਹ ਤਾਂ ਜੀ ਮਿਰਜ਼ਾ ਹੈਗਾ, ਇਹਦਾ ਜਿਹੜਾ ਜਿਹੜੇ ਗੱਡੀ ਦੀ ਦਾ ਜ਼ਿਕਰ ਕਰਦਾ ਗਾਣਿਆਂ ਦੇ ਵਿੱਚ, ਹੋਰ ਉਹ ਤਾਂ ਮਿਰਜ਼ੇ ਦੀ ਬੱਕੀ ਵਰਗੀ ਹੈਗੀ ਆ। ਇਦਾਂ ਦੀਆਂ ਗੱਲਾਂ ਆਉਣ ਲੱਗ ਗਈਆਂ। ਮੈਨੂੰ ਕੁਝ ਮੇਰਾ ਮੱਥਾ ਠਣਕਿਆ ਵੀ ਅੱਛਾ ਇਹ ਕੀ ਹੋ ਰਿਹਾ। ਇਹਦੇ ਵਿੱਚੋਂ ਹਰ ਤਰ੍ਹਾਂ ਦੇ ਲੋਕ, ਕੁਝ ਜਿਹੜੇ ਹੈਗੇ ਨੇ ਪੰਥਕ ਸੈਕਸ਼ਨ ਸੀਗਾ, ਕੁਝ ਆਪਣੇ ਆਪ ਨੂੰ ਲਿਬਰਲ ਕਹਾਉਣ ਵਾਲਾ ਸੈਕਸ਼ਨ ਵੀ ਸੀਗਾ, ਕੁਝ ਕਾਂਗਰਸੀ ਕਹਾਉਣ ਵਾਲਾ ਸੈਕਸ਼ਨ ਵੀ ਸੀਗਾ, ਜੋ ਕਿ ਲਿਬਰਲ ਹੈ ਪਰ ਉਹ ਕਾਂਗਰਸ ਨਾਲ ਜੁੜਿਆ ਹੋਇਆ ਸੀਗਾ ਸੈਕਸ਼ਨ। ਮੇਰਾ ਮੱਥਾ ਜਿਹੜਾ ਥੋੜਾ ਜਿਹਾ ਠਣਕਿਆ ਵੀ ਠੀਕ ਹੈ ਮੈਂ ਪੀਸ ਲਿਖਾਂਗਾ, ਪਰ ਵੀ ਪੀਸ ਸਿੱਧੂ ਮੂਸੇ ਬਾਰੇ ਹੀ ਕਿਉਂ? ਵੀ ਸਵਾਲ ਇਹ ਹੈਗਾ ਕਿ ਜਿਹੜਾ ਸਿੱਧੂ ਮੂਸੇਵਾਲੇ ਤੱਕ ਜਿਹੜਾ ਸਫ਼ਰ ਪਹੁੰਚਿਆ ਹੈਗਾ ਸਾਡੀ ਗਾਇਕੀ ਦਾ, ਜਾਂ ਫਿਰ ਉਹਦੇ ਇਹ ਵੀ ਸੱਚ ਸੀ ਕਿ ਨੌਜਵਾਨ ਉਹਨੂੰ ਫੋਲੋ ਕਰਦੇ ਸੀ। ਨਰਿੰਦਰ ਮੋਦੀ ਨਾਲੋਂ ਵੱਧ ਉਹ ਫੋਲੋਅਰ ਜਿਹੜੇ ਉਹਦੇ ਹੈਗੇ ਨੇ, ਜਿਹੜੇ ਹੈਗੇ ਜੇ ਉਹਦਾ ਨਰਿੰਦਰ ਮੋਦੀ ਦਾ ਜਿਹੜਾ YouTube ਅਕਾਊਂਟ ਆ ਉਹਦੇ ਨਾਲੋਂ ਜ਼ਿਆਦਾ ਜਿਹੜਾ ਇਹਦਾ ਮੂਸੇਵਾਲੇ ਦਾ YouTube ਅਕਾਊਂਟ ਹੈ, ਮੈਂ ਉਹ ਆਪਣੀ ਸਟੋਰੀ ਦੇ ਵਿੱਚ ਵੀ ਮੈਂਸ਼ਨ ਕੀਤਾ ਹੈਗਾ। ਤੇ ਫਿਰ ਮੈਂ ਕਿਹਾ ਵੀ ਇਹ ਸਾਰਿਆਂ ਦਾ ਸਵਾਲ ਲੱਭਣ ਲਈ ਲੱਭਣਾ ਪਏਗਾ ਕਿ ਪੰਜਾਬੀ ਸੰਗੀਤ ਨੂੰ ਥੋੜਾ ਜਿਹਾ ਬਚਣਾ ਪਏਗਾ, ਫਿਰ ਉਹ ਬਚਣਾ ਪਏਗਾ ਨੌਜਵਾਨੀ ਨੂੰ। ਇਹ ਕਹਾਣੀ ਪਹੁੰਚੀ ਕਿੱਥੇ ਤੱਕ? ਫਿਰ ਮੈਨੂੰ ਲੱਗਿਆ ਵੀ ਇਹਨੂੰ ਜਸਟ ਇਸ ਲੇਖ ਨੂੰ ਸਿਰਫ ਸਿੱਧੂ ਮੂਸੇਵਾਲੇ ਤੱਕ ਵੀ ਸੀਮਤ ਨਹੀਂ ਕੀਤਾ ਜਾ ਸਕਦਾ। ਇਹ ਕੁਝ ਸੰਵਾਦ ਕਰਦਾ ਪੰਜਾਬ ਦੇ ਸੰਗੀਤ ਦੇ ਨਾਲ, ਪੰਜਾਬ ਦੇ ਜਿਹੜੇ ਕਲਚਰ ਦੇ ਵਿੱਚ ਉਪਭੋਗਤਾਵਾਦ ਦਾ ਆਉਣਾ, ਫਿਰ ਗੈਂਗਸਟਰ ਕਲਚਰ ਦਾ ਆਉਣਾ ਹੈ, ਤੇ ਫਿਰ ਜਾ ਕੇ ਜਿਹੜਾ ਹੈਗਾ ਵਾ ਮੌਜੂਦਾ ਜਿਹੜਾ ਪੰਜਾਬੀ ਦੇ ਨੌਜਵਾਨ ਸੰਬੰਧੀ ਜਿਹੜਾ ਨੌਜਵਾਨੀ ਦੇ ਕਈ ਸਾਰੇ ਪੱਖ, ਕਈ ਕੁਝ ਕਵਰ ਕਰਦਾ ਇਹ ਲੇਖ। ਫਿਰ ਮੈਂ ਇਹ ਲੇਖ ਥੋੜਾ ਉਸ ਵਿਸ਼ੇ ਤੋਂ ਹਟ ਕੇ ਹੋ ਗਿਆ, ਲੰਮਾ ਹੋ ਗਿਆ। ਮੈਂ ਆਪਣੇ ਐਡੀਟੋਰੀਅਲ ਬੋਰਡ ਨੂੰ ਕਿਹਾ ਕਿ ਇਹ ਸਿਰਫ ਇੰਨਾ ਕੁ ਨਹੀਂ ਹੈਗਾ ਵੀ 2-2.5 ਵਰਡ ਤੱਕ ਸੀਮਤ ਹੋ ਜਾਊਗਾ। ਕਹਿੰਦੇ ਕੋਈ ਨਾ ਤੂੰ 5-7 ਤੱਕ ਕਰ ਦੇ। ਮੈਂ ਕਿਹਾ ਜੀ ਇਹ ਘੱਟੋ ਘੱਟ ਸਾਹਿਬ 10,000 ਵਰਡ ਦਾ ਲੇਖ ਬਣ ਰਿਹਾ, ਇਹਦੇ ਵਿੱਚ ਐਡਿਟ ਕਰਨੇ ਇਹਦਾ ਕਰ ਲਓ। ਤੇ ਉਹਨਾਂ ਨੇ ਜਦੋਂ, ਕਿਉਂਕਿ ਕੈਰਵਾਨ ਦੇ ਵਿੱਚ ਕੋਈ ਵੀ ਚੀਜ਼ ਪੂਰੀ ਘੋਖੀ ਜਾਂਦੀ ਹੈ, ਫਿਰ ਉਹ ਜਦੋਂ ਐਡੀਟੋਰੀਅਲ ਬੋਰਡ ਕੋਲ ਗਿਆ ਤਾਂ ਉਹ ਕਹਿੰਦੇ ਤਾਂ
सचमुच ही बहुत ਉਹ ਬਣਿਆ। ਇਹਦੇ ਵਿੱਚ ਬਹੁਤ ਕੁਝ ਕਵਰ ਹੋ ਰਿਹਾ। ਇਹ ਕਵਰ ਸਟੋਰੀ ਬਣ ਰਹੀ ਹੈਗੀ ਆ। ਸਗੋਂ 1-2000 ਵਰਡ ਸਾਨੂੰ ਹੋਰ ਭੇਜੋ ਲਿਖ ਕੇ ਇਹਦੇ ਬਾਰੇ, ਜੇ ਕੁਝ ਹੋਰ ਇਹਦੇ ਵਿੱਚ ਕਰ ਸਕਦੇ ਹੋ। ਫਿਰ ਮੈਂ ਉਹ ਚੀਜ਼ਾਂ ਜਿਹੜੀਆਂ ਹੋਰ ਕੁਝ ਐਂਗਲ ਪਾਏ ਪੰਜਾਬੀ ਮਿਊਜ਼ਿਕ ਤੇ 90 ਤੋਂ ਬਾਅਦ ਦਾ ਜਿਹੜਾ ਮਿਊਜ਼ਿਕ ਹੈਗਾ ਉਹਦੇ ਕੀ ਰੁਝਾਨ ਰਹੇ ਨੇ ਉਹਨਾਂ ਨੂੰ ਸ਼ਾਮਿਲ ਕੀਤਾ। ਸੋ ਇਹ ਚੀਜ਼ਾਂ ਸੀ। ਮੈਂ ਆਣਾ ਤੁਹਾਡੇ ਸਵਾਲ ਦੇ ਵੱਲ ਆਣਾ ਕਿ ਜਿਹੜੀ ਨੌਜਵਾਨੀ ਦੇ ਇਸ ਤਰ੍ਹਾਂ ਦੇ ਹੀਰੋ ਕਿਉਂ ਬਣੇ ਹੈਗੇ ਨੇ। ਦੇਖੋ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ 60ਵੇਂ ਦਾ ਦੌਰ ਸਾਨੂੰ ਦੇਖਣਾ ਪਏਗਾ, ਜਦੋਂ ਗੁਰੂ ਦੱਤ ਕਹਿੰਦਾ ਕਿ ये जिंदगी अगर मिल भी जाए तो क्या है ना। ਉਹ ਗਾਣਾ ਇੱਕ ਬੜਾ ਮਸ਼ਹੂਰ ਸੁਣਿਆ ਹੋਣਾ। ਇਹ ਉਹ ਦੌਰ ਸੀਗਾ ਜਦੋਂ ਭਾਰਤ ਦੀ ਜਿਹੜੀ ਮਿਡਲ ਕਲਾਸ ਹੈ ਉਹਦਾ ਸੁਪਨਾ, ਆਜ਼ਾਦੀ ਦਾ ਸੁਪਨਾ ਟੁੱਟਣ ਲੱਗਿਆ ਸੀ। ਮਤਲਬ ਆਜ਼ਾਦੀ ਤੋਂ ਜਿਹੜੀਆਂ ਉਹਨੇ ਆਸਾਵਾਂ ਰੱਖੀਆਂ ਸੀਗੀਆਂ ਉਹ ਟੁੱਟ ਰਹੀਆਂ ਸੀਗੀਆਂ। ਲਗਭਗ ਇਹੀ ਪੰਜਾਬੀ ਜਿਹੜੀ ਹੈਗੀ ਕਮਿਊਨਿਟੀ ਦੇ ਵਿੱਚ ਵੀ ਇਹੀ ਹਾਲ ਸੀਗਾ ਕਿ ਪੰਜਾਬੀ ਲੋਕਾਂ ਦਾ ਵੀ ਜਿਹੜਾ ਹੈਗਾ ਉਹ ਆਜ਼ਾਦੀ ਦਾ ਸੁਪਨਾ ਟੁੱਟ ਗਿਆ ਸੀ। ਉਹ ਉਥਲ ਪੁਥਲ ਦਾ ਦੌਰ ਸੀਗਾ 60ਵਿਆਂ ਦਾ, ਜਿਹਦੇ ਵਿੱਚ ਬਹੁਤ ਸਾਰੀਆਂ ਕੈਪੀਟਲਿਸਟਿਕ ਚੀਜ਼ਾਂ ਨੇ, ਜਿਹੜੀਆਂ ਸਰਮਾਏਦਾਰੀ ਚੀਜ਼ਾਂ ਨੇ, ਉਹ ਜਗੀਰੂ ਚੀਜ਼ਾਂ ਦਾ ਸਤਿਆਨਾਸ਼ ਕਰ ਰਹੀਆਂ ਸੀ। ਉਹਨਾਂ ਨੂੰ ਸਵਾਹਾ ਕਰ ਰਹੀਆਂ ਸੀਗੀਆਂ, ਖਤਮ ਕਰ ਰਹੀਆਂ ਸੀ। ਤੇ ਕੁਝ ਥਾਵਾਂ ਦੇ ਉੱਤੇ ਕੈਪੀਟਲਿਸਟਿਕ ਚੀਜ਼ਾਂ ਉਹ ਪੁਰਾਤਨ ਚੀਜ਼ਾਂ ਦੇ ਨਾਲ, ਰੂੜੀਵਾਦੀ ਨਾਲ ਹੱਥ ਮਿਲਾਉਂਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਸੀਗੀਆਂ। ਤੇ ਨੌਜਵਾਨੀ ਲਈ ਸਮਝ ਨਹੀਂ ਆ ਰਿਹਾ ਸੀਗਾ ਕਿ ਉਹ ਕਰੇ ਤਾਂ ਕੀ ਕਰੇ, ਉਹਦਾ ਰਸਤਾ ਕਿਹੜਾ ਵਾ। ਉਹਨੂੰ ਠੀਕ ਸਮਝ ਆ ਰਿਹਾ ਸੀ ਵੀ ਉਹਦੇ ਕੋਲ ਸਹੀ ਕਿਹੜਾ, ਗਲਤ ਕਿਹੜਾ ਹੈਗਾ। ਉਹ ਹੁਣ ਆਪਣੀ ਲੜਾਈ ਲੜੇ ਤਾਂ ਕਿਹਦੇ ਨਾਲ ਲੜੇ, ਉਹਦਾ ਦੁਸ਼ਮਣ ਕੌਣ ਹੈ, ਉਹਦਾ ਦੋਸਤ ਕੌਣ ਹੈਗਾ। ਤੇ ਇਹ ਉਹ ਦੌਰ ਸੀਗਾ ਜਦੋਂ ਮਨੁੱਖੀ ਰਿਸ਼ਤਿਆਂ ਦੀ ਕਦਰ ਦੀ ਥਾਂ ਦੇ ਉੱਤੇ ਦੰਮਾਂ ਦੀ, ਮਤਲਬ ਪੈਸੇ ਦੀ ਕੀਮਤ ਜਿਹੜੀ ਵੱਧ ਰਹੀ ਸੀ। ਇਸੇ ਕਰਕੇ ਪੰਜਾਬੀ ਦਾ ਜਿਹੜਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਹੈ, ਉਹਦੀ ਕਵਿਤਾ ਉਸ ਸਮੇਂ ਦੇ ਨੌਜਵਾਨ ਦੀ ਸਥਿਤੀ ਨੂੰ ਵੀ ਬਿਆਨ ਕਰਦੀ ਹੈ। ਜਦੋਂ ਸ਼ਿਵ ਕੁਮਾਰ ਕਹਿੰਦਾ ਕਿ ਤਨ ਤਾਂ ਸਾਨੂੰ ਲੱਖਾਂ ਦਾ ਮਿਲ ਗਿਆ, ਮਨ ਇੱਕ ਦਾ ਨਾ ਮਿਲਿਆ। ਇਹ ਉਹ ਚੀਜ਼ ਹੈ। ਇਹੀ ਉਹ ਸਥਿਤੀ ਸੀ ਜਦੋਂ ਨੌਜਵਾਨ ਮੰਨਦਾ ਸੀਗਾ ਕਿ ਉਹਦੇ ਕੋਲ ਅੱਗੇ ਦਾ ਸ਼ਾਇਦ ਕੋਈ ਰਸਤਾ ਨਹੀਂ, ਉਹਨੇ ਇਸੇ ਤਰ੍ਹਾਂ ਹੀ ਜਿਹੜੀਆਂ ਰੂੜੀਵਾਦ ਦੀ ਜਕੜ ਵਿੱਚ ਮਰ ਜਾਣਾ ਹੈਗਾ। ਉਹਨੂੰ ਇਸੇ ਕਰਕੇ ਸ਼ਿਵ ਕੁਮਾਰ ਦੀ ਜਿਹੜੀ ਕਵਿਤਾ ਹੈਗੀ ਆ ਉਹ ਮੌਤ ਦਾ ਸਿੰਬਲ ਸਿਰਜਦੀ ਹੈ। ਅਸਾਂ ਤਾਂ ਜੋਬਨ ਰੁੱਤੇ ਮਰਨਾ, ਇਹ ਜਿਹੜੀ ਕਵਿਤਾ। ਜਾਂ ਫਿਰ ਉਹਨੂੰ ਸ਼ਿਵ ਕੁਮਾਰ ਦੀ ਕਵਿਤਾ ਵਿੱਚ ਵੀ ਸ਼ਿਵ ਕੁਮਾਰ ਇੱਕ ਇੰਟਰਵਿਊ ਵਿੱਚ ਕਹਿੰਦਾ ਕਿ ਮੈਂ ਵੀ ਇਸ ਸਮਾਜ ਤੋਂ ਜਿਹੜਾ ਕਿਆ ਮੇਰਾ ਜੀ ਕਰਦਾ ਮੈਂ ਕਿਤੇ ਚਲਿਆ ਜਾਵਾਂ। ਨੌਜਵਾਨੀ ਦੀ ਵੀ ਇਹੀ ਹਾਲਤ ਸੀਗੀ। ਸ਼ਿਵ ਕੁਮਾਰ ਉਸੇ ਸਮੇਂ ਹੀ ਪੰਜਾਬੀ ਦਾ ਇੱਕ ਪ੍ਰਕਿਰਤਕ ਗਾਇਕ ਦੇ ਤੌਰ ਤੇ ਉੱਤੇ, ਗੀਤਕਾਰ ਦੇ ਤੌਰ ਤੇ ਵੀ ਉੱਭਰਦਾ ਹੈਗਾ। ਜਦੋਂ ਉਹਨੇ ਉਹ ਇੱਕ ਗੀਤ ਲਿਖਦਾ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਲੱਗਦੇ ਨੇ ਮਾਮਾ। ਉਹ ਜਿੰਨੇ ਵੀ ਰਿਸ਼ਤੇ ਨੇ ਸਾਰੇ ਰੁੱਖਾਂ ਨਾਲ ਜੋੜ ਲੈਂਦਾ, ਕਿਉਂਕਿ ਉਹਦਾ ਸਮਾਜ ਤੋਂ ਜਿਹੜਾ ਇਤਬਾਰ ਹੈ ਉਹ ਉੱਠ ਚੁੱਕਾ ਹੁੰਦਾ ਹੈਗਾ। ਸੋ ਇਹ ਉਹ ਨੌਜਵਾਨੀ ਦਾ ਹਾਲ ਸੀਗਾ। ਇਹੀ ਟਾਈਮ ਸੀ ਜਦੋਂ ਹਰੀ ਕ੍ਰਾਂਤੀ ਆਉਂਦੀ ਹੈ 60ਵੇਂ ਦੇ ਦੌਰ ਦੇ ਵਿੱਚ ਹੀ। ਹਰੀ ਕ੍ਰਾਂਤੀ ਇੱਕ ਖਾਸ ਧਨੀ ਵਰਗ ਜਿੱਥੇ ਪੈਦਾ ਕਰਦੀ ਹੈ, ਉੱਥੇ ਉਹ ਵਰਗ ਵੀ ਪੈਦਾ ਕਰਦੀ ਹੈ ਜਿਹੜਾ ਵਰਗ ਹਰੀ ਕ੍ਰਾਂਤੀ ਦੀਆਂ ਬਰਕਤਾਂ ਦੇ ਵਿੱਚੋਂ ਪਛੜ ਜਾਂਦਾ ਹੈਗਾ। ਦੂਜੇ ਪਾਸੇ 60ਵੇਂ ਦੇ ਅਖੀਰ ਦੇ ਵਿੱਚ ਨਕਸਲਾਈਟ ਦੌਰ ਵੀ ਆਉਂਦਾ। ਜਿਹੜੇ ਕੁਝ ਨੌਜਵਾਨ ਇਹਨੂੰ ਸੁਧਾਰਨਾ ਚਾਹੁੰਦੇ ਹੈਗੇ ਨੇ, ਸਮਾਜ ਨੂੰ ਬਿਹਤਰੀ ਲਿਆਉਣਾ ਚਾਹੁੰਦੇ ਨੇ, ਉਹਦੇ ਵਿੱਚ ਕੁੱਦਦੇ ਹੈਗੇ ਨੇ। ਇਹ ਮੂਵਮੈਂਟ ਨੂੰ ਬਾਅਦ ਵਿੱਚ ਸਟੇਟ ਦੁਆਰਾ ਤੁਹਾਨੂੰ ਪਤਾ ਵੀ ਦਬਾ ਦਿੱਤਾ ਜਾਂਦਾ। ਇਹਦੇ ਵਿੱਚ ਫੇਕ ਇਨਕਾਊਂਟਰ ਵਗੈਰਾ ਸਭ ਹੁੰਦੇ ਹੈਗੇ ਨੇ। ਫਿਰ ਜਿਹੜਾ ਜਾ ਕੇ ਇਦੋਂ ਬਾਅਦ ਸਫ਼ਰ ਜਿਹੜਾ 80ਵਿਆਂ ਦੇ ਵਿੱਚ ਖਾਲਿਸਤਾਨੀ ਤਹਿਰੀਕ ਦਾ ਆਉਂਦਾ, ਉਹਦੇ ਵਿੱਚ ਦੋਵੇਂ ਤਰ੍ਹਾਂ ਦਾ ਤਸ਼ੱਦਦ, ਸਟੇਟ ਦਾ ਤਸ਼ੱਦਦ ਵੀ, ਝੂਠੇ ਮੁਕਾਬਲੇ ਹੁੰਦੇ ਨੇ। ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ ਤੇ ਮਾਰਿਆ ਜਾਂਦਾ ਸਟੇਟ ਦੇ ਵੱਲੋਂ, ਤੇ ਖਾਲਿਸਤਾਨੀਆਂ ਦੇ ਵੱਲੋਂ ਵੀ ਜਿਹੜਾ ਹੈਗਾ ਬੇਗੁਨਾਹਾਂ ਦਾ ਕਤਲ ਕੀਤਾ ਜਾਂਦਾ। ਇਹ ਜਿਹੜਾ ਸਾਰਾ ਦੌਰ ਹੈ ਇਹ ਉਠਕ ਪਟਕ ਵਾਲਾ ਦੌਰ ਰਿਹਾ ਹੈਗਾ। ਇਹਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਦੇ ਵਿੱਚੋਂ ਜਿਹੜੀ ਇੱਕ ਚੇਤਨਸ਼ੀਲ ਨੌਜਵਾਨੀ ਸੀਗੀ, ਚਿੰਤਨ ਕਰਨ ਵਾਲੀ, ਸੋਚਣ ਵਾਲੀ, ਉਹ ਨੌਜਵਾਨੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ। ਤੁਸੀਂ ਦੇਖੋ ਕਿ ਇਹੀ ਟਾਈਮ ਸੀ ਜਦੋਂ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਦੀ ਇਲੈਕਸ਼ਨ ਨਹੀਂ ਹੋਈ ਹੈਗੀ, ਤੇ ਪੰਜਾਬ ਯੂਨੀਵਰਸਿਟੀ ਨੂੰ ਛੱਡ ਕੇ ਬਾਕੀ ਕਿਤੇ ਇਲੈਕਸ਼ਨ ਉਦੋਂ ਬਾਅਦ ਹੋਈ ਨਹੀਂ। 90ਵੇਂ ਦੇ ਜਿਹੜੇ ਅੰਤ ਦੇ ਵਿੱਚ, 90ਵੇਂ ਦੇ ਅੱਧ ਵਿੱਚ ਤੇ 2000 ਦੇ ਵਿੱਚ ਜੋ ਨੌਜਵਾਨ ਪੈਦਾ ਹੋਏ ਨੇ ਉਹ ਇਸ ਤਰ੍ਹਾਂ ਦੇ ਸੀਗੇ ਕਿ ਉਹਨਾਂ ਨੂੰ ਨਾ ਤਾਂ ਪੰਜਾਬ ਦਾ ਜਿਹੜਾ ਵਿਰਸਾ ਸੀ, ਪੁਰਾਤਨ ਵਿਰਸਾ ਸੀ, ਮੱਧਕਾਲੀਨ ਸਾਹਿਤ ਸੀ, ਸੂਫੀ ਸਾਹਿਤ, ਗੁਰਬਾਣੀ, ਉਹਨਾਂ ਦੇ ਬਾਰੇ ਨਾ ਤਾਂ ਉਹ ਕਲੀਅਰ ਜਾਣਕਾਰੀ ਸੀਗੀ, ਜਿਹੜੀ ਸੀਗੀ ਵੀ ਉਹ ਟੁਕੜਿਆਂ ਵਿੱਚ ਸੀ, ਜਾਂ ਜਿਹੜੀ ਕਿਸੇ ਨੇ ਦੇ ਦਿੱਤੀ ਉਸੇ ਤਰ੍ਹਾਂ ਹੀ ਸੀਗੀ। ਇਹ ਇਸੇ ਕਰਕੇ ਹੀ ਇੱਕ ਸਿਆਸੀ ਅਸਥਿਰਤਾ, ਜਿਹੜੀ ਵਿਚਾਰਧਾਰਕ ਅਸਥਿਰਤਾ, ਉਹ ਖਲਾ ਜਿਹੜਾ ਇੱਕ ਬਣਿਆ ਹੋਇਆ ਸੀ। ਉਹਦੇ ਵਿੱਚ ਨੌਜਵਾਨੀ ਕਿਸ ਕਿਸਮ ਦੀ ਹੁੰਦੀ ਆ, ਉਹਦੇ ਲਈ ਭਿੰਡਰਾਂਵਾਲਾ ਵੀ ਹੀਰੋ ਹੈ, ਉਹਦੇ ਲਈ ਭਗਵੰਤ ਮਾਨ ਵੀ ਹੀਰੋ ਆ। ਹਾਲਾਂਕਿ ਭਿੰਡਰਾਂਵਾਲੇ ਤੇ ਭਗਵੰਤ ਮਾਨ ਦਾ ਕੋਈ ਆਪਸੀ ਮੇਲ ਨਹੀਂ ਹੈਗਾ, ਤੇ ਉਹਦੇ ਲਈ ਜਿਹੜਾ ਤੁਹਾਡਾ ਕੇਜਰੀਵਾਲ ਦਾ ਝਾੜੂ ਵੀ ਚੁੱਕ ਲੈਂਦਾ, ਉਹਨੂੰ ਭਗਵੰਤ ਮਾਨ ਦੀਆਂ ਗੱਲਾਂ ਵੀ ਚੰਗੀਆਂ ਲੱਗਦੀਆਂ ਨੇ। ਉਹ ਨੌਜਵਾਨ ਨੂੰ ਜਿਹੜਾ ਹੈਗਾ ਦੀਪ ਸਿੱਧੂ ਵੀ ਚੰਗਾ ਲੱਗਦਾ, ਕੌਮ ਦਾ ਹੀਰੋ ਲੱਗਦਾ, ਤੇ ਉਹਨੂੰ ਮੂਸੇਵਾਲਾ ਵੀ ਜਿਹੜਾ ਕੌਮ ਦਾ ਨਾਇਕ ਲੱਗਣ ਲੱਗ ਜਾਂਦਾ ਹੈ। ਇਹ ਇੱਕ ਪ੍ਰੋਬਲਮ ਹੈ। ਉਹ ਮਤਲਬ ਜਿਹੜੀ ਇੱਕ ਹੀਰੋਇਜ਼ਮ ਹੈ ਨਾ,
ਹੀਰੋ ਦੀ ਭਾਲ ਹੈ। ਜਦੋਂ ਹੀਰੋ ਲੱਭਣ ਦੀ ਕੋਸ਼ਿਸ਼ ਕਰਦੀ ਆ, ਫਿਰ ਕੁਝ ਚਿਰਾਂ ਬਾਅਦ ਉਹ ਫਰਸਟ੍ਰੇਟ ਹੋ ਜਾਂਦੀ ਹੈ, ਜੋ ਲੱਗਦਾ ਵੀ ਇਹ ਤਾਂ ਹੀਰੋ ਕੱਚਾ ਨਿਕਲਿਆ ਆ। ਫਿਰ ਉਹ ਨਵੇਂ ਹੀਰੋ ਦੀ ਜਿਹੜੀ ਹੈਗੀ ਆ ਭਾਲ ਕਰਦੀ ਆ। ਇਹ ਸਾਰਿਆਂ ਨੂੰ ਮੰਡੀ ਕਿਵੇਂ ਕੈਪਚਰ ਕਰਦੀ ਹੈ। 2000 ਦੇ ਵਿੱਚ ਵੈਸੇ ਤਾਂ ਪੰਜਾਬੀ ਮਿਊਜ਼ਿਕ 90ਵਿਆਂ ਦੇ ਵਿੱਚ ਇੱਕ ਆਪਣੇ ਵੱਖਰੇ ਰੂਪ ਚ ਆਉਂਦਾ ਹੈਗਾ। ਜਦੋਂ ਉਸ ਤੋਂ ਬਾਅਦ ਵਿੱਚ 90 ਦੇ ਅੰਤ ਵਿੱਚ ਤੇ 2000 ਦੇ ਵਿੱਚ ਜਿਹੜੇ ਗਾਣੇ ਆਉਣ ਲੱਗੇ ਆ, ਉਹਦੇ ਵੀਡੀਓ ਵਗੈਰਾ ਆਉਣ ਲੱਗੇ ਨੇ, ਉਹਦੇ ਵਿੱਚ ਬਹੁਤ ਸਾਰੀਆਂ ਤੁਹਾਨੂੰ ਜਿਹੜਾ ਹੈਗਾ ਪੈਸੇ ਦੀ ਚਕਾਚੌਂਧ ਆਉਂਦੀ ਹੈ, ਸਰਮਾਏਦਾਰੀ ਚੀਜ਼ਾਂ ਆਉਂਦੀਆਂ, ਪੁਰਾਣੀਆਂ ਜਗੀਰੂ ਚੀਜ਼ਾਂ ਨੂੰ, ਜਿਹੜੀਆਂ ਜਗੀਰੂ ਮਾਨਸਿਕਤਾ ਜਾਂ ਜਗੀਰੂ ਵੈਲਿਊ ਸਿਸਟਮ ਨੂੰ ਉਹਦੇ ਵਿੱਚ ਦਿਖਾਇਆ ਜਾਂਦਾ ਵੀ ਹਥਿਆਰਾਂ ਵਾਲਾ ਮੁੰਡਾ ਆ ਗਿਆ, ਹਥਿਆਰਾਂ ਦੇ ਸਿਰ ਤੇ ਕੁੜੀਆਂ ਆਕਰਸ਼ਿਤ ਹੁੰਦੀਆਂ। ਉਹ ਕਿਤੇ ਨਾ ਕਿਤੇ ਉਹ ਜਿਹੜੀਆਂ ਨੌਜਵਾਨੀ ਨੂੰ ਆਪਣੇ ਵੱਲ ਖਿੱਚਦੀਆਂ ਤੇ ਉਹ ਸਟੇਟ ਤੇ ਵੀ ਜਿਹੜਾ ਹੈਗਾ ਪੂਰੀ ਤਰ੍ਹਾਂ ਫਿੱਟ ਬਹਿੰਦੀਆਂ ਹੈਗੀਆਂ। ਇਹ ਗਾਣਿਆਂ ਨੇ ਜਿਹੜਾ ਨੁਕਸਾਨ ਕੀ ਕੀਤਾ, ਫਾਲਤੂ ਦੀ ਮਰਦਾਨੀ ਹੈਂਕੜ, ਔਰਤ ਵਿਰੋਧੀ ਮਾਨਸਿਕਤਾ, ਨਸ਼ੇ, ਇਹ ਸਭ ਦਾ ਜਿਹੜਾ ਉਹਨੂੰ ਉਤਸ਼ਾਹਿਤ ਕਰਨ ਵਾਲੇ ਜਿਹੜੇ ਗੀਤ ਸੀਗੇ, ਇਹਦੇ ਵਿੱਚ ਮੰਡੀ ਕਲਚਰ ਨੇ ਆਪਣੇ ਫਾਇਦੇ ਵੀ ਬਥੇਰੇ ਲਏ ਨੇ। ਕਿ ਜੇ ਇਹਨੂੰ ਪੋਲੀਟੀਕਲੀ ਦੇਖਣਾ ਹੋਵੇ ਤੇ ਉਹੀ ਟਾਈਮ ਸੀ ਜਦੋਂ 2005-6 ਦਾ ਟਾਈਮ ਸੀ, ਪੰਜਾਬ ਤੇ ਰੀਅਲ ਸਟੇਟ ਦਾ ਕਾਰੋਬਾਰ ਜ਼ੋਰ ਸ਼ੋਰ ਨਾਲ ਹੋਇਆ। ਉਸ ਰੀਅਲ ਸਟੇਟ ਦੇ ਕਾਰੋਬਾਰ ਦੀ ਰੱਖਿਆ ਦੇ ਲਈ ਤੁਹਾਨੂੰ ਗੁੰਡੇ ਚਾਹੀਦੇ ਸੀਗੇ। ਉਹ ਗੈਂਗਸਟਰ ਕਲਚਰ ਵੀ ਉਦੋਂ ਹੀ ਪੰਜਾਬ ਦੇ ਵਿੱਚ ਪੈਦਾ ਹੁੰਦਾ ਤੇ ਉਹੀ ਪੰਜਾਬੀ ਗੀਤ ਇੰਡਸਟਰੀ ਵਿੱਚ ਉਹੀ ਪੈਸਾ ਜਿਹੜਾ ਰੀਅਲ ਸਟੇਟ ਵਾਲਾ 2 ਨੰਬਰੀ ਪੈਸਾ, ਅਵਾਰਾ ਪੂੰਜੀ ਹੈ, ਉਹਦੇ ਵਿੱਚ NRI ਪੂੰਜੀ ਵੀ, ਹੋਰ ਕਈ ਕਿਸਮ ਦੀ ਪੂੰਜੀ ਵੀ ਸ਼ਾਮਲ ਹੈ। ਉਹ ਇਹ ਸੰਗੀਤ ਇੰਡਸਟਰੀ ਜੁੜਦੀ ਹੈ। ਇੱਥੋਂ ਜਿਹੜਾ ਇੱਕ ਰਿਸ਼ਤਾ ਗੈਂਗਸਟਰ ਦਾ ਤੁਹਾਡਾ ਜਿਹੜਾ ਇਹ ਅਵਾਰਾ ਪੂੰਜੀ ਦਾ ਇਸ ਪੰਜਾਬੀ ਸੰਗੀਤ ਦਾ ਇਹ ਰਿਸ਼ਤਾ ਜੁੜਦਾ। ਫਿਰ ਇਹਦੇ ਵਿੱਚ ਧੜਾਧੜ ਚੱਲੇ ਆ ਰਿਹਾ, ਜੋ ਜਿਸ ਕਿਸਮ ਦੇ ਗੀਤ ਆਉਂਦੇ ਨੇ ਉਹ ਦਿਖਾਉਂਦੇ ਨੇ ਕਿ ਉਹਨਾਂ ਦੇ ਵਿੱਚ ਉਹਨਾਂ ਦੇ ਰੂਪ ਭਾਵੇਂ ਕਈ ਨੇ, ਪਰ ਜਿਹੜਾ ਬੇਸਿਕ ਸਟਰਕਚਰ ਨਹੀਂ ਬਦਲਿਆ। ਉਹ ਬੇਸਿਕ ਸਟਰਕਚਰ ਉਹੀ ਸਮੰਤੀ ਵੈਲਿਊ ਸਿਸਟਮ, ਉਹਦੇ ਵਿੱਚ ਔਰਤ ਵਿਰੋਧੀ ਮਾਨਸਿਕਤਾ, ਜੱਟਵਾਦ, ਇਹ ਤਮਾਮ ਚੀਜ਼ਾਂ ਜਿਹੜੀਆਂ ਆਉਂਦੀਆਂ ਹੈਗੀਆਂ। ਇਹਦੇ ਵਿੱਚ ਕਈ ਸਾਰੇ ਰੂਪ ਆਉਂਦੇ ਨੇ ਵਿੱਚ ਦੀ। ਤੁਹਾਨੂੰ ਜਿਵੇਂ ਜੇ ਆਪਾਂ ਸ਼ੁਰੂ ਕਰ ਦਈਏ ਪੰਜਾਬੀ ਇੰਡਸਟਰੀ ਦੇ ਵਿੱਚ 80ਵਿਆਂ ਚ ਜਿਵੇਂ ਚਮਕੀਲਾ ਆਇਆ, ਚਮਕੀਲਾ ਜਿਹੜਾ ਹੈਗਾ, ਇਹ ਸਾਰੇ ਗਾਇਕ ਨੇ ਨਾ, ਤੁਹਾਨੂੰ ਦੇਖਣਾ ਪਏਗਾ ਵੀ ਕਿਵੇਂ ਨਾ ਕਿਵੇਂ ਹਰੀ ਕ੍ਰਾਂਤੀ ਨਾਲ ਆਪਾਂ ਤੋੜ ਕੇ ਨਹੀਂ ਦੇਖ ਸਕਦੇ, ਕਿਉਂਕਿ ਹਰੀ ਕ੍ਰਾਂਤੀ ਦੀ ਜਿਹੜੀ ਹੈਗੀ ਆ ਬਰਕਤ ਕਹਿ ਲਓ ਜਾਂ ਕੁਝ ਵੀ, ਉਹਦਾ ਇੱਕ ਨੁਕਸਾਨ ਉਹਨੇ ਕਿਤੇ ਨਾ ਕਿਤੇ ਪੰਜਾਬੀ ਮਾਨਸਿਕਤਾ ਨੂੰ ਵੀ ਝੰਜੋੜਿਆ ਤੇ ਸੰਗੀਤ ਉੱਤੇ ਵੀ ਅਸਰ ਪਾਇਆ। ਚਮਕੀਲਾ ਹੁਣ ਉਸ ਦੌਰ ਦਾ ਗਾਇਕ ਹੈ ਜਿਹੜਾ ਦੌਰ ਹਰੀ ਕ੍ਰਾਂਤੀ ਦੇ ਵਿੱਚੋਂ ਤਾਜੀ ਅਮੀਰ ਹੋਇਆ ਜੱਟ ਵਰਗ ਸੀ, ਕਿਸਾਨ ਵਰਗ ਸੀਗਾ, ਪਰ ਉਹ ਅਧਪੜ ਜਾਂ ਅਨਪੜ੍ਹ ਸੀਗਾ। ਉਹਦੇ ਵਿੱਚ ਉਹਦੀ ਬੇਟੀ ਔਰਤਾਂ ਨੂੰ ਮਾਲ ਕੂੜਿਆਂ ਵਾਂਗੂ ਜਿਹੜਾ ਛਕਣ ਵਾਲੀ ਸੀਗੀ। ਉਹਦੇ ਗਾਣੇ ਵੀ ਜਿਹਨੇ ਕੁੱਟ ਕੇ ਰਾਂਝਾ ਨਾਲ ਸਿੱਧੀ ਕੀਤੀ, ਜਿਹਨੇ ਲਾਲ ਪਰੀ ਨਾ ਪੀਤੀ, ਜਿਹਨੇ ਕੰਡਾ ਕੱਢਿਆ ਨਾ ਭੈਣ ਦੀ ਨਨਾਣ ਦਾ, ਇਹ ਉਹ ਮਾਨਸਿਕਤਾ। ਇਹੀ ਮਾਨਸਿਕਤਾ ਚਮਕੀਲਾ ਭਾਵੇਂ ਸਿੱਧੂ ਮੂਸੇਵਾਲੇ ਤੋਂ ਵੀ ਛੋਟੀ ਉਮਰ 'ਚ ਉਹਦੀ ਮੌਤ ਹੋ ਜਾਂਦੀ ਆ, ਪਰ ਬਹੁਤੇ ਬੰਦੇ ਜਿਵੇਂ ਸੰਗੀਤ ਦੇ ਸਮੀਖਿਅਕ ਕਹਿੰਦੇ ਨੇ ਕਿ ਚਮਕੀਲਾ ਮਰ ਗਿਆ, ਪੂਰੀ ਉਹਦੀ ਆਤਮਾ ਜਿੰਦਾ। ਉਹ ਆ ਕੇ ਜਦੋਂ ਹਨੀ ਸਿੰਘ ਦਾ ਦੌਰ ਆਉਂਦਾ, ਹਨੀ ਸਿੰਘ 'ਚ ਫਰਕ ਹੈ ਕਿ ਉਹ ਰੈਪ ਲੈ ਕੇ ਆਉਂਦਾ, ਪਰ ਚਮਕੀਲੇ ਦੀ ਜਿਹੜੀ ਹੀਰੋਇਨ ਹੈ ਪੇਂਡੂ ਔਰਤ, ਉਹ ਹਨੀ ਸਿੰਘ ਦੀ ਸਨੀ ਲਿਓਨ ਬਣ ਜਾਂਦੀ ਹੈ। ਚਮਕੀਲੇ ਦਾ ਜਿਹੜਾ ਨਸ਼ਾ ਪਾਣੀ ਹੈ ਉਹਦਾ ਚਿੱਟਾ ਬਣ ਜਾਂਦਾ ਆਪਣੇ ਇਹਦਾ ਹਨੀ ਸਿੰਘ ਦਾ। ਉਹ ਚੀਜ਼ਾਂ ਜਿਹੜੀਆਂ ਕਿਵੇਂ ਦਿਖਦੀਆਂ ਹੈਗੀਆਂ। ਜਿਹੜਾ ਸਿੱਧੂ ਮੂਸੇਵਾਲੇ ਦਾ ਦੌਰ ਦਾ ਸਮਾਂ ਜਦੋਂ ਤੱਕ ਆਉਂਦਾ, ਉਹਦੇ ਵਿੱਚ ਦੇਖੋ ਨਸ਼ੇ ਦੀ ਕੋਈ ਗੱਲ ਨਹੀਂ ਕਰਦਾ। ਉਹ ਕੋਈ ਉਸ ਤਰ੍ਹਾਂ ਦੀ ਔਰਤ ਬਾਰੇ ਜਿਹੜੀ ਗੱਲ ਹੈ, ਅਸ਼ਲੀਲ ਔਰਤਾਂ ਬਾਰੇ ਨਹੀਂ ਉਹ ਹੈਗਾ ਉਹਦੇ ਵਿੱਚ ਉਹਦੇ ਵਿੱਚ, ਲੇਕਿਨ ਉਹ 2-3 ਚੀਜ਼ਾਂ ਨੂੰ ਉਹਦੀ ਗਾਇਕੀ ਪਕੜਦੀ ਆ। ਇੱਕ ਤਾਂ ਜਿਹੜਾ ਬੰਦੇ ਦੇ ਅੰਦਰਲੀ ਹਉਮੈ ਆ, ਮੈਂ ਜਿਹੜਾ ਉਹਨੂੰ ਲੱਗਦਾ ਕਿ ਜਿਵੇਂ ਜਦੋਂ ਉਹ ਗਾਣਾ ਗਾਉਂਦਾ ਵੀ ਡਾਲਰਾਂ ਵਾਂਗੂ ਨਹੀਂ ਸਾਡਾ ਨਾਂ ਹੈ ਚੱਲਦਾ, ਤਾਂ ਕਿਸੇ ਬੰਦੇ ਨੂੰ ਲੱਗਦਾ ਕਿ ਮੇਰਾ ਵੀ ਨਾਂ ਡਾਲਰਾਂ ਵਾਂਗੂ ਚੱਲਦਾ। ਇਹ ਜਿਹੜੀ ਬੰਦੇ ਦੀ ਉਹ ਹੈ ਨਾ, ਉਹਨੂੰ ਉਹ ਫੜਦਾ। ਉਹਦੇ ਵਿੱਚ ਉਹ ਇੱਕ ਰੈਪ ਲੈ ਕੇ ਆਉਂਦਾ। ਉਹ ਆਪਣੇ ਆਪ ਨੂੰ ਕਹਿੰਦਾ ਤਾਂ ਹੈਗਾ ਵੀ ਮੈਂ ਰੈਪ ਗਾਇਕ ਆ, ਇੱਕ ਮਸ਼ਹੂਰ ਰੈਪ ਗਾਇਕ ਨੂੰ ਆਪਣਾ ਆਈਕਨ ਵੀ ਮੰਨਦਾ। ਪਰ ਜਦੋਂ ਰੈਪ ਆਇਆ ਸੀ, ਸਥਾਪਤੀ ਵਿਰੋਧੀ ਸੀਗਾ, ਲੇਕਿਨ ਸਥਾਪਤੀ ਵਿਰੋਧ ਕੁਝ ਵੀ ਨਹੀਂ। ਇੱਥੇ ਸਥਾਪਨਾ ਯਾਰੀ ਆ ਵੀ ਅੱਗੇ ਪਿੱਛੇ ਮੇਰੇ ਮਾਮੇ ਨੇ, ਪੁਲਿਸ ਵਾਲੇ ਨੇ, ਵੀ ਪੁਲਿਸ ਵਾਲੇ ਨੇ, ਵੱਡੀਆਂ ਗੱਡੀਆਂ ਨੇ, ਫਿਰ ਵੱਡੀਆਂ ਗੱਡੀਆਂ ਨਾਲ ਕੁੜੀਆਂ ਆਕਰਸ਼ਿਤ ਹੋ ਰਹੀਆਂ ਨੇ, ਇਹ ਚੀਜ਼ਾਂ ਹੈਗੀਆਂ। ਪਰ ਜਿਹੜਾ ਉਹਦੇ ਗਾਣਿਆਂ ਦੇ ਵਿੱਚ ਪਿੱਤਰ ਸੱਤਾ, ਉਹਦੇ ਗਾਣਿਆਂ ਦੇ ਵਿੱਚ ਜਿਹੜਾ ਹੈਗਾ ਸਮੰਤੀ ਕਲਚਰ ਆ, ਉਹ ਆਪਣੇ ਆਪ ਹੀ ਔਰਤ ਵਿਰੋਧੀ ਹੈਗਾ। ਤੇ ਇਹਨੂੰ ਸਮਝਣਾ ਪਏਗਾ ਵੀ ਜ਼ਰੂਰੀ ਨਹੀਂ ਵੀ ਗਾਲ ਕੱਢਣਾ ਜਾਂ ਅਸ਼ਲੀਲ ਟਿੱਪਣੀ ਕਰਨਾ ਹੀ ਔਰਤ ਵਿਰੋਧੀ ਹੁੰਦਾ। ਜਿਹੜੇ ਸਿਸਟਮ ਨੂੰ ਤੁਸੀਂ ਫੋਲੋ ਕਰਦੇ ਜਾਂ ਫਿਰ ਉਹ ਗਾਣਿਆਂ 'ਚ ਕਈ ਵਾਰ ਔਰਤ ਨੂੰ ਵੈਸੇ ਵੀ ਗੱਲਾਂ ਨੀਚਾ ਵੀ ਦਿਖਾਉਣ ਦੇ ਵੀ ਮਿਲਦੇ, ਜਿਵੇਂ ਨੀ ਕਹਿ ਕੇ ਸੰਬੋਧਨ ਕਰਨਾ ਹੋ ਗਿਆ। ਉਹ ਨੀ 2 ਤਰ੍ਹਾਂ ਦਾ ਹੁੰਦਾ। ਇੱਕ ਤਾਂ ਮੈਂ ਹੁਣ ਕਹਾ ਵੀ ਨੀ ਮਨਵੀਰ ਕੋਰੇ ਕੀ ਹਾਲ ਆ ਤੇਰਾ, ਇਹ ਬਿਲਕੁਲ ਉਦਾਂ ਹੀ ਆ ਜਿਵੇਂ ਤੁਸੀਂ ਕਹੋ ਵੀ ਸ਼ਵਿੰਦਰ ਸਿੰਘ ਕੀ ਹਾਲ ਆ। ਪਰ ਉੱਥੇ ਜਿਹੜਾ ਨੀ ਹੈ ਟਾਂਟ ਮਾਰਨਾ ਵੀ ਆ ਜਿਹਨਾਂ ਨੂੰ ਮਾਈਨਿਊਟ ਦਿਖਾਉਣਾ, ਹਾਂ, ਉਹ ਨੀ ਜਿਹੜੀ ਉੱਥੇ ਬਹੁਤ ਮਿਲਦੀ ਹੈ। ਦੂਜਾ ਸਿੱਧੇ ਤੌਰ ਤੇ ਜੇ ਕੋਈ ਜਿਹੜੇ ਬੰਦੇ ਬਾਰ-ਬਾਰ ਕਹਿੰਦੇ ਨੇ ਵੀ ਸਿੱਧੂ ਮੂਸੇਵਾਲਾ ਜਿਹੜਾ ਜੀ ਉਹ ਮਿਰਜ਼ਾ ਵਾ, ਦੁੱਲਾ ਭੱਟੀ ਆ, ਉਹਦੇ ਇੱਕੋ ਹੀ ਗਾਣੇ ਦੀ ਲਾਈਨ ਆ, ਮੈਂ ਲਿਖਿਆ ਵੀ ਹੋਇਆ ਵੀ ਉਹ ਕਹਿੰਦਾ ਵਾ ਸਾਡੇ ਲਾਣੇ ਸੁੱਚੇ ਜਿਉਣਿਆਂ ਦੇ,
ਇੱਥੇ ਮਿਰਜ਼ੇ ਤੇ ਰਾਂਝੇ ਨਹੀਂ ਜੰਮਦੇ। ਹੁਣ ਮਿਰਜ਼ਾ ਤੇ ਰਾਂਝਾ ਪੰਜਾਬੀ ਜਿਹੜਾ ਹੈਗਾ ਆਪਣਾ ਸੱਭਿਆਚਾਰ ਦੇ ਵਿੱਚ ਮੁਹੱਬਤ ਤੇ ਮੁਹੱਬਤ ਵਿਚਲੀ ਬਗਾਵਤ ਦਾ ਪ੍ਰਤੀਕ ਹੈ। ਉਹਨੂੰ ਤਾਂ ਕਹਿ ਦਿੰਦਾ ਇਹ ਸਾਡੇ ਜੰਮਦੇ ਹੀ ਨਹੀਂ ਹੈਗੇ। ਸਾਡੇ ਜੰਮਦੇ ਕੌਣ ਨੇ? ਸੁੱਚੇ ਜੰਮਦੇ ਨੇ। ਸੁੱਚਾ ਕੌਣ ਹੈ? ਸੁੱਚਾ ਬਈ ਆਪਣੀ ਭਾਬੀ ਨੂੰ ਮਾਰ ਕੇ ਸੂਰਮਾ ਬਣਿਆ ਸੀਗਾ, ਕਿਉਂਕਿ ਉਹਦੇ ਦੋਸਤ ਨਾਲ ਉਹਦੇ ਰਿਲੇਸ਼ਨਸ਼ਿਪ ਸੀ, ਇਸ ਲਈ ਉਹਨੇ ਭਾਬੀ ਨੂੰ ਮਾਰਤਾ, ਆਨਰ ਕਿਲਿੰਗ। ਹੁਣ ਸਵਾਲ ਇੱਥੇ ਅੱਗੇ ਆ ਜਾਂਦਾ ਵੀ ਹੁਣ ਸਿੱਧੂ ਮੂਸੇਵਾਲੇ ਦੀ ਜਿਹੜੀ ਊਰਜਾ ਕਿੱਥੋਂ ਆਉਂਦੀ ਆ? ਇਹ ਆਉਂਦੀ ਆ ਮਾਲਵੇ ਦੇ ਏਰੀਏ ਦੇ ਵਿੱਚੋਂ। ਮਾਲਵਾ ਹੁਣ ਕੀ ਹੈ, ਇਹਨੂੰ ਵੀ ਹਰੀ ਕ੍ਰਾਂਤੀ ਤੋਂ ਤੋੜ ਕੇ ਨਹੀਂ ਦੇਖ ਸਕਦੇ ਤੁਸੀਂ। ਜਦੋਂ ਹਰੀ ਕ੍ਰਾਂਤੀ ਪੰਜਾਬ 66 ਦੇ ਵਿੱਚ 3 ਹਿੱਸਿਆਂ 'ਚ ਵੰਡਿਆ ਜਾਂਦਾ, ਸਭ ਤੋਂ ਵੱਡਾ ਇਲਾਕਾ ਆਪਣਾ ਮਾਲਵੇ ਦਾ ਇਲਾਕਾ, ਜਿੱਥੇ 69 ਵਿਧਾਨ ਸਭਾ ਸੀਟ ਵੀ ਆਉਂਦੀਆਂ ਹੈਗੀਆਂ ਨੇ, ਵੱਡਾ ਇਲਾਕਾ। ਸੰਗੀਤ ਦੇ ਵਿੱਚ ਵੀ 90ਵੇਂ ਤੱਕ ਲੁਧਿਆਣਾ ਕੇਂਦਰ ਰਹਿੰਦਾ ਆਪਣਾ ਸੰਗੀਤ ਮੰਡੀ ਦਾ। ਫਿਰ ਉਸ ਤੋਂ ਬਾਅਦ ਵਿੱਚ ਬਠਿੰਡਾ ਏਰੀਆ, ਮਾਨਸਾ ਏਰੀਆ ਦਾ ਕੇਂਦਰ ਹੋ ਜਾਂਦਾ। ਬਹੁਤੇ ਗਾਇਕ ਵੀ ਤੁਹਾਨੂੰ ਪਤਾ ਵੀ ਬਠਿੰਡੇ ਵਾਲੇ ਗਾਇਕ ਕਰਕੇ ਮਸ਼ਹੂਰ ਨੇ, ਵੀ ਇੱਕ ਬਠਿੰਡਾ ਮੰਡੀ ਆ ਗਾਇਕਾਂ ਦੀ। ਤੇ ਉਹ ਜਿਹੜਾ ਏਰੀਆ ਵਾ, ਇਹ ਏਰੀਆ ਦਾ ਇੱਕ ਹਿਸਟਰੀ ਵੀ ਇਸ ਤਰ੍ਹਾਂ ਦੀ ਰਹੀ ਆ ਮਨਵੀਰ, ਕਿ ਇੱਕ ਤਾਂ ਉਰੇ ਰਾਜੇ ਮਹਾਰਾਜੇ ਦੇ ਅੰਡਰ ਰਿਹਾ। ਇੱਥੇ ਮੁਜ਼ਾਹਰਾ ਮੂਵਮੈਂਟਾਂ ਵੀ ਬਥੇਰੀਆਂ ਚੱਲੀਆਂ, ਪਰ ਰਾਜੇ ਮਹਾਰਾਜੇ ਜਿਹੜੇ ਸੀਗੇ ਉਹਨਾਂ ਦਾ ਰਾਜੇ ਮਹਾਰਾਜੇ ਦੇ ਅੰਡਰ ਰਿਹਾ। ਜਿੱਥੇ ਇੱਥੇ ਸਮੰਤੀ ਕਲਚਰ ਵਿਕਸਿਆ ਹੈਗਾ, ਪਨਪਿਆ ਹੈਗਾ। ਇੱਥੇ ਅੰਗਰੇਜ਼ੀ ਸਾਮਰਾਜ ਵੇਲੇ ਵੀ ਜਿਹੜੇ ਇਹ ਇੱਥੇ ਦੇ ਰਾਜੇ ਮਹਾਰਾਜੇ ਸੀ, ਉਹ ਰਹੇ ਨੇ ਅੰਗਰੇਜ਼ਾਂ ਦੇ ਟੌਟ ਰਹੇ ਨੇ। ਤੇ ਜਦੋਂ ਸੱਤਾ ਦਾ ਚੇਂਜ ਹੋਈ ਹੈ ਆਜ਼ਾਦੀ ਤੋਂ ਬਾਅਦ, ਇੱਥੇ ਆਜ਼ਾਦੀ ਮੂਵਮੈਂਟ ਵਾਲੇ ਬੰਦੇ ਲੀਡਰ ਦੇ ਤੌਰ ਤੇ ਨਹੀਂ ਉੱਭਰੇ, ਉਹੀ ਬੰਦੇ, ਉਹੀ ਸਮੰਤ ਲੀਡਰ ਦੇ ਤੌਰ ਤੇ ਉੱਭਰੇ ਨੇ, ਜਿਹੜੇ ਕਿ ਅੰਗਰੇਜ਼ਾਂ ਦੇ ਝਾਟੂ ਕਰ ਰਹੇ ਹੈਗੇ ਨੇ। ਉੱਥੇ ਪੂਰੇ ਦਾ ਲਿਟਰੇਚਰ ਵੀ ਬਹੁਤਾ, ਜਿਵੇਂ ਤੁਸੀਂ ਕਿੱਸਾ ਕਾਵ ਜਿੰਨੇ ਵੀ ਕਿੱਸੇ ਦੇਖ ਲਓ, ਜੌਣੇ ਮੌਰ ਦਾ, ਸੁੱਚੇ ਸੂਰਮੇ ਦਾ, ਹੋਰ ਕੇਰੂ ਦਾ ਕਿੱਸਾ, ਇਹ ਸਾਰੇ ਸਮੰਤੀ ਕਿਸਮ ਦੇ ਕਿੱਸੇ ਸੀਗੇ। ਇੱਥੇ ਲਿਖਣ ਵਾਲੇ ਦੇਵਸਰੀ ਕਿਆਂ ਵਾਲੇ ਤੱਕ ਔਰਤਾਂ ਨੂੰ ਮਿਹਣੇ ਮਾਰਦੇ ਰਹੇ, ਔਰਤਾਂ ਦੇ 365 ਚਲਿੱਤਰ ਨੇ ਔਰਤਾਂ ਦੇ। ਇਹ ਚੀਜ਼ਾਂ ਮਤਲਬ ਮੈਂ ਦੀ ਕੋਸ਼ਿਸ਼ ਕੀਤੀ ਹੈ ਵੀ ਸਿੱਧੂ ਮੂਸੇਵਾਲਾ ਵੀ ਜਿੱਥੋਂ ਊਰਜਾ ਲੈਂਦਾ ਉਹ ਕਿੱਥੋਂ ਲੈਂਦਾ, ਤੇ ਇਹਦਾ ਫਿਰ ਮੰਡੀ ਨਾਲ ਰਿਸ਼ਤਾ ਕੀ ਆ। ਤੇ ਜਿਹੜੀ ਮੰਡੀ ਆ ਉਹ ਤੁਹਾਡੀ ਓਲਡ ਵੈਲਿਊ ਨੂੰ ਵੀ ਕੈਸ਼ ਕਰਕੇ, ਸਮੰਤੀ ਤੁਹਾਡੀ ਸੋਚ ਨੂੰ, ਹੋਰ तमाम ਜਿਹੜੀਆਂ ਪੁਰਾਤਨ ਚੀਜ਼ਾਂ ਨੂੰ ਕੈਸ਼ ਕਰਕੇ ਕਿਵੇਂ ਵੇਚ ਰਹੀ ਆ, ਤੁਹਾਨੂੰ ਥੋੜੀ ਸ਼ਾਨ ਦਾ ਪ੍ਰਤੀਕ ਬਣਾ ਕੇ ਵੇਚ ਰਹੀ ਆ। ਤੇ ਇਹ ਗਾਇਕ ਸਿਰਫ ਉਸ ਮੰਡੀ ਦੇ ਇੱਕ ਟੂਲ ਨੇ ਜੀ। ਔਰ ਨੌਜਵਾਨੀ ਇੱਕ ਵਿਕਟਿਮ ਆ ਇਸ ਮੰਡੀ ਦੇ ਵਿੱਚ। ਨੌਜਵਾਨੀ ਜਿਹੜੀ ਆਪਣੇ ਆਪ ਨੂੰ ਸੋਚਦੀ ਹੈ ਕਿ ਸਾਨੂੰ ਆਪਣਾ ਨਾਇਕ ਮਿਲ ਗਿਆ। ਪਰ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਇਹਦੇ ਵਿੱਚ ਟ੍ਰੈਜੇਡੀ ਆਫ ਖਾਲਿਸਤਾਨ ਦੀ ਗੱਲ ਕੀਤੀ, ਨੈਕਸਲਾਈਟ ਮੂਵਮੈਂਟ ਦੀ ਗੱਲ ਕੀਤੀ, ਉਹਦੇ ਵਿੱਚੋਂ ਜਿਹੜੀ ਨੌਜਵਾਨੀ ਅੱਜ ਤੱਕ ਸਮਝ ਨਹੀਂ ਪਾਈ ਵੀ ਉਦੋਂ ਕੀ ਹੋਇਆ ਸੀ। ਖਾਲਿਸਤਾਨ ਮੂਵਮੈਂਟ ਚੰਗੀ ਸੀ, ਮਾੜੀ ਸੀ, ਟੈਰਰਿਸਟ ਕਹੀਏ, ਸੰਤ ਕਹੀਏ, ਨੌਜਵਾਨੀ ਨੂੰ ਨਹੀਂ ਪਤਾ। ਤਾਂ ਤੁਹਾਨੂੰ ਕੀ ਲੱਗਦਾ ਜੇ ਨੌਜਵਾਨੀ ਇਜ਼ ਸੀਕਿੰਗ ਰਿਫਿਊਜ਼ ਇਨ ਦੀਪ ਸਿੱਧੂ ਇਜ਼ ਆਲਸੋ ਲਾਈਕ ਸਿੱਧੂ ਮੂਸੇਵਾਲਾ, ਐਵੇਂ ਹੀ ਕਲਟ ਬਣਾ ਦਿੱਤਾ ਗਿਆ, ਉਹਨੂੰ ਮੈਨੂਫੈਕਚਰ ਕਰ ਦਿੱਤਾ ਗਿਆ ਆਪਣੇ ਕੁਝ ਵਾਸਟਡ ਇੰਟਰਸਟ ਦੇ ਲਈ। ਸਿੱਧੂ ਮੂਸੇਵਾਲੇ ਦੀ ਗਾਇਕੀ ਦਾ ਇੱਕ ਚੰਗਾ ਪਾਰਟ ਸੀ ਕਿ ਉਹਨੇ ਕਾਫੀ ਹੱਦ ਤੋਂ ਇੱਕ ਯੂਨੀਕ ਵੇ ਅਪਰੋਚ ਉਹਦੀ ਸੀਗੀ ਜਿਹੜੀ ਗਾਇਕੀ ਦੀ ਸੀ, ਔਰ ਇੱਕ ਬਦਲਾਵ ਵਾਲੀ ਗਾਇਕੀ, ਔਰ ਕਾਫੀ ਕੁਝ ਬਦਲ ਕੇ ਉਹਨੇ ਅਣਖ ਵਾਲਾ ਪੁਆਇੰਟ ਜਗਾਉਣ ਵਾਲੀ ਜੋ ਪੰਜਾਬੀ ਕਲਚਰ ਦੇ ਵਿੱਚ ਸ਼ੁਰੂ ਤੋਂ ਆਪਣੇ ਨਾਲ ਤੁਰਿਆ ਆਉਂਦਾ। ਤੁਸੀਂ ਸੁੱਚੇ ਸੂਰਮਿਆਂ ਦੀ ਐਗਜ਼ਾਮਪਲ ਦਿੱਤੀ ਆ ਵੀ ਉਹ ਅਣਖ ਦੇ ਨਾਲ ਨੌਜਵਾਨੀ ਨੂੰ ਰਿਲੇਟ ਕੀਤਾ, ਪਰ ਉਹਨੇ ਉਹ ਕੁੜੀਆਂ ਨੂੰ ਜਿਹੜੀ ਮਿਸ ਰਿਪਰੈਜ਼ੈਂਟੇਸ਼ਨ ਜਾਂ ਨਿਊਡਿਟੀ ਜਾਂ ਬੜੀ ਫਲੈਮਬੋਇੰਸ ਵਾਲੀਆਂ ਔਰਤਾਂ ਨੂੰ ਕਦੀ ਉਸ ਪਿਕਚਰਸ ਦੇ ਵਿੱਚ ਜ਼ਿਆਦਾ ਨਹੀਂ ਦਿਖਾਇਆ। ਹਾਰਡਲੀ 1 or 2 ਗੀਤ ਹੈ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸਾਡੀ ਨੌਜਵਾਨੀ ਇਹੋ ਜਿਹੇ ਮੈਨੂਫੈਕਚਰਡ ਹੀਰੋਜ਼ ਜਿਹੜੇ ਸਾਡੀ ਮਾਰਕੀਟ ਨੇ, ਇੰਡਸਟਰੀ ਨੇ ਤਿਆਰ ਕੀਤੇ ਨੇ, ਇਹਨਾਂ ਨੂੰ ਹੀਰੋ ਮੰਨੇਗੀ ਤਾਂ ਸਾਡਾ ਨੌਜਵਾਨੀ ਦਾ ਭਲਾ ਹੋ ਸਕਦਾ ਹੈ ਕਿ ਨਹੀਂ? ਦੇਖੋ, ਇੱਕ ਤਾਂ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਤੁਸੀਂ ਕਹਿੰਦੇ ਵੀ ਸਿੱਧੂ ਮੂਸੇਵਾਲੇ ਨੇ ਅਣਖ ਦੀ ਗੱਲ ਕੀਤੀ, ਬਹੁਤੇ ਲੋਕ ਇਹ ਮੰਨਦੇ ਨੇ, ਮੈਂ ਇਹਨੂੰ ਮੰਨਦਾ ਨਹੀਂ। ਉਹ ਜਿਹੜੀ ਅਣਖ ਆ ਨਾ, ਉਹ ਅਣਖ ਐਕਚੁਅਲੀ ਸਮੰਤੀ ਅਣਖ ਹੈ, ਉਹ ਮਰਦਾਨਵੀ ਸੱਤਾ ਵਾਲੀ ਹੈ ਤੇ ਜੱਟਵਾਦ ਨਾਲ ਜੁੜੀ ਹੋਈ ਹੈ ਉਹ ਅਣਖ ਜਿਹੜੀ ਹੈਗੀ ਆ। ਤੇ ਉਹ ਕਦੇ ਸੱਤਾ ਵਿਰੋਧੀ ਨਹੀਂ ਹੈਗੀ, ਕਿਉਂਕਿ ਪੰਜਾਬੀ ਦੇ ਗਾਣਿਆਂ ਦੇ ਵਿੱਚ ਜਿਹੜਾ ਉਹਨੇ ਗੈਂਗਸਟਰ ਕਲਚਰ ਨੂੰ ਜਿਹੜਾ ਹੈਗਾ ਵੀ ਪ੍ਰਮੋਟ ਕੀਤਾ। ਇਹ ਗੈਂਗਸਟਰ ਕਲਚਰ ਆਪ ਹੀ ਜਿਹੜਾ ਗੈਂਗਸਟਰ ਪੈਦਾ ਹੋਏ ਨੇ, ਤੁਹਾਡੀ ਪੂੰਜੀ ਦੀ ਰੱਖਿਆ ਲਈ ਸਟੇਟ ਦੇ ਟੂਲ ਵਜੋਂ ਕੰਮ ਕਰਦੇ ਹੈਗੇ ਨੇ, ਉਹ ਹੋਏ ਨੇ। ਇਹਦੇ ਵਿੱਚ ਇਹ ਧਾਰਨਾ ਕੋਈ ਦੇ ਸਕਦਾ ਵੀ ਦੇਖੋ ਜੀ ਇਹਦੇ ਪਿੱਛੇ ਇੱਕ ਸਿਸਟਮ ਦਾ ਵੀ ਕਾਰਨ ਹੈ, ਸਿਸਟਮ ਤੋਂ ਕੋਈ ਹਤਾਸ਼ ਹੋਇਆ ਬੰਦਾ ਵੀ ਉਧਰ ਆ ਸਕਦਾ, ਪਰ ਉਹ ਸਿਸਟਮ ਚ ਕਿਹੜੀ ਚੇਂਜ ਕਰ ਰਿਹਾ, ਉਹ ਤਾਂ ਇੱਕ ਤਰ੍ਹਾਂ ਨਾਲ ਨਰਕਿਸਟ ਬਣੂਗਾ ਨਾ ਜਾ ਕੇ। ਤੇ ਦੂਜੇ ਪਾਸੇ ਇਹ ਤਾਂ ਗਾਣਿਆਂ ਵਿੱਚ ਆਇਆ ਵੀ ਮੇਰੇ ਅੱਗੇ ਪਿੱਛੇ ਮਾਮੇ ਨੇ, ਅੱਗੇ ਪਿੱਛੇ ਮਾਮੇ ਤਾਂ ਹੀ ਆਉਣਗੇ ਨਾ ਜੇ ਸਟੇਟ ਨਾਲ ਜਾਰੀ ਹੋਊਗੀ। ਤੁਹਾਡੇ ਅੱਗੇ ਪਿੱਛੇ ਜਿਹੜਾ ਹੈਗਾ ਵੱਡੀਆਂ ਵੱਡੀਆਂ ਗੱਡੀਆਂ ਆਉਣੀਆਂ, ਇਹ ਕੋਈ ਜਿਵੇਂ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਜਿਵੇਂ ਬਲਵੀਰ ਪਰਵਾਨਾ ਦਾ ਕੋਟ ਪਾਇਆ, ਬੜਾ ਅੱਛਾ ਕੋਟ ਹੈ ਵੀ ਜਿਹਨੂੰ ਤੁਸੀਂ ਹੀਰੋ ਮੰਨਦੇ ਹੋ, ਅਣਖ ਲਈ ਲੜਨਾ ਮੰਨਦੇ ਹੋ। ਅਣਖ ਲਈ ਲੜਨਾ ਆਹੀ ਨਹੀਂ, ਤੁਸੀਂ ਇਹਦੇ ਗਾਣੇ ਦੇਖੋ। ਜੇ ਇੱਕ ਗਾਣਾ ਜੇ ਹੈਗਾ ਵੀ ਜਦੋਂ ਚੋਣਾਂ ਲੜ ਰਿਹਾ, ਇਲੈਕਸ਼ਨ ਲੜ ਰਿਹਾ, ਉਦੋਂ ਦਾ ਦੌਰ ਦੱਸਦੇ ਆ ਵੀ ਦੇਖੋ ਹੁਣ ਜੱਟ ਨੇ ਲੀਡਰ ਬਣ ਜਾਣਾ, ਜਿੱਤ ਜਾਣਾ, ਫਿਰ ਵਿਰੋਧੀਆਂ ਨੂੰ ਸਬਕ ਸਿਖਾਊਗਾ, ਦੇਖੋ ਮੇਰੇ ਲਾਲ ਪੱਤੀ ਹੋ ਗਈ, ਐਂ ਹੋ ਗਿਆ। ਇਹ ਕੋਈ ਫੁਕਰਾ ਪੰਥੀ ਹੈ ਜਿਹੜੀ ਕਿ
ਸੱਤਾ ਨੂੰ ਮਾਨਣ ਨੂੰ ਉਤਸਕ ਹੈਗੀ ਹੈ। ਜਦ ਕਿ ਇਹ ਤੁਹਾਡੇ ਜਿਹੜੇ ਹੀਰੋ ਨੇ ਦੁੱਲਾ ਭੱਟੀ ਇਹ ਵਰਗੇ ਹੀਰੋ ਜਿਹੜੇ ਨਾ 6 ਮਹੀਨੇ ਦੇ ਪੈਦਾ ਨਹੀਂ ਹੁੰਦੇ ਹੈਗੇ, ਇਹਨਾਂ ਨੂੰ ਸਦੀਆਂ ਲੱਗਦੀਆਂ। ਦੁੱਲਾ ਭੱਟੀ ਜੇ ਨਾਇਕ ਹੈ ਤਾਂ ਦੇਖਣਾ ਪਏਗਾ ਕਿ ਉਹਦੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਨਾਇਕ ਸੀਗੇ, ਪਰ ਉਹ ਕਿਉਂ ਸਾਨੂੰ ਯਾਦ ਹੈ? ਕਿਉਂਕਿ ਉਹਨੇ ਆਪਣੇ ਸਮੇਂ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਕੀਤਾ, ਸੱਤਾ ਦੇ ਵਿਰੁੱਧ ਲਾਮਬੰਦ ਹੋਇਆ, ਤੇ ਫਿਰ ਉਹ ਲੜਦਾ ਹੋਇਆ ਮਰਿਆ ਵੀ ਹੈ। ਤੇ ਇੱਥੇ ਤਾਂ ਕਾਂਗਰਸ ਪਾਰਟੀ ਜੁਆਇਨ ਕਰਦਾ ਹੈ, ਜਿਹੜੀ ਕਿ ਤੁਸੀਂ ਲਿਖਿਆ ਵੀ ਕਿ ਜਿਹੜੇ ਬਲੈਕ ਰੈਪਰਸ ਨੂੰ ਇਹਨਾਂ ਨੇ ਆਪਣਾ ਸਿੱਧੂ ਮੂਸੇਵਾਲਾ ਨੇ ਹੀਰੋ ਮੰਗਿਆ, ਜਿਵੇਂ ਹੀਰੋ ਮੰਨਿਆ ਜਿਹੜੇ ਬਲੈਕ ਰੈਪਰਸ ਨੂੰ, ਉਹ ਤਾਂ ਬਲੈਕ ਮੂਵਮੈਂਟ ਚੋਂ ਇੱਕ ਤਰ੍ਹਾਂ ਦੇ ਉੱਭਰੇ ਹੋਏ ਸੀ, ਔਰ ਉਹ ਵਾਈਟ ਸੁਪਰੀਮੇਸੀ ਦੇ ਖਿਲਾਫ ਔਰ ਇਸਟੈਬਲਿਸ਼ਮੈਂਟ ਦੇ ਖਿਲਾਫ ਬਹੁਤ ਪੁਰਜੋਰ ਰੈਪ ਉਹਨਾਂ ਨੇ ਕੀਤਾ। ਬਹੁਤ ਸਟਰੋਂਗ ਉਹਨਾਂ ਦੇ ਗਾਣੇ ਨੇ, ਤੁਸੀਂ ਉਹਨਾਂ ਰੈਪਰਸ ਦੇ ਨਾਮ ਵੀ ਲਿਖੇ। ਸੋ ਤੁਹਾਡਾ ਇੱਥੇ ਇੱਕ ਪਾਸੇ ਤੁਸੀਂ ਬਿਲਕੁਲ ਸਪਸ਼ਟ ਹੈ ਕਿ ਸਿੱਧੂ ਮੂਸੇਵਾਲਾ ਸਰਕਾਰ ਦੇ ਵਿਰੁੱਧ ਗਾਣੇ ਨਹੀਂ ਸੀ ਗਾਉਂਦਾ, ਉਹ ਸਰਕਾਰ ਦੇ ਹਿੱਤ ਦੇ ਗਾਣੇ ਗਾਉਂਦਾ ਸੀ। ਦੇ ਵਿਰੁੱਧ ਮਤਲਬ ਇਹਦੇ ਤੁਸੀਂ ਐਗਜ਼ਾਮਪਲ ਵੀ ਦਿੱਤੀ ਪੁਲਿਸ ਵਾਲੀ, ਗਵਾਚਿਆ ਗੁਰਬਖਸ਼ ਵਾਲੀ, ਕਿ ਉਦੋਂ ਜਦੋਂ ਪੁਲਿਸ ਨੇ ਗਾਣਾ ਇੱਕ ਤਰ੍ਹਾਂ ਦੇ ਨਾਲ ਗਵਾਇਆ। ਔਰ ਇੱਕ ਉਹੀ ਦੌਰ ਸੀ ਜਦੋਂ ਸਿੱਧੂ ਮੂਸੇਵਾਲੇ ਦੀ AK-47 ਚਲਾਉਂਦਿਆਂ ਦੀ ਜਦੋਂ ਪੁਲਿਸ ਉਹਨੂੰ ਟ੍ਰੇਨਿੰਗ ਦੇ ਰਹੀ ਆ, ਉਹਦੇ ਤੇ ਬਹੁਤ ਲੋਕਾਂ ਨੇ ਆਪਣੇ ਵਿਚਾਰ ਦਿੱਤੇ, ਔਰ ਉਹ ਵਾਕਈ ਇੱਕ ਗਲਤ ਜਿਹੜਾ ਉਹ ਜਿਹੜਾ ਮੈਟਰ ਸੀਗਾ, ਉਹ ਬਹੁਤ ਗਲਤ ਸੀਗਾ, ਕਿਉਂਕਿ ਪੁਲਿਸ ਵਾਲੀ ਸਾਡੇ ਟੈਕਸ ਦੇ ਉੱਤੇ ਪਾਲਣ ਵਾਲੀ ਬਣੀ ਹੋਈ ਕਿਸੇ ਚੀਜ਼ ਦੇ ਉੱਤੇ ਕਿਸੇ ਪ੍ਰਾਈਵੇਟ ਬੰਦੇ ਨੂੰ ਇਹ ਹਥਿਆਰਾਂ ਦੀ ਟ੍ਰੇਨਿੰਗ ਦੇਣੀ, ਉਹ ਵੀ ਅਸੌਲਟ ਵੈਪਨ, ਉਹ ਇਲੀਗਲ ਸੀ। ਖੈਰ ਉਹਦਾ ਪਰਚੇ ਦਾ ਬਾਅਦ ਵਿੱਚ ਪਤਾ ਨਹੀਂ ਕੀ ਬਣਿਆ। ਹਾਂ, ਇਹ ਤੁਹਾਡਾ ਪੁਆਇੰਟ ਬਿਲਕੁਲ ਕਲੀਅਰ ਹੈ। ਲੇਕਿਨ ਤੁਸੀਂ ਆਪਣਾ ਸਵਾਲ ਕਰੋ। ਜੀ ਸ਼ਿਵਿੰਦਰ ਜੀ, ਕੀ ਸਾਡੀ ਨੌਜਵਾਨੀ ਨੂੰ ਇਹ ਮੈਨੂਫੈਕਚਰਡ ਹੀਰੋ ਨੇ ਜਿਹੜੇ ਇਹ ਫਾਇਦਾ ਪਹੁੰਚਾ ਸਕਦੇ ਨੇ, ਇੱਕ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾ ਸਕਣ ਦੇ ਸਮਰੱਥ ਹੈਗੇ ਕਿ ਨਹੀਂ? ਉਹ ਤਾਂ ਸਾਫ਼ ਹੈ ਕਿ ਨਹੀਂ ਹੈਗੇ, ਕਿਉਂਕਿ ਹੁਣ ਸੱਤਾ ਦੀ ਖੇਡ ਕਿਹੜੀ, ਇਹਨੂੰ ਵੱਡੇ ਪ੍ਰਤੀਕ ਤੋਂ ਦੇਖਣਾ ਬਣਦਾ ਕਿ ਸੱਤਾ ਇਹ ਚਾਹੁੰਦੀ ਹੈਗੀ ਆ ਕਿ ਤੁਹਾਡੇ ਕੋਲ ਹੀਰੋ ਇਦਾਂ ਦੇ ਬਣਨ। ਇਹ ਹੀਰੋ ਬੜੇ ਖੋਖਲੇ ਨੇ, ਇਹਨਾਂ ਨੂੰ ਮੰਨਣ ਵਾਲੇ ਵੀ ਖੋਖਲੇ ਹੋਣਗੇ ਵਿਚਾਰਾਂ ਦੇ, ਜਾਂ ਕਰੈਕਟਰ ਦੇ ਵੀ ਖੋਖਲੇ ਹੋਣਗੇ। ਚਾਹੇ ਉਹ ਦੀਪ ਸਿੱਧੂ ਹੋ ਗਿਆ, ਉਹਦਾ ਅੱਗਾ ਪਿੱਛੇ ਸਭ ਨੂੰ ਪਤਾ ਕੀ ਹੈਗਾ। ਇਹ ਕਿਸਾਨ ਅੰਦੋਲਨ ਦੌਰਾਨ ਵੀ ਇੱਕ ਗਲਤੀ ਕਰਦਾ ਸੀ, ਅਗਲੀ ਵਾਰ ਮੰਨ ਲੈਂਦਾ ਸੀ ਗਲਤੀ ਹੋ ਗਈ। ਕਈ ਵਾਰ ਫਿਰ ਉਹਦਾ ਪਹਿਲਾ ਬਿਆਨ ਦੂਜੇ ਬਿਆਨ ਦੇ ਉਲਟ ਹੁੰਦਾ ਸੀ, ਫੁਕਰਾਪੰਥੀ ਸੀ, ਸਾਰਾ ਕੁਝ ਆਪਾਂ ਉਹਨੂੰ ਦੇਖਿਆ ਹੈਗਾ। ਉਹਦੀ ਸਮਝ ਵੀ ਕਈ ਵਾਰ ਉਹਨੇ ਆਪਣੀ ਸਮਝ ਦਾ ਵੀ ਜਨਾਜ਼ਾ ਕੱਢਿਆ ਹੈਗਾ। ਪਰ ਨੌਜਵਾਨਾਂ ਨੂੰ ਉਹ ਹੀਰੋ ਅੱਗੇ ਉਹਦੇ ਭਾਸ਼ਣ ਇੱਕ ਖਾਸ ਸਿੱਖ ਚਿੰਤਕ ਦੇ ਲਿਖੇ ਹੋਏ ਉਹਨੇ ਫਿਰ ਨੌਜਵਾਨਾਂ ਨੂੰ ਅਪੀਲ ਕਰਦੇ ਸੀਗੇ, ਕਿਤੇ ਵੀ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈਗੀਆਂ। ਪਰ ਸਵਾਲ ਇਹ ਹੈਗਾ ਕਿ ਦੂਜੇ ਪਾਸੇ ਸਟੇਟ ਕਰ ਕੀ ਰਹੀ ਹੈ? ਜਿਹੜੇ ਤੁਹਾਡੇ ਅਸਲੀ ਹੀਰੋ ਆ ਚਾਹੁੰਦੀ ਹੈ ਕਿ ਗੁਰੂ ਸਾਹਿਬਾਨ ਦਾ ਸੰਘਰਸ਼ ਹੋ ਗਿਆ, ਸਾਡੇ ਭਗਤ ਸਿੰਘ, ਗਦਰੀ, ਸਰਾਭੇ, ਇਹਨਾਂ ਦਾ ਸੰਘਰਸ਼ ਹੋ ਗਿਆ, ਇਹਨਾਂ ਨੂੰ ਕਿਤੇ ਨਾ ਕਿਤੇ ਮਲੀਆ ਮੇਟ ਕੀਤਾ ਜਾਵੇ। ਹੋ ਵੀ ਰਿਹਾ। ਜਿਹੜੇ ਲੋਕ ਅੱਜ ਇਹਨਾਂ ਨੂੰ ਮੂਸੇਵਾਲੇ ਤੇ ਦੀਪ ਸਿੱਧੂ ਨੂੰ ਹੀਰੋ ਮੰਨ ਰਹੇ ਨੇ, ਉਹ ਭਗਤ ਸਿੰਘ ਦਾ ਚਰਿੱਤਰ ਹਨਨ ਵੀ ਕਰ ਰਹੇ ਨੇ। ਇਹ ਵੀ ਦੇਖੋ, ਉਹ ਜਾ ਕੇ ਗਦਰੀਆਂ ਦੀ ਜਿਹੜੀ ਸੋਚ ਦੇ ਨਾਲ ਕਿਤੇ ਨਾ ਕਿਤੇ ਗੜਬੜ ਕਰ ਰਹੇ ਨੇ, ਉਹਨਾਂ ਨੂੰ ਇੱਕ ਖਾਸ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ। ਮਤਲਬ ਕਿ ਜਿਹੜੇ ਲੋਕਾਂ ਦੇ ਅਸਲੀ ਹੀਰੋ ਸੀ, ਲੋਕਾਂ ਨਾਲ ਸਾਂਝੀ ਬਾਲਤਾ ਦੀ ਗੱਲ ਕਰਨ ਵਾਲੇ ਹੀਰੋ ਸੀ, ਉਹਨਾਂ ਨੂੰ ਉਹ ਪਰਾਂ ਹੋ ਜਾਣ ਤੇ ਸਟੇਟ ਨੂੰ ਵੀ ਖੋਖਲੇ ਹੀਰੋ ਆ ਜਾਣ। ਜਦੋਂ ਖੋਖਲੇ ਹੀਰੋ ਆ ਜਾਣ, ਸਮਾਜ ਖੋਖਲਾ ਹੋਣਾ ਉਹ ਲਾਜ਼ਮੀ ਹੈਗਾ। ਤੇ ਦੂਜੀ ਚੀਜ਼ ਇਹ ਹੈਗੀ ਕਿ ਮੈਨੂੰ ਇਹ ਲੱਗਦਾ ਕਿ ਕੌਮ ਦੀ ਨਾ ਤਰਾਸਦੀ ਵੀ ਹੁੰਦੀ ਆ ਜਦੋਂ ਨਾ ਕੋਈ ਕੌਮ ਆਪਣੇ ਇਤਿਹਾਸ ਕੋਲੋਂ ਹਾਰ ਜਾਂਦੀ ਹੈ। ਜੋ ਮੈਂ ਲਿਖਿਆ ਵੀ ਆਪਣੇ ਦੇ ਐਂਡ ਦੇ ਉੱਤੇ, ਜਦੋਂ ਕੋਈ ਕੌਮ ਇਤਿਹਾਸ ਕੋਲੋਂ ਹਾਰ ਜਾਂਦੀ ਹੈ ਜਾਂ ਇਤਿਹਾਸ ਨਾਲ ਸੰਵਾਦ ਰਚਾਉਣਾ ਭੁੱਲ ਜਾਂਦੀ ਹੈ, ਫਿਰ ਉਹ ਆਪਣੇ ਬੀਤੇ ਦੇ ਵਿੱਚੋਂ ਆਪਣੇ ਜਿਹੜੇ ਹੈਗੇ ਬੀਤੇ ਦੇ ਵਿੱਚੋਂ ਆਪਣੀ ਮਹਾਨਤਾ ਲੱਭਣ ਦੀ ਕੋਸ਼ਿਸ਼ ਕਰਦੀ ਹੈਗੀ ਆ ਅਤੀਤ ਵਿੱਚੋਂ। ਇਹ ਅਸਲ ਵਿੱਚ ਮੰਡੀ ਆ, ਇਸੇ ਜਿਹੜੀ ਗੌਰਵ ਨੂੰ ਆਪਣਾ ਗੌਰਵ ਲੱਭਣ ਦੀ ਕੋਸ਼ਿਸ਼ ਕਰਦੀ, ਇਸੇ ਗੌਰਵ ਨੂੰ ਮੰਡੀ ਜਿਹੜੀ ਹੈਗੀ ਵੇਚਦੀ ਹੈ, ਕੈਸ਼ ਕਰਦੀ ਹੈ, ਤੇ ਸੱਤਾ ਨੂੰ ਇਹ ਚੀਜ਼ਾਂ ਰਾਸ ਆਉਂਦੀਆਂ ਹੈਗੀਆਂ। ਆ ਗਾਣੇ ਦਾ ਵੀ ਸਰੂਪ ਕਈ ਤਰ੍ਹਾਂ ਦਾ। ਹੁਣ ਬਹੁਤਿਆਂ ਨੂੰ ਗਾਣਾ ਨੂੰ ਲੱਗਦਾ ਵੀ ਦੇਖੋ ਜੀ ਉਰੇ ਕਈ ਗਾਣੇ ਆ, ਪੁੱਤ ਚਮਾਰਾਂ ਦੇ ਗਾਣੇ ਆ ਗਏ ਵੀ, ਦੇਖੋ ਜੀ ਤਾਂ ਦਲਿਤਵਾਦ ਦੀ ਵੀ ਗੱਲ ਕਰਦੇ ਆ, ਪਰ ਉਹ ਬਹੁਤੇ ਲੋਕ ਭੁੱਲ ਜਾਂਦੇ ਆ ਕਿ ਉਹਨਾਂ ਨੂੰ ਦੁਆਬੇ ਦਾ ਸੁਚੇਤ ਹੋਇਆ ਦਲਿਤ ਵੀ ਮੰਡੀ ਨੂੰ ਦਿਖ ਰਿਹਾ ਵੀ ਉੱਥੇ ਵੀ ਸਮਾਨ ਵੇਚਣਾ ਹੈਗਾ, ਉਹਦਾ ਗਾਹਕ ਹੈ। ਇਸੇ ਕਰਕੇ ਇੱਕੋ ਗੀਤ ਜਦੋਂ ਕੋਈ ਗਾਇਕ ਇੱਕੋ ਸਮੇਂ ਆ ਗੀਤ ਗਾਉਂਦਾ ਕਿ ਲੱਕ 28 ਕੁੜੀ ਦਾ 47 ਬੇਟ ਕੁੜੀ ਦਾ, ਉਹ ਸੱਭਿਆਚਾਰ ਨੂੰ ਵਿਗਾੜਨ ਵਾਲਾ ਬਣ ਜਾਂਦਾ। ਜਦੋਂ ਉਹ ਗੀਤ ਗਾਉਂਦਾ ਆਰ ਨਾਨਕ ਪਾਰ ਨਾਨਕ, ਉਹ ਜਿਹੜਾ ਵਧੀਆ ਗਾਇਕ ਬਣ ਜਾਂਦਾ। ਜਦੋਂ ਕੋਈ ਗਾਇਕ ਮੁੰਡੇ ਮਰ ਗਏ ਨਹੀਂ ਹੋਏ ਤੇਰੇ ਉੱਤੇ ਇਹ ਗਾਉਂਦਾ, ਤਾਂ ਉਹਨੂੰ ਉਹ ਗਾਇਕ ਨੂੰ ਦਿਖਦਾ ਕਿ ਨੌਜਵਾਨੀ ਗਾਇਕ ਦਿਖਦੀ ਆ ਆਪਣੀ। ਜਦੋਂ ਉਹ ਸਾਡਾ ਹੱਕ ਵਰਗਾ ਗੀਤ ਗਾਉਂਦਾ ਤਾਂ ਉਹਨੂੰ NRI ਜਿਹੜੇ ਖਾਲਿਸਤਾਨੀ ਵਿਚਾਰਧਾਰਾ ਦੇ ਇੱਕ ਖਾਸ ਸੈਕਸ਼ਨ ਆ ਉਹ ਦਿਖਾਈ ਦਿੰਦਾ ਹੈਗਾ। ਸੋ ਇਹ ਜਿਹੜਾ ਮੰਡੀ ਆ, ਇਸ ਮੰਡੀ ਵਿੱਚ ਹਰ ਚੀਜ਼ ਵਿਕਦੀ ਆ। ਉਹਦੇ ਵਿੱਚ ਰੁਦਨ ਵੀ ਵਿਕਦਾ, ਉਹਦੇ ਵਿੱਚ ਜਸ਼ਨ ਵੀ ਵਿਕਦਾ, ਉਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਤਿੱਖਾਪਨ ਵੀ ਵਿਕਦਾ। ਪਰ ਇਹ ਜਿਹੜਾ ਤਿੱਖਾਪਨ ਵੀ ਸੱਤਾ ਨੂੰ ਕਦੇ ਚੈਲੰਜ ਨਹੀਂ ਕਰੇਗਾ ਤੇ ਚੈਲੰਜ ਨਹੀਂ ਕਰਦਾ। ਪਰ ਰਹੀ ਗੱਲ ਆਪਣੀ ਕਿ ਆਪਣੀ ਨੌਜਵਾਨੀ ਜਿਹੜੀ ਇਹ ਹਿਸਟੋਰੀਕਲ ਆ,
ਔਰ ਡੀਸੈਂਸਿਟਾਈਜ਼ਡ ਆ। ਤੁਹਾਡੇ ਸ਼ਬਦਾਂ 'ਚ ਮੈਂ ਕਵਾਂ ਤਾਂ ਉਹਨਾਂ ਦੇ ਲਈ ਇੱਥੇ ਤਰਕਾਂ ਦੇ ਨਾਲ, ਤੱਥਾਂ ਦੇ ਨਾਲ ਇਸ ਚੀਜ਼ ਨੂੰ ਖੰਗੋਲਣਾ, ਐਨਾਲਾਈਜ਼ ਕਰਨਾ ਕਿ ਜਿਹੜੇ ਗਾਣੇ ਮਾਰਕੀਟ 'ਚ ਆ ਰਹੇ ਨੇ, ਇਹ ਸਿਰਫ ਔਰ ਸਿਰਫ ਖਪਤਕਾਰਾਂ ਦੇ ਲਈ ਆ ਰਹੇ ਆ, ਇੱਕ ਕੰਜ਼ਿਊਮਰ ਪਰਸਪੈਕਟਿਵ ਤੋਂ ਆ ਰਹੇ ਨੇ ਕਿ ਕਿਹੜਾ ਗਾਣਾ ਕਿੰਨਾ ਪੈਸਾ ਕਮਾਏਗਾ। ਪਰ ਸਾਡੀ ਨੌਜਵਾਨੀ ਜਦੋਂ ਉਹਨੂੰ ਲੂਪ ਤੇ ਸੁਣਦੀ ਆ, ਰਿਪੀਟ ਤੇ ਸੁਣਦੀ ਆ, ਤਾਂ ਇੱਕ ਅਲੱਗ ਹੀ ਸੱਤਵੇਂ ਅਸਮਾਨ ਤੇ ਪਹੁੰਚ ਜਾਂਦੀ ਹੈ। ਇਹਦੇ ਪਿਛਲਾ ਕਾਰਨ ਇਹੀ ਹੈ ਜੀ ਕਿ ਖਲਾਅ ਆ। ਨੌਜਵਾਨੀ ਜਦੋਂ ਇਸ ਗਾਣਿਆਂ ਨੂੰ ਸੁਣਦੀ ਆ ਤਾਂ ਕੁਝ ਸਮੇਂ ਦੇ ਲਈ ਦੇ ਫੀਲ ਐਂਟਰਟੇਨਡ, ਕਿਉਂਕਿ ਐਂਟਰਟੇਨਮੈਂਟ ਜ਼ਰੂਰੀ ਵੀ ਆ ਜ਼ਿੰਦਗੀ ਦੇ ਵਿੱਚ, ਹੋਰ ਕੋਈ ਉਹਨਾਂ ਕੋਲ ਸਾਧਨ ਹੈ ਨਹੀਂਗਾ। ਹੁਣ ਇੱਥੇ ਨੌਜਵਾਨੀ ਨੂੰ ਤੁਹਾਡਾ ਆਰਟੀਕਲ ਲਿਖਣ ਦਾ ਪਿਛਲਾ ਮਤਲਬ ਮੈਨੂੰ ਐਵੇਂ ਲੱਗਿਆ ਕਿ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਨੌਜਵਾਨੀ ਆ ਪੰਜਾਬ ਦੀ, ਉਹ ਥੋੜਾ ਤਰਕਾਂ ਦੇ ਨਾਲ ਤੱਥਾਂ ਨੂੰ ਖੰਗੋਲੇ, ਆਪਣੇ ਇਤਿਹਾਸ ਨੂੰ ਖੰਗੋਲੇ, ਆਪਣੇ ਪ੍ਰੈਜ਼ੈਂਟ ਨੂੰ ਤਰਕਾਂ ਦੇ ਨਾਲ ਦੇਖੇ ਔਰ ਆਪਣਾ ਫਿਊਚਰ ਡਿਸਾਈਡ ਕਰੇ। ਇਜ਼ ਇਟ ਸ਼ਿਵਿੰਦਰ ਜੀ, ਐਮ ਆਈ ਰਾਈਟ? ਮੈਨੂੰ ਲੱਗਦਾ ਮਨਵੀਰ ਕਿ ਮੈਂ ਤਾਂ ਇਹ ਨਹੀਂ ਸੋਚਿਆ ਵੀ ਨੌਜਵਾਨੀ ਕੀ ਕਰੇ ਕੀ ਨਾ ਕਰੇ, ਕਿਉਂਕਿ ਮੈਂ ਕੋਈ ਸੰਤ ਮਹਾਤਮਾ ਨਹੀਂ ਹੈਗਾ ਵੀ ਮੈਂ ਉਪਦੇਸ਼ ਦੇਵਾਂ ਨੌਜਵਾਨੀ ਨੂੰ। ਮੈਂ ਤਾਂ ਸਿਰਫ ਜਿਹੜੇ ਮੈਨੂੰ ਵਰਤਾਰੇ ਦਿਖ ਰਹੇ ਸੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀਗੀ। ਮੈਨੂੰ ਸੀ ਵੀ ਮੈਂ ਇਹਨਾਂ ਨੂੰ ਸਮਝਾਂ, ਤੇ ਸਮਝ ਕੇ ਜਿੰਨੀ ਕੁ ਮੈਨੂੰ ਅਕਲ ਸੀਗੀ ਮੈਂ ਉਹਨੂੰ ਆਰਟੀਕਲ 'ਚ ਲਿਖਿਆ। ਤੇ ਮੈਂ ਚਾਹੁੰਦਾ ਸੀਗਾ ਵੀ ਇਹਨੂੰ ਕੋਈ ਹੋਰ ਵੀ ਸਮਝੇ, ਉਹਦੇ ਵਿੱਚੋਂ ਮੇਰੀਆਂ ਚੰਗੀਆਂ ਗੱਲਾਂ ਨੂੰ ਕੋਈ ਰਿਜੈਕਟ ਕਰੇ, ਜੋ ਚੰਗੀਆਂ ਲੱਗਦੀਆਂ ਉਹਦੇ ਨੂੰ ਸੋਚੇ, ਸੋਚ ਕੇ ਅੱਗੇ ਸੰਵਾਦ ਚੱਲੇ, ਸੰਵਾਦ ਚੱਲ ਕੇ ਹੋਵੇ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਵੀ ਕਈ ਵਾਰ ਨਾ ਐਂ ਜਦੋਂ ਆਪਾਂ ਕਈ ਵਾਰ ਨੌਜਵਾਨੀ ਕਰਨ ਲੱਗ ਜਾਂਦੇ, ਐਂ ਲੱਗਦਾ ਜਿਵੇਂ ਮੈਂ ਬਹੁਤ ਵੱਡਾ ਬੁੱਢਾ ਹੋ ਗਿਆ, ਮੈਂ ਸਾਰਾ ਨੌਜਵਾਨ ਨੇ ਉੱਤੇ ਨਜ਼ਲਾ ਸਿੱਟ ਰਿਹਾ ਵਾਂ। ਪਰ ਇਹਦੇ ਵਿੱਚ ਕਾਰਨ ਵੀ ਸਾਨੂੰ, ਸਾਡੀ ਜਿਹੜੀ ਪੁਰਾਤਨ ਪੀੜ੍ਹੀ ਨੂੰ ਵੀ ਦੇਖਣਾ ਪਏਗਾ। 70 ਦੇ ਦਸ਼ਕ ਦੇ ਵਿੱਚ ਪੰਜਾਬੀ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਗਾਣੇ ਖੂਬ ਲਿਖੇ ਜਾਂਦੇ ਸੀ। ਗੀਤ ਵਿਧਾ, ਜਿਹੜੀ ਗੀਤ ਵਿਧਾ ਹੈਗੀ ਆ, ਉਹ ਲਿਖੀ ਜਾਂਦੀ ਰਹੀ ਹੈ। ਗੀਤ ਫਿਰ ਰਿਕਾਰਡ ਹੋਏ, ਗਾਏ ਵੀ ਜਾਂਦੇ ਰਹੇ। ਵੱਡੇ ਵੱਡੇ ਪੰਜਾਬੀ ਦੇ ਕਵੀਆਂ ਦੇ, ਸ਼ਿਵ ਕੁਮਾਰ ਬਟਾਲਵੀ, ਅਮਰਤਾ ਪ੍ਰੀਤਮ, ਬਾਵਾ ਬਲਵੰਤ, ਪ੍ਰੋਫੈਸਰ ਮੋਹਨ ਸਿੰਘ, ਇਹਨਾਂ ਦੇ ਗੀਤ ਗਾਏ ਜਾਂਦੇ ਰਹੇ। ਇੱਕ ਸੂਖਮ ਵਿਧਾ ਹੈਗੀ ਆ। ਬਾਅਦ ਵਿੱਚ ਪੰਜਾਬੀ ਲਿਟਰੇਚਰ 'ਚ ਕੀ ਹੋਇਆ ਕਿ ਗੀਤ ਜਿਹੜੀ ਵਿਧਾ ਉਹਨੂੰ ਤਿਲਾਂਜਲੀ ਦੇ ਦਿੱਤੀ ਗਈ ਵੀ ਇਹ ਤਾਂ ਜੀ ਨਲਾਇਕ ਪੁੱਤ ਆ, ਨਲਾਇਕ ਪੁੱਤ ਕਹਿ ਕੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ, ਤੇ ਵਪਾਰੀਆਂ ਨੇ ਉਹ ਗੀਤ ਨੂੰ ਸਾਂਭ ਲਿਆ, ਵਪਾਰੀਆਂ ਦੇ ਰਾਸ ਆ ਗਿਆ। ਤੇ ਪੰਜਾਬੀ ਪੋਇਟਰੀ ਵਿੱਚ ਬਹੁਤਿਆਂ ਨੇ ਗਜ਼ਲ ਸਮਰਾਟ ਬਣਨ ਦੇ ਲਈ ਗੀਤ ਵਿਧਾ ਨੂੰ ਜਿਹੜਾ ਹੈਗਾ ਤਿਲਾਂਜਲੀ ਦਿੱਤੀ ਹੈ, ਤੇ ਉਹ ਗਜ਼ਲਾਂ ਦੀ ਐਸੀ ਤੈਸੀ ਤਾਂ ਕਰ ਹੀ ਰਹੇ ਆ। ਹੁਣ ਅੱਜ ਦੀ ਪੰਜਾਬੀ ਕਵਿਤਾ ਦਾ ਇਹ ਹਾਲ ਹੋ ਚੁੱਕਾ, ਸਭ ਤੋਂ ਵੱਧ ਕਵਿਤਾ ਲਿਖੀ ਜਾਂਦੀ ਹੈ ਪੰਜਾਬੀ ਲਿਟਰੇਚਰ 'ਚ, ਸਭ ਤੋਂ ਰੱਦੀ ਲਿਖੀ ਜਾਂਦੀ ਹੈ। ਉਹਦਾ ਰੱਦੀ ਦਾ ਹਾਲ ਇਹ ਹੋ ਗਿਆ ਕਿ 19ਵੀਂ ਸਦੀ ਵਿੱਚ ਜੰਮੇ ਪ੍ਰੋਫੈਸਰ ਪੂਰਨ ਸਿੰਘ ਦੀ ਖੁੱਲੀ ਕਵਿਤਾ ਦਾ ਸਾਨੂੰ ਗੁਣਗੁਣਾਉਣ ਨੂੰ ਜੀ ਕਰਦਾ, ਆ ਪੰਜਾਬ ਤੂੰ ਘਰ ਆ। ਤੇ ਜਦੋਂ ਕਿ ਆ ਜਿਹੜੀ ਅੱਜ ਦੀ ਲਿਖੀ ਜਾ ਰਹੀ ਛੰਦਬੰਦੀ ਵਾਲੀ ਕਵਿਤਾ, ਇਹ ਤੁਹਾਨੂੰ ਗੁਣਗੁਣਾਉਣਾ ਤਾਂ ਦੂਰ ਦੀ ਗੱਲ, ਇਹਨੂੰ ਪੜ੍ਹਨ ਨੂੰ ਜੀ ਨਹੀਂ ਕਰਦਾ। ਐਂ ਲੱਗਦਾ ਕਿ ਰੱਦੀ ਦੀ ਟੋਕਰੀ ਸੁੱਟ ਦਿੱਤਾ ਜਾਵੇ। ਮਤਲਬ ਇੱਥੋਂ ਇਹ ਜਿਹੜਾ ਆਲਮ ਹੈ ਇਹਨੂੰ ਵੀ ਸਮਝਣ ਦਾ ਲੋੜ ਹੈ ਕਿ ਜਦੋਂ ਲਿਟਰੇਚਰ 'ਚ ਇੱਕ ਮਿਡਲ ਕਲਾਸੀ ਤਬਕਾ ਪੈਦਾ ਹੋਗਾ, ਕਿਉਂਕਿ ਦੇਖੋ ਲਿਟਰੇਚਰ ਨੇ ਸੇਧ ਦੇਣੀ ਹੁੰਦੀ ਹੈ, ਸਾਡੇ ਇੰਟੈਲੈਕਚੁਅਲ ਨੇ ਸੇਧ ਦੇਣੀ ਹੁੰਦੀ ਆ, ਉਹਨਾਂ ਦਾ ਬੁਰਾ ਹਾਲ ਹੈ। ਜਿਵੇਂ ਕਿ ਸਾਡੇ ਮੁਆਸ਼ਰੇ ਦਾ ਬੁਰਾ ਹਾਲ ਆ, ਉਹ ਕਰਪਟ ਹੋ ਚੁੱਕੇ ਨੇ, ਉਹ ਬੇਸਿਕ ਤੌਰ ਤੇ ਬੇਈਮਾਨ ਹੈਗੇ ਨੇ, ਜਿਨ੍ਹਾਂ ਨੇ ਨੌਜਵਾਨੀ ਨੂੰ ਜਾਂ ਕਿਸੇ ਨੂੰ ਵੀ ਸੇਧ ਦੇਣੀ ਸੀਗੀ, ਤੇ ਜਾਂ ਉਹ ਸੱਤਾ ਦੇ ਨਾਲ ਭਾਗੀਦਾਰ ਹੋ ਚੁੱਕੇ ਨੇ, ਜੱਫੀਆਂ ਪਾ ਰਹੇ ਹੈਗੇ ਨੇ। ਇਸੇ ਕਰਕੇ ਤੁਹਾਡਾ ਅੱਜ ਦਾ ਰਾਈਟਰ ਮਿਡਲ ਕਲਾਸੀ ਆਏਗਾ। ਤੁਹਾਡਾ ਜਿਹੜਾ ਅੱਜ ਦਾ ਜਿਹੜਾ ਹੈਗਾ ਸਾਹਿਤਕਾਰ ਆ, ਉਹਦੇ ਕੋਲ ਜਿਹੜਾ ਮੌਲਿਕਤਾ ਗਾਇਬ ਹੈਗੀ ਆ। ਇਹ ਇੱਕ ਵੱਡਾ ਕ੍ਰਾਈਸਿਸ ਹੈ। ਇਹਨੂੰ ਕੱਲਾ ਨੌਜਵਾਨੀ ਉੱਤੇ ਹੀ ਮੈਂ ਕਿਉਂ ਗਾਜ ਸੁੱਟਾਂ, ਜੇ ਇਹਨੂੰ ਗਾਹਾਂ ਦੇਖਿਆ ਜਾਵੇ ਵੀ ਜਿਹੜੇ ਸਾਡੇ ਵੱਡੇ ਆਪਣੇ ਆਪ ਨੂੰ ਅਲੰਬਰਦਾਰ ਕਹਿੰਦੇ ਨੇ ਸਾਹਿਤ ਦਾ, ਉਹਨਾਂ ਨੇ ਵੀ ਕੀ ਹਾਲ ਕੀਤਾ ਸਾਹਿਤ ਦਾ। ਜਿਹੜਾ ਕਿਉਂਕਿ ਦੇਖੋ ਸਿੱਧੀ ਜੀ ਗੱਲ ਆ ਕਿ ਸਾਹਿਤ ਵਿੱਚੋਂ ਸਿਨੇਮਾ ਪੈਦਾ ਹੁੰਦਾ, ਸਿਨੇਮੇ ਚੋਂ ਕਦੇ ਸਾਹਿਤ ਨਹੀਂ ਪੈਦਾ ਹੁੰਦਾ। ਹੁਣ ਸਾਹਿਤ ਪੈਦਾ ਕਰਨ ਵਾਲਿਆਂ ਦਾ ਕੀ ਹਾਲ ਹੈ? ਸ਼ਿਵਿੰਦਰ ਜੀ, ਤੁਸੀਂ ਇੱਕ ਸ਼ਬਦ ਫਿਊਡਲ ਜਿਹੜਾ ਸੋਚ ਹੈ ਬੜਾ ਤੁਹਾਡੇ ਆਰਟੀਕਲ ਦੇ ਵਿੱਚ ਵੀ ਆਇਆ। ਇੱਕ ਹੈਗਾ ਆ ਫਿਊਡਲ ਸਿਸਟਮ, ਔਰ ਇੱਕ ਤੁਸੀਂ ਇੱਥੇ ਕਹਿ ਰਹੇ ਹੋ ਫਿਊਡਲ ਸੋਚ। ਇਹਨਾਂ ਦੇ ਵਿੱਚ ਅੰਤਰ ਕਿਵੇਂ ਦੱਸੋਗੇ ਜੀ? ਹਾਂ, ਇੱਕ ਬੰਦੇ ਨੇ ਸਵਾਲ ਕੀਤਾ ਸੀਗਾ, ਉਹ ਵੈਸੇ ਉਹ ਨਾਨ ਸੀਰੀਅਸ ਹੀ ਉਹਦਾ ਸਵਾਲ ਸੀਗਾ, ਕਿਉਂਕਿ ਉਹਨੂੰ ਐ ਸੀ ਵੀ ਰਾਈਟਰ ਨੂੰ ਫਿਊਡਲ ਸਿਸਟਮ ਤੇ ਫਿਊਡਲ ਵੈਲਿਊ ਸਿਸਟਮ ਦਾ ਨਹੀਂ ਪਤਾ ਹੈਗਾ। ਅਸਲ ਵਿੱਚ ਜਿਹੜੇ ਮੈਂ ਉਹਦੇ ਬਾਰੇ ਇਹ ਤਾਂ ਨਹੀਂ ਕਹਿ ਵੀ ਮੈਂ ਜ਼ੋਰ ਲਾਵਾਂ ਵੀ ਮੈਨੂੰ ਪਤਾ ਹੈਗਾ। ਮੈਂ ਸਿਰਫ ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਸਮਝਾ ਦਿਆਂ ਕਿ ਵੈਸੇ ਸਰੋਤੇ ਸਾਡੇ ਜਾਣਦੇ ਹੀ ਹੋਣੇ ਆ, ਪਰ ਜਿਹਨਾਂ ਨੂੰ ਸ਼ਾਇਦ ਨਹੀਂ ਪਤਾ ਜਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਮੈਂ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ। ਦੇਖੋ, ਇੱਕ ਤਾਂ ਜਿਹੜਾ ਹੈਗਾ, ਜਿਹੜੇ ਲੋਕ ਬੰਦੇ ਨੇ ਨਾ ਦੋਸ਼ ਲਾਇਆ ਸੀ, ਵੈਸੇ ਉਹ ਅਜੇ ਵੀ ਮੈਂ ਤੁਹਾਨੂੰ ਕਹਿੰਦਾ ਵੀ ਹਾਲੇ ਉਹਨੇ ਅੱਗੇ ਬਹੁਤ ਸਫ਼ਰ ਤੈਅ ਕਰਨਾ, ਕਿਉਂਕਿ ਉਹ ਹਾਲੇ ਬੱਚਾ ਹੀ ਆ ਹਾਲੇ। ਤੇ ਬੱਚਾ ਮਤਲਬ ਮੈਂ ਉਹ ਨਹੀਂ ਉਹਨੂੰ ਛੋਟਾ ਨਹੀਂ ਕਰ ਰਿਹਾ ਹੈਗਾ, ਮਤਲਬ ਇੱਕ ਆਪਾਂ ਉਮਰ ਦੇ ਨਾਲ ਚੀਜ਼ਾਂ ਸਿੱਖਦੇ ਹੈਗੇ, ਆਪਣੇ ਚਿੰਤਨ ਨਾਲ ਸਿੱਖਦੇ ਹਾਂ। ਕਿਉਂਕਿ ਉਹ ਜਿਹੜੀ ਵਿਚਾਰਧਾਰਾ ਨਾਲ ਸੰਬੰਧਿਤ ਹੈਗਾ, ਉਹ ਮੰਨਦੇ ਆ ਕਿ ਇੰਡੀਆ ਦਾ ਇੱਕ ਅਰਧ ਜਗੀਰੂ ਅਰਧ ਬਸਤੀਵਾਦੀ ਵਿਕਾਸ ਕਰ ਰਿਹਾ, ਤੇ ਇਹਦੇ ਸਾਡੀ ਜਿਹੜਾ ਸਿਸਟਮ ਦੇ ਵਿੱਚ ਬੇਸ ਦੇ ਵਿੱਚ ਜਾਗੀਰਦਾਰੀ ਹੈਗੀ ਆ। ਇਸ ਲਈ
ਉਹਦੀ ਮਾਨਸਿਕਤਾ ਇਹ ਹੈਗੀ ਹੈ ਕਿ ਬੇਸ ਵਿੱਚ ਜ਼ਗੀਰਦਾਰੀ ਹੈ, ਇਸ ਲਈ ਜੇਕਰ ਕਿਸੇ ਦੇ ਕੋਲ ਬਹੁਤ ਜ਼ਿਆਦਾ ਜ਼ਮੀਨ ਹੋਊਗੀ ਉਹ ਜ਼ਗੀਰਦਾਰ ਹੋਊਗਾ, ਉਹੀ ਜ਼ਗੀਰਦਾਰੀ ਦਾ ਵਿਖਾਵਾ ਕਰੂਗਾ। ਜਦ ਕਿ ਗੱਲ ਧਾਰਨਾ ਗਲਤ ਹੈ। ਜਗੀਰੂ ਸਿਸਟਮ ਹੋਣਾ ਅਲੱਗ ਚੀਜ਼ ਆ, ਜਗੀਰੂ ਮਾਨਸਿਕਤਾ ਹੋਣੀ, ਜਗੀਰੂ ਵੈਲਿਊ ਸਿਸਟਮ ਹੋਣਾ ਅਲੱਗ ਚੀਜ਼ ਹੈਗੀ ਆ। ਜਦ ਕਿ ਜਿਹੜਾ ਜਗੀਰੂ ਪ੍ਰਬੰਧ ਇੰਡੀਆ ਵਿੱਚ ਤਾਂ ਹੈ ਨਹੀਂ। ਇੰਡੀਆ ਵਿੱਚ ਇਸ ਸਮੇਂ ਕੈਪੀਟਲਿਸਟ ਦੌਰ ਹੈਗਾ, ਕੈਪੀਟਲਿਜ਼ਮ ਹੈ। ਇੱਥੇ 100 ਕਿੱਲੇ ਵਾਲਾ ਵੀ ਜਗੀਰਦਾਰ ਨਹੀਂ ਹੈਗਾ। ਉਹਦਾ ਕਾਰਨ ਕੀ ਹੈ? ਕਿਉਂਕਿ ਜਗੀਰਦਾਰੀ ਸਿਸਟਮ ਦੇ ਵਿੱਚ ਇੱਕ ਬੰਧੂਆ ਮਜ਼ਦੂਰ ਹੁੰਦਾ ਸੀ, ਉਹਨੂੰ ਉਹਦੇ ਤੋਂ ਕੰਮ ਲਿਆ ਜਾਂਦਾ ਹੁੰਦਾ ਸੀਗਾ। ਉਹ ਤਾਂ ਹੈ ਨਹੀਂਗਾ ਹੁਣ, ਉਹ ਸਿਸਟਮ ਤਾਂ ਹੈ ਨਹੀਂਗਾ। ਇੱਥੇ ਇੱਕ ਕੈਪੀਟਲਿਸਟਿਕ ਕਲਚਰ ਹੈ। ਇੱਥੇ ਬਾਦਲ ਕੋਲ ਵੀ ਜੇ 100 ਕਿੱਲੇ, ਉਹ ਜਗੀਰਦਾਰ ਨਹੀਂ ਹੈਗਾ, ਉਹ ਸਰਮਾਏਦਾਰ ਹੋ ਸਕਦਾ, ਜਗੀਰਦਾਰ ਨਹੀਂ ਹੈਗਾ। ਤੁਹਾਡੇ ਅਮਰੀਕਾ ਦੇ ਵਿੱਚ, ਕੈਨੇਡਾ ਵਿੱਚ ਵੀ ਜੇਕਰ ਕਿਸੇ ਕੋਲ ਬਹੁਤ ਜ਼ਮੀਨ ਆ, ਉਹ ਸਮੰਤ ਨਹੀਂ ਹੈਗੇ, ਉਹ ਕੈਪੀਟਲਿਸਟ ਹੋ ਸਕਦੇ ਨੇ, ਸਮੰਤ ਨਹੀਂ ਹੈਗੇ ਉਹ। ਤੇ ਕਿਉਂਕਿ ਸਮੰਤੀ ਸਿਸਟਮ ਨਹੀਂ ਹੈਗਾ, ਸਿਸਟਮ ਦੇ ਵਿੱਚ ਸਮੰਤੀ ਨਹੀਂ, ਲੇਕਿਨ ਇਹਦਾ ਜਿਹੜਾ ਸੁਪਰ ਸਟਰਕਚਰ ਹੈ, ਕਿਉਂਕਿ ਇਹ ਲੋਕ ਸਟਰਕਚਰ ਵਿੱਚ ਜਗੀਰਦਾਰੀ ਸਮਝਦੇ ਨੇ। ਸਟਰਕਚਰ ਜਿਸ ਸਮੇਂ ਜਗੀਰਦਾਰੀ, ਸਟਰਕਚਰ ਦੇ ਵਿੱਚ ਕੈਪੀਟਲਿਜ਼ਮ ਹੈ। ਜਦਕਿ ਜਿਹੜਾ ਸੁਪਰ ਸਟਰਕਚਰ ਦਾ ਵਿੱਚ ਮਤਲਬ ਕਿ ਤੁਹਾਡੀ ਮਾਨਸਿਕਤਾ ਦੇ ਵਿੱਚ, ਤੁਹਾਡੇ ਵੈਲਿਊ ਸਿਸਟਮ ਦੇ ਵਿੱਚ, ਉਹ ਹਲੇ ਜਗੀਰੂ ਸਿਸਟਮ ਪਿਆ। ਉਹ ਕਿਉਂਕਿ ਜਿਵੇਂ ਸਮਾਜ ਵਿਕਾਸ ਕਰਦਾ ਨਾ ਮਨਵੀਰ, ਉਹ ਲਗਾਤਾਰ ਉਹ ਪ੍ਰਬੰਧਾਤਮਕ ਜਿਹੜਾ ਸਰੂਪ ਆ ਸਮਾਜ ਦਾ, ਉਹਦੇ ਵਿੱਚ ਲਗਾਤਾਰ ਟਕਰਾਅ ਹੁੰਦਾ। ਇਹ ਵੈਲਿਊ ਸਿਸਟਮ ਨੇ ਵੀ ਹੌਲੀ ਹੌਲੀ ਖਤਮ ਹੋਣਾ ਹੁੰਦਾ। ਇਹਨੇ ਫਿਰ ਜਾ ਕੇ ਅੱਗੇ ਜਾਣਾ ਹੁੰਦਾ, ਅੱਗੇ ਜਾ ਕੇ ਫਿਰ ਸਮਾਜ ਦਾ ਕੋਈ ਨਵਾਂ ਪੜਾਅ ਆਊਗਾ, ਉਹਦੇ ਵਿੱਚ ਵੀ ਫਿਰ ਇਹ ਸੰਘਰਸ਼ ਚੱਲੂਗਾ। ਇਹ ਸੰਘਰਸ਼ ਚੱਲਦਾ ਰਹਿੰਦਾ। ਜਿਵੇਂ ਇਹ ਸੰਘਰਸ਼ ਵਿੱਚੋਂ ਇਨਸਾਨ ਨੇ ਵਿਕਾਸ ਕੀਤਾ ਲਗਾਤਾਰ ਕੁਦਰਤ ਦਾ ਸੰਘਰਸ਼ ਵਿੱਚ, ਇਸੇ ਤਰ੍ਹਾਂ ਇਹ ਸੰਘਰਸ਼ ਵੀ ਚੱਲਦਾ ਰਹਿੰਦਾ। ਉਹਦੇ ਵਿੱਚ ਇੰਨੀ ਕਹ ਵੀ ਮੈਂ ਜਿਹੜਾ ਜਗੀਰਦਾਰੀ ਤੋਂ ਮਤਲਬ ਜਗੀਰਦਾਰੀ ਪ੍ਰਬੰਧ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਉਹ ਪ੍ਰਬੰਧ ਉੱਤੇ ਬੈਠੇ ਹੈਗੇ ਨੇ। ਮੈਂ ਗੱਲ ਕਰ ਰਿਹਾ ਜਗੀਰਦਾਰੀ ਮਾਨਸਿਕਤਾ ਦੀ। ਜਗੀਰਦਾਰੀ ਮਾਨਸਿਕਤਾ ਹੁਣ ਮੰਨ ਲਓ ਮੇਰੇ ਕੋਲ 1 ਕਿੱਲਾ ਵੀ ਨਹੀਂ ਹੈਗਾ, ਮੇਰੇ ਵਿੱਚ ਵੀ ਹੋ ਸਕਦੀ ਆ ਜਾਂ ਹੋਵੇਗੀ। ਤੇ ਜਗੀਰਦਾਰੀ ਮਾਨਸਿਕਤਾ ਤੇ ਜਗੀਰਦਾਰੀ ਪ੍ਰਬੰਧ ਵਿੱਚ ਫਰਕ ਹੈ। ਇਹ ਸਿਧਾਂਤਕ ਟਰਮ ਹੈ, ਪੋਲੀਟੀਕਲ ਟਰਮ ਹੈ। ਜਗੀਰਦਾਰੀ ਮਾਨਸਿਕਤਾ ਦੇ ਕਰੈਕਟਰਿਸਟਿਕ ਦੱਸੋ ਤੁਸੀਂ ਪ੍ਰੈਕਟੀਕਲੀ, ਜੇ ਤੁਹਾਨੂੰ ਕਿਹੜੀਆਂ ਗੱਲਾਂ ਤੋਂ, ਜਿੱਦਾਂ ਸਿੱਧੂ ਮੂਸੇਵਾਲੇ ਦੇ ਗਾਣਿਆਂ ਚੋਂ ਕਿਹੜੇ ਸ਼ਬਦਾਂ ਤੋਂ ਤੁਹਾਨੂੰ ਲੱਗਿਆ ਕਿ ਇਹ ਜਗੀਰੂ ਮਾਨਸਿਕਤਾ ਹੈ? ਸਾਰੇ ਗਾਣੇ 'ਚ ਹੀ ਆ ਜਾਂਦਾ ਮਨਵੀਰ। ਜਿਵੇਂ ਫੋਰ ਐਗਜ਼ਾਮਪਲ ਜੱਟ ਹੁੰਨੇ ਆ, ਮਰਦ ਐਂ ਕਰਦੇ ਆ, ਫਲਾਨਾ ਕਰਦੇ ਆ, ਢੀਂਗੜਾ ਕਰਦੇ ਆ, ਇਹ ਉਹ ਥੋੜੀ ਉਹ ਮਾਨਸਿਕਤਾ ਹੈਗੀ ਆ ਜਿਹਦੇ ਵਿੱਚ ਤੁਹਾਡੇ ਓਲਡ ਵੈਲਿਊ ਸਿਸਟਮ ਉਹ ਸਾਰਾ ਕੁਝ ਪਿਆ ਹੈਗਾ। ਤੇ ਇਹਨੂੰ ਤੁਹਾਡਾ ਜਿਹੜੀ ਸਾਰੀ ਕਦਰਾਂ ਕੀਮਤਾਂ ਨੇ ਜਿਹੜੀਆਂ ਪੈਟਰੀਆਰਕੀ ਔਰਤ, ਉਹਦੇ ਵਿੱਚ ਔਰਤ ਵਿਰੋਧੀ ਤੁਹਾਡੀ ਮਾਨਸਿਕਤਾ ਆ ਜਾਂਦੀ ਆ, ਤੁਹਾਡੀ ਮਤਾਨ ਦੀ ਹੈਂਕੜ ਆ ਜਾਂਦੀ ਆ, ਉਹ ਸਾਰਾ ਕੁਝ ਆ ਜਾਂਦਾ ਹੈਗਾ। ਆਪਣੇ ਜੱਟ ਹੋਣ ਤੇ ਫਖਰ ਕਰਨਾ, ਆਪਣੇ ਅਤੀਤ ਉੱਤੇ ਉਹਨੂੰ ਫਖਰ ਹੀ ਨਹੀਂ ਕਰਨਾ, ਬਲਕਿ ਉਹਨੂੰ ਪੂਰਾ ਕਹਿਣਾ ਵੀ ਸਰਵਉੱਤਮ ਹੈਗੇ ਨੇ। ਇਹ ਚੀਜ਼ਾਂ ਜਿਹੜੀਆਂ ਉਹ ਤੁਹਾਡੀਆਂ ਵੈਲਿਊ ਸਿਸਟਮ ਦੇ ਵਿੱਚ ਪਈਆਂ ਹੈਗੀਆਂ ਨੇ, ਇਹਦੇ ਨਾਲ ਲੰਮੀ ਲੜਾਈ ਲੜਨੀ ਪੈਂਦੀ ਆ। ਇਹ ਜਿਹੜੇ ਕਹਿ ਰਹੇ ਨੇ, ਉਪਦੇਸ਼ ਦੇ ਰਹੇ ਨੇ, ਉਹਨਾਂ ਵਿੱਚ ਵੀ ਪਈਆਂ ਹੈਗੀਆਂ ਨੇ। ਤੇ ਉਹ ਮੈਂ ਤਾਂ ਇਹ ਕਹਿਣਾ, ਮੈਂ ਵੀ ਨਹੀਂ ਮੁੱਕਰਦਾ ਕਿ ਮੇਰੇ ਵਿੱਚ ਵੀ ਤੁਹਾਨੂੰ ਕ੍ਰਿਟਿਸਿਜ਼ਮ ਮਿਲਿਆ, ਤੁਸੀਂ ਐਕਸੈਪਟ, ਤੁਸੀਂ ਆਪੇ ਇਹ ਗੱਲ ਨੂੰ ਸ਼ੁਰੂ ਕਰ ਲਿਆ। ਮੈਂ ਵੈਸੇ ਇਹਦੇ ਤੇ ਆਉਣਾ ਹੀ ਸੀ, ਮੇਰਾ ਅਗਲਾ ਸਵਾਲ ਸੀ ਇਹ ਕਿ ਤੁਸੀਂ ਬਹੁਤ ਇੱਕ ਸਟਰੋਂਗ ਐਂਡ ਬਹੁਤ ਕ੍ਰਿਟੀਕਲੀ ਇੱਕ ਐਪਰੀਸ਼ੀਏਟ ਵੀ ਕੀਤਾ ਤੁਸੀਂ ਸਿੱਧੂ ਮੂਸੇਵਾਲੇ ਨੂੰ। ਇਹ ਨਹੀਂ ਕਿ ਉਹਦੇ ਬਾਰੇ ਤੁਸੀਂ ਕੋਈ ਸ਼ਮਾੜਾ ਲਿਖਿਆ, ਤੁਸੀਂ ਉਹਨੂੰ ਐਪਰੀਸ਼ੀਏਟ ਵੀ ਕੀਤਾ ਔਰ ਉਹਦੀ ਜਿਹੜੀ ਗਾਇਕੀ ਹੈ ਉਹਨੂੰ ਤੁਸੀਂ ਆਪਣੀ ਸਮਝ ਦੇ ਨਾਲ ਐਨਾਲਿਸਿਸ ਕੀਤਾ, ਜਿਹੜਾ ਕਾਫੀ ਹੱਦ ਤੱਕ ਸਹੀ ਲੱਗਦਾ। ਸਰਟਨ ਜੀ ਗੱਲ ਹੈ ਜੀ, ਕ੍ਰਿਟਿਸਿਜ਼ਮ ਤਾਂ ਪੰਜਾਬ 'ਚ ਮਿਲਣਾ ਹੀ ਸੀ। ਇਹ ਸਵਾਗਤ ਕਰਨ ਦਾ ਇੱਕ ਨਵਾਂ ਢੰਗ ਹੈ। ਸੋ ਉਹ ਕ੍ਰਿਟਿਸਿਜ਼ਮ ਤੁਹਾਨੂੰ ਇਹਦੇ ਚੋਂ ਕੀ ਮਿਲਿਆ? ਔਰ ਕ੍ਰਿਟਿਸਿਜ਼ਮ ਮੋਸਟ ਵੈਲਕਮ ਹੋਣਾ ਵੀ ਚਾਹੀਦਾ, ਕਿਉਂਕਿ ਕ੍ਰਿਟਿਸਿਜ਼ਮ ਚੋਂ ਹੀ ਅੱਗੇ ਨਿਖਾਰ ਆਉਂਦਾ। ਮੈਂ ਚਾਹੁੰਦਾ ਸੀਗਾ ਕਿ ਮੈਨੂੰ ਆਲੋਚਨਾ ਮਿਲੇ ਵਧੀਆ, ਜਿਹਦੇ ਵਿੱਚ ਮੈਨੂੰ ਵੀ ਪਤਾ ਲੱਗੇ ਮੇਰੀ ਲਿਖਤ ਬਾਰੇ, ਪਰ ਉਹਨਾਂ ਆਲੋਚਨਾ ਨਹੀਂ ਮਿਲੀ ਹੈਗੀ। ਅਸਲ ਵਿੱਚ ਬਹੁਤਿਆਂ ਨੇ ਤਾਂ ਲੇਖ ਹੀ ਨਹੀਂ ਪੜ੍ਹਿਆ ਹੈਗਾ। ਹੁਣ 1-2 ਫੇਸਬੁੱਕ ਗਰੁੱਪ ਨੇ ਜਿਹੜੇ ਆਪਣੇ ਆਪ ਨੂੰ ਕਾਫੀ ਰੈਡੀਕਲ ਸਿੱਖ ਕਹਿੰਦੇ ਹੈਗੇ ਨੇ, ਖਾਲਿਸਤਾਨ ਪੱਖੀ ਕਹਿੰਦੇ ਨੇ, ਪਤਾ ਨਹੀਂ ਹੈ ਕੀ ਆ। ਕਈ ਵਾਰ ਤਾਂ ਉਹਨਾਂ ਦੀ ਗੱਲਾਂ ਬੀਜੇਪੀ ਨੂੰ ਫੋਲੋ ਕਰਦੀਆਂ ਨਜ਼ਰ ਆਉਂਦੀਆਂ ਨੇ, ਵੀ ਉਹ ਬੀਜੇਪੀ ਨੂੰ ਆਸਰਾ ਦੇ ਰਹੇ ਨੇ, ਊਰਜਾ ਦੇ ਰਹੇ ਨੇ। ਜਦੋਂ ਮੋਦੀ ਪੰਜਾਬ 'ਚ ਆਇਆ ਸੀਗਾ, ਉਦੋਂ ਉਹਨਾਂ ਨੇ ਕਿਹਾ ਕਿ ਅਸੀਂ ਮੋਦੀ ਦਾ ਕਿਉਂ ਵਿਰੋਧ ਕਰੀਏ, ਮੋਦੀ ਕਿਹੜਾ ਕੋਈ ਜ਼ਾਲਮ ਸ਼ਾਸਕ ਹੈਗਾ। ਇੱਥੋਂ ਤੱਕ ਵੀ ਉਹਨਾਂ ਨੇ ਲਿਖਿਆ ਸੀ, ਉਹਨੇ ਇੱਕ ਉਦਾਹਰਨ ਦਿੱਤੀ ਸੀ ਵੀ ਅਸੀਂ ਮੋਦੀ ਦਾ ਕਿਉਂ ਵਿਰੋਧ ਕਰੀਏ, ਮੋਦੀ ਕਿਹੜਾ ਇਤਿਹਾਸ ਦੇ ਕਿਸੇ ਕਰੈਕਟਰ ਦਾ ਜ਼ਿਕਰ ਕੀਤਾ ਸੀ ਜਿਹੜਾ ਜ਼ਾਲਮ ਸੀਗਾ, ਵੀ ਮੋਦੀ ਕਿਹੜਾ ਉਹ ਹੈਗਾ। ਜਾਂ ਫਿਰ ਸਮੇਂ ਉੱਤੇ ਉਹਨਾਂ ਦੀ ਜਿਹੜੀ ਕਿਸਾਨ ਅੰਦੋਲਨ ਵੇਲੇ ਉਹਨਾਂ ਦਾ ਕਰੈਕਟਰ ਸਰਕਾਰ ਪੱਖੀ ਨਜ਼ਰ ਆਇਆ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਟਾਈਟਲ ਪੜ੍ਹ ਕੇ ਨਾ ਲੰਮਾ ਸਾਰਾ ਲਿਖ ਦਿੱਤੀ। ਮੈਂ ਉਦੋਂ ਸਿਰਫ ਹੈਡਿੰਗ ਪੜ੍ਹ ਕੇ ਜਿਹੜਾ ਹੈਗਾ, ਉਹਨਾਂ ਨੂੰ ਹੈਡਿੰਗ ਹੀ ਇੰਨਾ ਚੁਭਿਆ, ਅੰਦਰ ਕੀ ਸੀ ਅੰਦਰ ਉਹਨਾਂ ਨੇ ਬਿਲਕੁਲ ਨਹੀਂ ਪੜ੍ਹਿਆ। ਇਹ ਉਹਨਾਂ ਦੀ ਲਿਖਤ ਵਿੱਚੋਂ ਦਿਖ ਰਿਹਾ ਹੈਗਾ। ਉਹਨਾਂ ਨੇ ਜਿੰਨਾ ਨਜ਼ਰਾ ਜਿਹੜਾ ਹੈਗਾ ਮੀਡੀਆ ਅਦਾਰੇ ਉੱਤੇ ਸੁੱਟ ਦਿੱਤਾ, ਉਹਦੇ ਐਡੀਟਰਸ ਉੱਤੇ ਸੁੱਟ ਦਿੱਤਾ, ਰਾਈਟਰ ਉੱਤੇ ਸੁੱਟ ਦਿੱਤਾ। ਇਸੇ ਢੰਗ ਦੇ ਨਾਲ ਹੀ ਇੱਕ ਬੰਦਾ ਹੋਰ ਸੀ, ਉਹਨੇ ਜਾ ਕੇ, ਉਹ ਵੀ ਦੀਪ ਸਿੱਧੂ ਦਾ ਹੀ ਚੇਲਾ ਸੀਗਾ, ਉਹਨੇ ਕਹਿ ਦਿੱਤਾ ਕਿ ਮੇਰੇ ਫੇਸਬੁੱਕ ਤੇ ਜਾ ਕੇ ਲਿਖਿਆ ਵੀ ਭਾਜੀ ਤੁਸੀਂ ਪਹਿਲਾਂ ਵੀ ਇੱਕ ਲੇਖ ਨਾਲ ਜਿਹੜਾ ਤੁਸੀਂ ਆਪਣੇ ਮੈਗਜ਼ੀਨ ਦਾ ਲੈਵਲ ਡਾਊਨ ਕੀਤਾ ਸੀ, ਹੁਣ ਵੀ ਡਾਊਨ ਕੀਤਾ ਹੈਗਾ, ਤੁਸੀਂ ਗੰਦ ਪਾਇਆ। ਆਪਣੀ ਫੇਸਬੁੱਕ ਤੇ ਪੁੱਛ ਰਿਹਾ ਹੈਗਾ ਦੂਜੇ ਬੰਦੇ ਨੂੰ ਕਿ ਯਾਰ ਮੈਨੂੰ ਦੱਸੀ ਕਿ ਪਹਿਲਾਂ ਕਿਹੜਾ ਲੇਖ ਸੀਗਾ ਜਿਹਦੇ ਵਿੱਚ ਨੇ ਗੰਦ ਪਾਇਆ। ਮਤਲਬ ਉਹਨੇ ਪਹਿਲਾ ਲੇਖ ਵੀ ਨਹੀਂ ਪੜ੍ਹਿਆ ਸੀਗਾ। ਮੇਰੇ ਤੇ ਤਾਂ ਲਿਖ ਕੇ ਆਇਆ ਨਾ ਵੀ ਤੁਸੀਂ ਆਪਣੇ ਪਹਿਲੇ ਲੇਖ ਵਿੱਚ ਵੀ ਗੰਦ ਪਾਇਆ।
ਤੇ ਹੁਣ ਵਾਲੇ 'ਚ ਵੀ ਗੰਦ ਪਾਇਆ ਤੇ ਆਪਣੇ ਫੇਸਬੁੱਕ ਉੱਤੇ ਕਿਸੇ ਬੰਦੇ ਨੂੰ ਪੁੱਛ ਰਿਹਾ, ਉਹ ਟੈਗ ਉਹ ਕਰਕੇ ਮੈਂਸ਼ਨ ਕਰਕੇ, ਯਾਰ ਮੈਨੂੰ ਲਿੰਕ ਭੇਜਿਓ, ਪਹਿਲਾਂ ਕਿਹੜਾ ਲਿੰਕ ਸੀ ਜਿਹਦੇ ਵਿੱਚ ਇਹਨੇ ਗੰਦ ਪਾਇਆ ਸੀ, ਤੂੰ ਮੈਨੂੰ ਦੱਸਿਆ ਸੀਗਾ ਵੀ ਇਹਨੇ ਪਹਿਲੇ 'ਚ ਗੰਦ ਪਾਇਆ। ਵੀ ਮੈਨੂੰ ਇਹ ਆਲੋਚਨਾ ਤਾਂ ਨਾ ਹੋਈ, ਇਹਦਾ ਤੁਸੀਂ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਮੰਨ ਕੇ ਚੱਲਦੇ ਹੋ ਵੀ ਇਸ ਕਿਸਮ ਦੀ ਲਿਖਤ ਲਿਖਣ ਵਾਲੇ ਨੂੰ ਅਸੀਂ ਜਿਹੜਾ ਹੈਗਾ ਚੰਗੀ ਤਰ੍ਹਾਂ ਠੋਕਣਾ ਹੈਗਾ। ਮੈਂ ਚਾਹੁੰਦਾ ਵੀ ਉਹਨੂੰ ਪੜ੍ਹੋ, ਪੜ੍ਹ ਕੇ ਉਹਦੇ ਵਿੱਚ ਬਹੁਤ ਗਲਤੀਆਂ ਹੋ ਸਕਦੀਆਂ ਨੇ, ਮੈਂ ਇਨਸਾਨ ਆ, ਮੇਰੀ ਬੁੱਧੀ ਦੀ ਸੀਮਤਾਈ ਵੀ ਹੈ ਤੇ ਕੁਝ ਏਦਾਂ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਕੋਲ ਚੰਗੀਆਂ ਹੋ ਸਕਦੀਆਂ ਨੇ, ਮੈਂ ਚਾਹੂੰਗਾ ਕਿ ਤੁਸੀਂ ਉਹਦੇ ਵੱਲ ਧਿਆਨ ਦਿਵਾਓ। ਜਾਂ ਫਿਰ ਕਿਸੇ ਨੇ ਕਹਿ ਦਿੱਤਾ ਵੀ ਇਹ ਤਕਨੀਕ ਪੱਖੋਂ ਬਹੁਤ ਮਾੜਾ, ਮੈਂ ਕਿਹਾ ਵੀ ਮੈਨੂੰ ਸਮਝਾ ਦਿਓ ਤਕਨੀਕ ਪੱਖੋਂ ਕਿਹੜਾ ਮਾੜਾ, ਕਿਉਂਕਿ ਐਕਚੁਅਲੀ ਜਿਹੜੇ ਮੀਡੀਆਦਾਰ ਲਈ ਮੈਂ ਲਿਖਦਾ ਨਾ, ਉਹ ਤਾਂ ਤਕਨੀਕ ਉੱਤੇ ਤਾਂ ਬਹੁਤ ਜ਼ੋਰ ਦਿੱਤਾ ਜਾਂਦਾ, ਤਕਨੀਕ ਉੱਤੇ। ਜੇ ਉਹ ਮਤਲਬ ਤਕਨੀਕ ਰਾਈਟਰ ਦੀ ਮਾੜੀ ਵੀ ਹੁੰਦੀ ਹੈ ਨਾ, ਉਹ ਆਪ ਉਹਨੂੰ ਪੋਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਾਂ ਫਿਰ ਰਾਈਟਰ ਨੂੰ ਕਹਿੰਦੇ ਨੇ ਕਿ ਇਹਨੂੰ ਐਂ ਕਰ ਐਂ ਕਰ ਐਂ ਕਰ, ਕਿਉਂਕਿ ਉਹ ਰਾਈਟਰ ਜਿਹੜਾ ਕੈਰਵਾਨ ਹੈ, ਕੈਰਵਾਨ ਦੇ ਵਿੱਚ ਨਾ ਥੋੜਾ ਜਰਨਲਿਸਟ ਤੋਂ ਕਾਫੀ ਮਿਹਨਤ ਕਰਵਾਈ ਜਾਂਦੀ ਹੈਗੀ ਆ, ਮਤਲਬ ਉਹ ਇਦਾਂ ਹੀ ਉਹਦੀ ਲਿਖਤ ਉਹ ਨਹੀਂ ਪਬਲਿਸ਼ ਹੋ ਜਾਂਦੀ ਹੈਗੀ। ਫਿਰ ਮੈਨੂੰ ਉਹ ਫਿਰ ਦੱਸਿਆ ਵੀ ਨਹੀਂ ਜਾਂਦਾ ਹੈਗਾ, ਸਿਰਫ ਜਾਂ ਫਿਰ ਗਾਲਾਂ, ਇਹ ਤੂੰ ਤਾਂ ਜੀ ਰਾਸ਼ਟਰਵਾਦੀ ਹੋ ਗਿਆ, ਪਤਾ ਨਹੀਂ ਇਹ ਕੀ ਹੁੰਦਾ, ਤੇ ਤੂੰ ਤਾਂ ਜੀ ਪੰਥ ਵਿਰੋਧੀ ਹੋ ਗਿਆ, ਮੈਨੂੰ ਨਹੀਂ ਪਤਾ ਕੀ ਹੁੰਦਾ, ਇਹ ਕੀ ਹੁੰਦਾ ਹੈ, ਤੂੰ ਤਾਂ ਜੀ ਦੱਲਾ ਹੈਗਾ, ਇਹ ਕੀ ਹੁੰਦਾ। ਤੇ ਤੁਸੀਂ, ਮੈਂ ਕਿਹਾ ਮੈਂ ਇੱਕ ਨੂੰ ਤਾਂ ਪੁੱਛ ਵੀ ਲਿਆ ਸੀਗਾ, ਮੈਨੂੰ ਪਰਸਨਲ ਕਮੈਂਟ ਕਰਕੇ ਆਇਆ ਸੀਗਾ ਕਿ ਤੂੰ ਚੰਗੇ ਭਲੇ ਬੰਦੇ ਦਾ ਨਾਸ਼ ਮਾਰ ਦਿੱਤਾ, ਤੂੰ ਪੰਥ ਵਿਰੋਧੀ ਫਲਾਨਾ। ਮੈਂ ਕਿਹਾ ਭਰਾ ਇਹਨੂੰ ਸਾਰੇ ਨੂੰ ਤੂੰ ਪੜ੍ਹਿਆ, ਮੈਂ ਕਿਉਂ ਪੜ੍ਹਾਂ, ਮੈਨੂੰ ਪਤਾ ਹੀ ਇਦਾਂ ਦਾ ਹੀ ਹੋਊਗਾ। ਮੈਂ ਕਿਹਾ ਅੱਛਾ, ਮੈਂ ਤੂੰ ਪੜ੍ਹ ਲਾ, ਤੈਨੂੰ ਜਿਹੜੀ ਜਿਹੜੀ ਗੱਲ ਲੱਗੀ ਕਿ ਮੈਂ ਇਹਦੇ ਵਿੱਚ ਦੱਲਾਗਿਰੀ ਕੀਤੀ ਆ, ਇਹਦੇ ਵਿੱਚ ਮੈਂ ਪੰਥ ਵਿਰੋਧੀ ਗੱਲ ਕੀਤੀ, ਉਹ ਮੈਨੂੰ ਸਮਝਾ ਦੇ, ਮੈਂ ਕਿਉਂ ਪੜ੍ਹਾਂ ਇਹਨੂੰ। ਇਹ ਤਾਂ ਨਾਲੇ ਦੂਜੀ ਗੱਲ ਇੱਕ ਹੋਰ ਵੀ ਸੀ ਆਪਣਾ ਮਨਵੀਰ, ਇਹ ਲੇਖ ਨੂੰ ਨਾ ਆਨਲਾਈਨ ਤੁਸੀਂ ਉਹੀ ਪੜ੍ਹ ਸਕਦਾ ਜਿਹਨੇ ਸਬਸਕ੍ਰਿਪਸ਼ਨ ਕੀਤੀ ਹੋਈ ਸੀ, ਸਬਸਕ੍ਰਿਪਸ਼ਨ ਲਈ ਹੋਈ, ਉਹਨੇ ਨਹੀਂ ਕੀਤੀ ਨਹੀਂ ਹੋਈ ਹੈਗੀ, ਕਿਉਂਕਿ ਪੰਜਾਬੀ ਫ੍ਰੀ ਚ ਪੜ੍ਹਦੇ ਨਹੀਂ, ਗਾਲਾਂ ਫ੍ਰੀ ਚ ਕੱਢ ਦਿੰਦੇ ਨੇ ਉਹ, ਤੇ ਜਾਂ ਫਿਰ ਹਾਰਡ ਕਾਪੀ ਖਰੀਦ ਕੇ ਪੜ੍ਹਨੀ ਹੁੰਦੀ ਆ। ਤੇ ਲੇਕਿਨ ਇਹਦੇ ਵਿੱਚ ਮੈਂ ਦੇਖਿਆ ਕਿ ਬਹੁਤਿਆਂ ਨੇ 99% ਲੋਕਾਂ ਨੇ ਲੇਖ ਨਹੀਂ ਪੜ੍ਹਿਆ ਸੀਗਾ ਜਿਹੜੇ ਗਾਲਾਂ ਕੱਢ ਰਹੇ ਸੀ। ਗਾਲਾਂ ਕੱਢਣ ਵਾਲਿਆਂ ਚੋਂ 99% ਨੇ ਨਹੀਂ ਪੜ੍ਹਿਆ ਹੋਇਆ ਸੀਗਾ। ਇਹ ਮਤਲਬ ਮੈਂ ਜਿੰਨਾ ਮੈਨੂੰ ਅਕਲ ਹੈਗੀ ਆ ਵੀ ਮੈਂ ਵੀ ਪੱਤਰਕਾਰੀ ਚ ਵਿਚਰਦਾ, ਵੀ ਕਿਹੜੇ ਪਾਠਕ ਨੇ ਪੜ੍ਹਿਆ ਕਿਹੜੇ ਨੇ ਨਹੀਂ ਪੜ੍ਹਿਆ, ਉਹ ਪਤਾ ਲੱਗ ਜਾਂਦਾ ਜੀ। ਇੱਕ ਤਾਂ ਬਹੁਤ ਵੱਡਾ ਲੇਖ ਸੀ, ਇਹਨੂੰ ਪੜ੍ਹਨ ਦੇ ਲਈ 2 ਦਿਨ ਤਾਂ ਲੱਗਣੇ ਸੀ, ਸੋ ਇੰਨਾ ਸਮਾਂ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਲਾਇਆ ਹੋਏਗਾ। ਮੇਰਾ ਉਹਦੇ ਤੇ ਨਾ ਫਟਾਫਟ ਕਮੈਂਟ ਕਰਨ ਨੂੰ ਜ਼ੋਰ ਦਿੱਤਾ ਜਾਂਦਾ, ਪੜ੍ਹਨ ਪੁੜਨ ਵਾਲਾ ਮਾਮਲਾ, ਸੋਚਣ ਵਾਲਾ ਮਾਮਲਾ ਬਹੁਤ ਪਿੱਛੇ। ਇਦਾਂ ਦੇ ਕਮੈਂਟਸ ਸਾਨੂੰ ਵੀ ਸਾਹਮਣਾ ਕਰਨਾ ਪੈਂਦਾ ਇਹਨਾਂ ਕਮੈਂਟਸ ਦਾ, ਪਰ ਫਿਰ ਮੈਂ ਸੋਚਦੀ ਹੁੰਨੀ ਹੈ ਕਿ ਸ਼ਾਇਦ ਇਹਨਾਂ ਲੋਕਾਂ ਦੇ ਅਗਰ ਵਿਚਾਰ ਆਪਣੇ ਸਾਹਮਣੇ ਆ ਰਹੇ ਨੇ ਇਦਾਂ ਦੇ, ਤਾਂ ਆਪਾਂ ਨੂੰ ਫਿਰ ਹੋਰ ਮੋਟੀਵੇਟ ਹੋਣ ਦੀ ਲੋੜ ਹੈ ਕਿ ਐਵੇਂ ਦੇ ਆਰਟੀਕਲਸ ਹੋਰ ਆਉਣ, ਇਦਾਂ ਦੀਆਂ ਵੀਡੀਓਜ਼ ਹੋਰ ਆਉਣ, ਤਾਂ ਕਿ ਇਸ ਇਸ਼ੂ ਨੂੰ ਸੋਲਵ ਕੀਤਾ ਜਾ ਸਕੇ। ਔਰ ਲੋਕ ਵੀ ਕਮੈਂਟ ਕਰਕੇ ਥੋੜਾ ਪ੍ਰਾਊਡ ਫੀਲ ਕਰਦੇ ਨੇ ਕਿ ਦੇ ਆਰ ਟ੍ਰਾਈਂਗ ਟੂ ਬੀਇੰਗ ਦੇ ਆਰ ਟ੍ਰਾਈਂਗ ਟੂ ਬਿਕਮ ਦਾ ਪਾਰਟ ਆਫ ਮੇਨ ਸਟ੍ਰੀਮ, ਉਹ ਕਿਤੇ ਆ ਰਹੇ ਨੇ। ਲੇਕਿਨ ਆਖਰੀ ਸਵਾਲ ਸ਼ਿਵਿੰਦਰ ਜੀ ਤੁਹਾਡੇ ਵੱਲ, ਉਹ ਮੇਰਾ ਪੋਲੀਟੀਕਲ ਸਵਾਲ ਹੈ। ਸ਼ਿਵਿੰਦਰ ਜੀ, ਦੀਪ ਸਿੱਧੂ ਨੂੰ ਵੀ ਹੀਰੋ ਬਣਾਇਆ ਗਿਆ, ਔਰ ਸਿੱਧੂ ਮੂਸੇਵਾਲਾ ਚਾਹੇ ਕਾਂਗਰਸ ਪਾਰਟੀ 'ਚ ਸੀ, ਉਹਨੇ ਪੰਜਾਬ ਨਾਮ ਦਾ ਗਾਣਾ ਗਾਇਆ ਜਿਹਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਬਾਰੇ ਉਹਨੇ ਪੂਰਾ ਫਿਲਮਾਂਕਨ ਵੀ ਕੀਤਾ, ਗਾਣਾ ਗਾਇਆ। ਕਾਂਗਰਸ ਪਾਰਟੀ ਦਾ ਬੰਦਾ ਸੀ, ਕਾਂਗਰਸ ਪਾਰਟੀ 'ਚ ਰਹਿੰਦੇ ਉਹ ਸਿਮਰਨਜੀਤ ਮਾਨ ਨੂੰ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ, ਇੱਕ ਗਾਣੇ ਦੇ ਵਿੱਚ ਵੀ ਉਹਨਾਂ ਨੇ ਸਿਮਰਨਜੀਤ ਮਾਨ ਦਾ ਜ਼ਿਕਰ ਕੀਤਾ। ਔਰ ਲੇਕਿਨ ਬਾਅਦ ਵਿੱਚ ਇਹਨੂੰ ਇਹ ਕਹਿ ਦੇਣਾ ਕਿ ਉਹ ਪੰਥਕ ਸੀ, ਸਿੱਧੂ ਮੂਸੇਵਾਲਾ ਇੱਕ ਪੰਥਕ ਸੀ, ਉਹਦਾ ਇੱਕ ਪੰਥਕ ਸਾਡਾ ਹੀਰੋ ਸੀ। ਇਸੇ ਤਰ੍ਹਾਂ ਦੀਪ ਸਿੱਧੂ ਦੇ ਨਾਲ ਵੀ ਜਿੱਦਾਂ ਉਹਨੂੰ ਮੈਨੂਫੈਕਚਰ ਕੀਤਾ ਇੱਕ ਫੈਕਟਰੀ ਦੇ ਵਿੱਚ, ਉਹ ਆਪਾਂ ਦੇਖਿਆ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਹ ਰੈਡੀਕਲ ਆਈਡੀਆ ਆਫ ਖਾਲਿਸਤਾਨ ਦੇ ਵਿੱਚ ਡਿਸਮੈਂਟਲਡ ਪੋਲਿਟਿਕਸ ਅੱਜ ਵੀ ਬਚੀ ਹੋਈ ਹੈ, ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਏਦਾਂ ਦੇ ਹੀਰੋਜ਼ ਅਗਰ ਲੱਭ ਲੈਣਗੇ ਜਾਂ 2-4 ਹੋਰ ਮੈਨੂਫੈਕਚਰ ਕਰ ਲੈਣਗੇ, ਇਹਨਾਂ ਨੂੰ ਕੋਈ ਪੋਲੀਟੀਕਲ ਫਾਇਦਾ ਹੋਏਗਾ? ਇਹ ਨਾ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਪੂਰੀ ਤਰ੍ਹਾਂ ਖਾਲਿਸਤਾਨੀ ਕਹਿੰਦੇ ਹੋਏ ਵੀ ਥੋੜਾ ਜਿਹਾ ਮੈਂ ਡਾਊਟ ਕਰਦਾ। ਉਹਦਾ ਕਾਰਨ ਪਤਾ ਕੀ ਹੈ, ਕਿਉਂਕਿ ਬਹੁਤ ਸਾਰੇ ਖਾਲਿਸਤਾਨੀਆਂ ਨਾਲ ਵੀ ਜਦੋਂ ਮੇਰੀ ਗੱਲ ਹੁੰਦੀ ਹੈ, ਉਹ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਹੈਗੇ, ਇਹਨਾਂ ਦੋਹਾਂ ਕਰੈਕਟਰਾਂ ਨੂੰ। ਉਹ ਕਹਿੰਦੇ ਵੀ ਸਾਡੇ ਵਿਚਾਰ ਇਹਨਾਂ ਨਾਲ ਮਿਲਦੇ ਨਹੀਂ ਹੈਗੇ, ਬਲਕਿ ਇਹਨਾਂ ਨੂੰ ਉਹ ਲੋਕ ਹੀਰੋ ਮੰਨ ਰਹੇ ਜਾਂ ਇਹਨਾਂ ਨੂੰ ਉਹ ਲੋਕ ਚੜ੍ਹਾਈ ਕਰ ਰਹੇ ਨੇ ਇਹਨਾਂ ਨੂੰ, ਜਿਹੜੇ ਕਿ ਕਿਤੇ ਨਾ ਕਿਤੇ ਨਾ ਜਿਵੇਂ ਸਿੱਖ ਕੌਕਸ ਕਿਤਾਬ ਆਈ ਸੀ ਪੀਟਰ ਫਰੈਡਰਿਕ ਦੀ, ਉਹਨੇ ਮੈਂਸ਼ਨ ਕੀਤਾ ਵੀ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਤੱਤੇ ਨਾਰੇ ਦਿੰਦੇ ਨੇ ਪਰ ਉਹ ਸਟੇਟ ਏਜੰਸੀਆਂ ਦੇ ਹੱਥਾਂ 'ਚ ਖੇਡਦੇ ਹੈਗੇ। ਸੋ ਇੱਕ ਤਾਂ ਇਸ ਕਿਸਮ ਦੇ ਲੋਕ ਹੈਗੇ ਨੇ। ਸਮੇਂ ਉੱਤੇ ਇਹ ਜਦੋਂ ਮੁਸਲਮਾਨ ਵਿਰੋਧੀ ਪ੍ਰਵਚਨ ਰਚਦੇ ਹੈਗੇ ਨੇ, ਇਹ ਉਹ ਬੰਦੇ, ਉਹਨਾਂ 'ਚ ਉਹ ਵੀ ਬੰਦੇ ਨੇ ਜਦੋਂ ਸੈਂਟਰ 'ਚ ਰਾਜ ਕਰਨ ਵਾਲੀ ਪਾਰਟੀ ਘੱਟ ਗਿਣਤੀ ਮੁਸਲਮਾਨ ਜਿਹੜੀ ਭਾਰਤ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਘੱਟ ਗਿਣਤੀ ਉਹਨੂੰ ਟਾਰਗੇਟ ਕਰ ਰਹੀ ਹੈ, ਇਹ ਬੰਦੇ ਉਹਨਾਂ ਨਾਲ ਖੜ ਜਾਂਦੇ ਹੈਗੇ ਨੇ ਗੱਲਾਂ 'ਚ। ਚਾਹੇ ਪੰਜਾਬ 'ਚ ਵੀ 1-2 ਵਾਕੇ ਹੋਏ ਨੇ,
ਜਿਹਦੇ ਵਿੱਚ ਆਪਣੇ ਇੱਥੇ ਦਵਾ ਮਾਝੇ ਦੇ ਵਿੱਚ ਜਦੋਂ ਇੱਕ ਅਮਾਨਤਪੁਰ ਵਾਲਾ ਮਾਮਲਾ ਆਇਆ, ਜਦੋਂ ਇਦਾਂ ਦਾ ਨਾਲ ਜਿਹੜੇ ਹੈਗੇ ਗੁੱਜਰਾਂ ਨਾਲ ਲੜਾਈ ਹੋਈ, ਉਦੋਂ ਇਹਨਾਂ ਨੇ ਪੂਰਾ ਰੱਜ ਕੇ ਜਿਹੜਾ ਹੈਗਾ ਗੰਦ ਪਾਇਆ। ਸਮੇਂ ਸਮੇਂ ਉੱਤੇ ਇਹ ਇਸ ਕਿਸਮ ਦੇ ਲੋਕ ਹੈ, ਇੱਕ ਤਾਂ ਮੈਨੂੰ ਉਹਨਾਂ ਦੇ ਕਰੈਕਟਰ ਉੱਤੇ ਸ਼ੱਕ ਹੈ, ਦੂਜੀ ਗੱਲ ਕਿ ਇਹੋ ਜਿਹੇ ਲੋਕਾਂ ਦੀ ਪ੍ਰੋਬਲਮ ਇਹ ਹੈਗੀ ਆ ਕਿਉਂਕਿ ਇਹਨਾਂ ਨੂੰ ਫਿਰ ਵਿਚਲੀ ਪੰਥਕ ਕੁਝ ਬੰਦਿਆਂ ਨੇ, ਜਿਵੇਂ ਅਕਾਲ ਤਖਤ ਦੇ ਜਥੇਦਾਰ ਨੇ ਵੀ ਸਿੱਧੂ ਮੂਸੇਵਾਲੇ ਦੀ ਸਿਫਤ ਕੀਤੀ ਸੀ, ਦੀਪ ਸਿੱਧੂ ਦੀ ਸਿਫਤ ਵੀ ਕੁਝ ਧਾਰਮਿਕ ਲੀਡਰਾਂ ਨੇ ਕੀਤੀ ਆ। ਫਿਰ ਇਹ ਬੰਦੇ ਨਾ ਜਿਹੜੇ ਪੰਥਕ ਲੀਡਰ ਨੇ ਉਹ ਇਹਨਾਂ ਮਗਰ ਲੱਗ ਜਾਂਦੇ ਨੇ, ਜਿਹੜੇ ਰੈਡੀਕਲ ਸੋ ਕਾਲਡ ਜੋ ਆਪਣੇ ਆਪ ਨੂੰ ਕਹਾਉਂਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਤੱਤੇ ਨੇ, ਚਲੋ ਇੱਧਰ ਉਹ ਵੀ ਆਪਣਾ ਫਾਇਦਾ ਦੇਖਦੇ ਨੇ। ਪਰ ਵੱਡੀ ਚੀਜ਼ ਕੀ ਆ ਕਿ ਮੈਨੂੰ ਲੱਗਦਾ ਜਿਹੜਾ ਪੰਥਕ ਤੇ ਖਾਲਿਸਤਾਨੀ ਜਿਹੜੇ ਕਹਾਉਂਦੇ ਨੇ ਉਹ ਆਪਣੀ ਸੋਚ ਵਰਗਾ ਹੀਰੋ ਨੌਜਵਾਨਾਂ ਚੋਂ ਪੈਦਾ ਨਹੀਂ ਕਰ ਸਕੇ। ਇਹ ਉਹਨਾਂ ਦੀ ਵੱਡੀ ਪ੍ਰੋਬਲਮ ਹੈ। ਇਸ ਕਰਕੇ ਉਹ ਮੰਡੀ ਦੇ ਸਿਰਜੇ ਹੋਏ ਜਿਹੜੇ ਹੀਰੋ ਨੇ ਉਹਨਾਂ ਨੂੰ ਹੀਰੋ ਬਣਾ ਕੇ, ਪੰਥਕ ਹੀਰੋ ਬਣਾ ਕੇ ਪੇਸ਼ ਕਰਦੇ ਨੇ। ਪ੍ਰੋਬਲਮ ਇਹਨਾਂ ਦੀ ਇਹ ਕਿ 6 ਮਹੀਨੇ ਤੱਕ ਹੀ ਇਹਨਾਂ ਦੇ ਹੀਰੋ ਹੁੰਦੇ ਨੇ, ਤੇ 6 ਮਹੀਨੇ ਤੱਕ ਇਹਨਾਂ ਨੂੰ ਦੀਪ ਸਿੱਧੂ ਚੰਗਾ ਲੱਗਦਾ, ਉਸ ਤੋਂ ਬਾਅਦ ਵਿੱਚ ਫਿਰ ਮੂਸੇਵਾਲਾ ਆ ਗਿਆ, ਫਿਰ 6 ਮਹੀਨੇ ਬਾਅਦ ਕੋਈ ਨਵਾਂ ਹੀਰੋ ਲੱਭਦੇ ਹੈਗੇ ਨੇ। ਆਹੀ ਇਹਦੇ ਵਿੱਚੋਂ ਮਿਲਦਾ, ਕਿਉਂਕਿ ਜਦੋਂ ਧਰਮ ਹੀ ਅੱਜ ਕੱਲ ਮਨਵੀਰ ਜਿਹਨੂੰ ਕਹਿੰਦੇ ਆ ਧਾਰਮਿਕ ਲੀਡਰ ਹੀ ਜਿਹੜਾ ਉਪਭੋਗਤਾ ਕਲਚਰ ਦੇ ਸ਼ਿਕਾਰ ਹੋਏ ਨੇ, ਫਿਰ ਉਹ ਇਹੋ ਜਿਹੇ ਹੀਰੋ ਹੀ ਲੱਭਣਗੇ। ਪਰ ਗੱਲ ਤੁਸੀਂ ਬਹੁਤ ਦਮਦਾਰ ਕਹੀ ਕਿ ਆਪਣੀ ਵਿਚਾਰਧਾਰਾ ਦੇ ਨਾਲ ਤਾਂ ਇਹ ਕੋਈ ਵੀ ਨੌਜਵਾਨ ਹੀਰੋ ਪੈਦਾ ਹੀ ਨਹੀਂ ਕਰ ਸਕੇ। ਸਿਰਫ ਔਰ ਸਿਰਫ ਜਿਹੜੇ ਮੈਨੂਫੈਕਚਰਡ ਇੰਡਸਟਰੀ ਦੇ, ਖਪਤਕਾਰ ਇੰਡਸਟਰੀ ਦੇ ਹੀਰੋ ਨੇ, ਦੀਪ ਸਿੱਧੂ ਹੋ ਗਿਆ, ਸਿੱਧੂ ਮੂਸੇਵਾਲਾ, ਇਹਨੂੰ ਹੀ ਨੌਜਵਾਨੀ ਤੇ ਪੰਥਕ ਕਹਿ ਕੇ ਥੋਪਣ ਦੀ ਕੋਸ਼ਿਸ਼ ਹੈ। ਸਿੱਧੂ ਮੂਸੇਵਾਲਾ ਕੇਸਧਾਰੀ ਸੀਗਾ, ਉਹ ਪੱਗ ਬੰਨਦਾ ਸੀ, ਦਸਤਾਰ ਸਜਾਉਂਦਾ ਸੀ। ਉਹਦਾ ਇੱਕ ਬਹੁਤ ਉਹਦੀ ਡੈਥ ਤੇ ਭਾਵੁਕ ਕਰਨ ਵਾਲਾ ਸੀਨ ਸੀ ਜਦੋਂ ਉਹਦੇ ਮੰਮਾ ਉਹਦਾ ਜੂੜਾ ਕਰਦੇ ਨੇ, ਔਰ ਉਹਦਾ ਜਦੋਂ ਅਖੰਡ ਪਾਠ ਦਾ ਜਦੋਂ ਭੋਗ ਪੈਂਦਾ ਤਾਂ ਉਸ ਸਮੇਂ ਵੀ ਆਪਣੇ SGPC ਨੇ, ਆਪਣੇ ਪ੍ਰਧਾਨਾਂ ਨੇ, ਜਥੇਦਾਰਾਂ ਨੇ ਕੰਟਰੋਲ ਸੌਟ ਆਫ ਕਰਨ ਦੀ ਕੋਸ਼ਿਸ਼ ਕੀਤੀ ਆ। ਫਿਰ ਉੱਥੇ ਵੀ ਇੱਕ ਨਜ਼ਰ ਆਉਂਦਾ ਹੈ ਕਿ ਨਾਟ ਓਨਲੀ ਇੱਕ ਥੋੜੀ ਰੈਡੀਕਲ ਫ੍ਰਿੰਜ ਸੋਚ ਰੱਖਣ ਵਾਲੇ ਪੰਥਕ ਪਾਰਟੀਆਂ, ਇਨਫੈਕਟ ਸਾਡੀਆਂ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਆ ਪੰਥਕ ਦੀਆਂ, ਉਹ ਵੀ ਕਿਤੇ ਨਾ ਕਿਤੇ ਏਦਾਂ ਦੇ ਹੀਰੋਜ਼ ਜਿਹੜੇ ਆ ਉਹਨਾਂ ਨੂੰ ਪੇਸ਼ ਕਰਨਾ ਚਾਹੁੰਦੇ ਆ। ਦੇਖੋ ਜੀ, ਸਿੱਧੂ ਮੂਸੇਵਾਲੇ ਨੇ ਵਾਲ ਰੱਖੇ ਹੋਏ ਸੀ, ਕੇਸਧਾਰੀ ਸੀ, ਉਹ ਕੇਸਧਾਰੀ ਸੀ ਆਪਣੇ ਪਰਿਵਾਰਿਕ ਵੈਲਿਊ ਸਿੱਖੀ ਕਰਕੇ, ਜਿੱਦਾਂ ਉਹਦਾ ਪਾਲਣ ਪੋਸ਼ਣ ਹੋਇਆ, ਜੋ ਉਹਦੀ ਸੋਚ ਸੀ। ਪਰ ਸਿੱਧੂ ਮੂਸੇਵਾਲੇ ਤੇ ਮਾਫੀ ਵੀ ਮੰਗਾਈ ਗਈ ਸੀ ਅਕਾਲ ਤਖਤ ਸਾਹਿਬ ਤੋਂ, ਉਹਨੇ ਲਿਖ ਕੇ ਮਾਫੀ ਦਿੱਤੀ ਸੀ। ਪਰ ਜਿਸ ਤਰ੍ਹਾਂ ਦਾ ਸ਼ਿਵਿੰਦਰ ਜੀ ਸਿੱਧੂ ਮੂਸੇਵਾਲੇ ਦਾ ਉਹ ਗੀਤ ਸੀ, ਮਾਈ ਭਾਗੋ ਦੀ ਤਸੀਰ ਵਰਗੀ, ਉਹ ਇੱਕ ਬਹੁਤ ਉਮਦਾ ਗਾਣਾ ਲੱਗਾ। ਐਜ਼ ਏ ਮੈਂ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਨ ਵਾਲੀ ਹੋ ਕੇ ਮੈਂ ਕਹਿ ਸਕਦੀ ਹਾਂ ਕਿ ਇੱਕ ਬਹੁਤ ਉਮਦਾ ਗਾਣਾ ਸੀ। ਉਸ ਗਾਣੇ ਦਾ ਤੁਸੀਂ ਇਹਦੇ 'ਚ ਜ਼ਿਕਰ ਨਹੀਂ ਲੈ ਕੇ ਆਂਦਾ, ਮਾਈ ਭਾਗੋ ਦੀ ਤਸੀਰ। ਮੈਂ ਲਿਆਂਦਾ ਸੀ, ਉਹ ਸ਼ਾਇਦ ਤੁਸੀਂ ਤੁਹਾਡੀ ਨਿਗਾਹ 'ਚ ਰਹਿ ਗਿਆ ਹੋਣਾ। ਮੈਂ ਜ਼ਿਕਰ ਕੀਤਾ ਸੀ ਵੀ ਉਹ ਗਾਣੇ ਕਰਕੇ ਵਿਵਾਦ ਦਾ ਕਾਰਨ ਵੀ ਬਣਿਆ, ਜਿਹਦੇ ਕਰਕੇ ਉਹਨੇ ਫਿਰ ਆਪਣੇ ਨਾ ਜਿਹੜਾ ਉਹਦਾ ਗਾਣਾ ਸੀਗਾ ਜਿਹਨੂੰ 295 ਵਾਲਾ, ਜਿਹਨੂੰ ਲੋਕ ਬਹੁਤ ਰਿਪਲਾਈ ਦਿੱਤਾ, ਉਹਦੇ ਵਿੱਚੋਂ ਹੀ ਉਹ ਰਿਪਲਾਈ ਆਇਆ ਸੀ, ਮੈਂ ਦਿੱਤਾ ਹੋਇਆ ਵੀ ਉਹਨੇ ਮਾਈ ਭਾਗੋ ਨੂੰ ਇੱਕ ਗਲਤ ਤੌਰ ਪ੍ਰਸੰਗ ਵਿੱਚ ਪੇਸ਼ ਕੀਤਾ। ਇਹਦੇ ਵਿੱਚ ਉਹਨੇ ਗਾਲਾਂ ਕੱਢ ਰਹੇ ਸੀ, ਉਹਨੂੰ ਇਹਦਾ ਹੀਰੋ ਮੰਨ ਰਹੇ ਨੇ ਅੱਜ। ਉਸੇ ਗਾਣੇ ਉੱਤੇ ਗਾਲਾਂ ਕੱਢ ਰਹੇ ਸੀ ਗੰਦੀਆਂ ਗੰਦੀਆਂ। ਉਹਦੀ ਮਾਂ ਤੋਂ ਮਾਫੀ ਤੱਕ ਮੰਗਾਈ ਗਈ, ਉਹ ਕਹਿੰਦਾ ਰਿਹਾ ਕਿ ਮੇਰੀ ਮਾਂ ਤੋਂ ਮਾਫੀ ਨਾ ਮੰਗਾਈ ਜਾਵੇ। ਸੋ ਮਸਲਾ ਕੀ ਹੈਗਾ, ਜਿਹੜੀ ਨਾ ਜੇ ਆਪਾਂ ਸਿੱਖੀ ਦੀਆਂ ਵੈਲਿਊਜ਼ ਦੇਖਣੀਆਂ ਹੈਗੀਆਂ, ਇਹ ਕੱਲੇ ਜੋੜਾ ਰੱਖ ਕੇ ਨਹੀਂ ਆਉਂਦੀਆਂ ਹੈਗੀਆਂ। ਸਿੱਖੀ ਦੇ ਵੇਲੇ ਵਿੱਚ ਤੁਹਾਨੂੰ ਨਿਮਰ ਹੋਣਾ ਪੈਂਦਾ, ਤੁਹਾਨੂੰ ਜਿਹੜਾ ਆਪਣੀ ਜਾਤ ਪਾਤ ਸਭ ਛੱਡਣਾ ਪੈਂਦਾ, ਜੋ ਕਦੇ ਗਾਣਿਆਂ 'ਚੋਂ ਦਿਖਦਾ। ਸਿੱਖੀ ਤਾਂ ਜਿਹੜੀ ਹੈਗੀ ਆ, ਇਹ ਵੀ ਕਹਿੰਦੀ ਆ ਕਿ ਇਸ ਜੱਗ ਮੇਂ ਇੱਕ ਪੁਰਖ ਹੈ, ਬਾਕੀ ਸਭੇ ਨਾਰ ਸੰਵਾਏ, ਤੇ ਉਹ ਵੀ ਦੇਖਣਾ ਪੈਂਦਾ। ਜਿੱਥੇ ਆਪਣੀ ਮਰਦਾਨਵੀ ਹੈਂਕੜ ਆ, ਉਹਦੇ ਸਭ ਤੋਂ ਵੱਡੀ ਜਿਹੜੀ ਥੱਪੜ ਇਹੀ ਸਿੱਖੀ ਸਿਧਾਂਤ ਮਾਰਦਾ ਹੈਗਾ। ਅੱਛਾ, ਸਿੱਖੀ ਸਿਧਾਂਤ ਤਾਂ ਗੁਰੂ ਨਾਨਕ ਸਾਹਿਬ ਇਹ ਵੀ ਕਹਿੰਦੇ ਕਿ ਕਿਵੇਂ ਨਿਮਰਤਾ ਰੱਖਣੀ ਹੈ, ਦੂਜੇ ਨਾਲ ਕਿਵੇਂ ਪੇਸ਼ ਹੋਣਾ। ਤੇ ਤੁਸੀਂ ਜੇਕਰ ਕਿਸੇ ਦਾ ਚੰਗਾ ਕਰਨਾ ਚਾਹੁੰਦੇ ਹੋ, ਭਲਾ ਕਰਨਾ ਚਾਹੁੰਦੇ ਹੋ, ਤਾਂ ਉਹਨੂੰ ਅਕਲ ਦੇ ਰਾਹ ਪਾ ਦਿਓ। ਮੈਨੂੰ ਇੱਕ ਗੱਲ ਦੱਸ ਦੇਣ, ਜਿਹੜੇ ਕਹਿੰਦੇ ਨੇ ਵੀ ਬੜੇ ਵਧੀਆ ਇਹਦੇ ਗਾਣਿਆਂ ਚੋਂ ਸਾਰੇ ਜੋ ਅਕਲ ਦੀ ਗੱਲ ਕਿਹੜੀ ਹੈ, ਦੱਸ ਦਿਓ ਯਾਰ। ਤੇ ਅੱਛਾ, ਇਤਿਹਾਸਕ ਪ੍ਰਸੰਗ ਨੇ ਜਿਹੜੇ, ਉਹਨਾਂ ਦਾ ਬੁਰੀ ਤਰ੍ਹਾਂ ਛੇੜਖਾਨੀ ਕੀਤੀ ਹੋਈ ਆ। SYL ਦੇ ਵਿੱਚ ਵੀ ਇਤਿਹਾਸਕ ਪ੍ਰਸੰਗਾਂ ਦੇ ਵਿੱਚ ਛੇੜਖਾਨੀ ਆ, ਆਪਾ ਵਿਰੋਧੀ ਵੀ ਹੋ ਜਾਂਦੇ ਨੇ। ਫਿਰ ਇੱਕ ਜਗ੍ਹਾ ਉਹ ਕਹਿੰਦਾ ਕਿ ਦੱਸ ਨਹੀਂ ਅਸੀਂ ਜਿਹੜੇ ਕੌਣ ਹੁੰਦੇ ਆ, ਪੋਰਸ, ਉਹਦੇ ਵਿੱਚ ਪੋਰਸ ਦਾ ਜ਼ਿਕਰ ਕਰਦਾ, ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜਾ ਪੋਰਸ ਹੈ ਉਹ ਪੰਜਾਬ ਦਾ ਰਾਜਾ ਸੀ ਕਿ ਬਾਹਰਲਾ ਰਾਜਾ ਸੀਗਾ। ਇਨਕਲਾਬੀ ਕਵੀ ਪਾਸ਼ ਦਾ ਜ਼ਿਕਰ ਕਰਦਾ ਹੋਇਆ ਉਹ ਬਹੁਤ ਹੀ ਭੱਦੇ ਰੂਪ ਚ ਕਰਦਾ, ਮਤਲਬ ਵੀ ਮੁੰਡਾ ਅੱਜ ਦਾ ਪਾਸ਼ ਨਹੀਂ, ਉਹਨੂੰ ਮਤਲਬ ਪਾਸ਼ ਬਾਰੇ ਵੀ ਨਹੀਂ ਕੁਝ ਪਤਾ। ਤੁਹਾਡੇ ਕੀ ਇਹੋ ਜਿਹੇ ਹੀਰੋ ਆ ਜਿਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ, ਸਿੱਖੀ ਇਤਿਹਾਸ ਬਾਰੇ ਨਹੀਂ ਪਤਾ, ਜਿਨ੍ਹਾਂ ਨੂੰ ਪੰਜਾਬ ਦਾ ਨਹੀਂ ਪਤਾ ਹੈਗਾ, ਜਿਨ੍ਹਾਂ ਨੂੰ ਇਤਿਹਾਸਕ ਪ੍ਰਸੰਗਾਂ ਦਾ ਨਹੀਂ ਪਤਾ,
ਤੁਸੀਂ ਜਿਹੜੇ ਇਸ ਤਰ੍ਹਾਂ ਦੇ ਇਸ ਕਿਸਮ ਦੇ ਜਿਹੜੇ ਖੋਖਲੇ ਜੇਕਰ ਤੁਸੀਂ ਹੀਰੋਆਂ ਨੂੰ ਹੀਰੋ ਮੰਨੋਗੇ, ਜਾਂ ਫਿਰ ਸਿਮਰਨਜੀਤ ਸਿੰਘ ਮਾਨ ਜਦੋਂ ਕਹਿੰਦਾ ਕਿ ਵੀ ਮੈਂ ਤਾਂ ਭਾਈ ਮੂਸੇ ਵਾਲੇ ਦੇ ਕਰਕੇ ਜਿੱਤ ਗਿਆ, ਤੇ ਫਿਰ ਸਵਾਲ ਹੈ ਵੀ ਤੂੰ ਇੰਨੇ ਸਾਲਾਂ 'ਚ ਕੀ ਕੀਤਾ? ਜਾਂ ਫਿਰ ਉਹ ਦੀਪ ਸਿੱਧੂ ਨੂੰ ਕਹਿੰਦਾ ਕਿ ਭਿੰਡਰਾਂਵਾਲੇ ਤੋਂ ਬਾਅਦ ਦੀਪ ਸਿੱਧੂ ਇੱਕ ਇਹੋ ਜਿਹਾ ਸ਼ਖਸੀਅਤ ਪੈਦਾ ਹੋਈ ਆ ਕਿ ਭਿੰਡਰਾਂਵਾਲੇ ਨੂੰ ਤਾਂ ਸਮਝ ਆਉਂਦਾ, ਕਿਉਂਕਿ ਭਿੰਡਰਾਂਵਾਲਾ ਆਪਣਾ ਆਖਰੀ ਸਮਾਂ ਸਟੇਟ ਨਾਲ ਲੜਦਾ ਹੋਇਆ ਮਰਿਆ ਹੈਗਾ, ਉਹਦਾ ਸਹੀ ਗੱਲ ਤੋਂ ਬਾਅਦ ਦੀ ਗੱਲ ਆ, ਪਰ ਇਹ ਬੰਦੇ ਕਿਹੜੀ ਸਟੇਟ ਨਾਲ ਲੜਦੇ ਸੀ ਬਈ? ਇਹ ਹੁਣ ਕੀ ਤੁਸੀਂ ਇੱਥੇ ਤੱਕ ਪਹੁੰਚ ਚੁੱਕੇ ਹੋ ਜਿਹੜੇ ਕਿ ਸਨੀ ਦਿਓਲ ਲਈ ਪ੍ਰਚਾਰ ਕਰਨ ਵਾਲੇ ਬੰਦੇ ਐਂਡ ਤੱਕ ਜਿਹੜਾ ਹੈਗਾ ਲੋਕ ਮੂਵਮੈਂਟਾਂ ਦੇ ਵਿਰੁੱਧ ਸਿੱਧੇ ਰੂਪ ਚ ਭੁਗਤਣ ਵਾਲੇ ਬੰਦੇ, ਫੁਕਰਾ ਕਲਚਰ ਵਾਲੇ ਬੰਦੇ, ਗਨ ਕਲਚਰ ਵਾਲੇ ਬੰਦੇ, ਕੀ ਹੁਣ ਤੁਹਾਡੇ ਆ ਹੀ ਰਹੋਗੇ? ਭਿੰਡਰਾਂਵਾਲੇ ਤੋਂ ਬਾਅਦ ਤੁਸੀਂ ਇੱਥੇ ਤੱਕ ਸਫ਼ਰ ਤੈਅ ਕਰਨਾ ਹੈਗਾ, ਇਹ ਤੁਹਾਨੂੰ ਸੋਚਣਾ ਪਏਗਾ। ਇਹਦੇ 'ਚ ਮੈਂ ਇੱਕ ਗੱਲ ਕਹਿਣਾ ਚਾਹ ਰਹੀ ਹਾਂ, ਉਹਦੇ ਤੇ ਵੀ ਜੇ ਤੁਹਾਨੂੰ ਸਹੀ ਲੱਗਿਆ ਤਾਂ ਆਪਣਾ ਵਿਚਾਰ ਜ਼ਰੂਰ ਦੇਣਾ, ਵੈਸੇ ਆਊਟ ਆਫ ਕੰਟੈਕਸਟ ਹੀ ਹੋਗੀ। ਦੀਪ ਸਿੱਧੂ ਜਦੋਂ ਉਹਦੀ ਡੈਥ ਹੁੰਦੀ ਆ ਤਾਂ ਇੱਕ ਕੁੜੀ ਦੇ ਨਾਲ ਹੁੰਦਾ, ਮੈਂ ਕੁੜੀ ਦਾ ਨਾਮ ਨਹੀਂ ਲਵਾਂਗੀ, ਕਿਹਾ ਗਿਆ ਉਹਦੀ ਫਰੈਂਡ ਹੈ, ਔਰ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਜਦੋਂ ਉਹਦਾ ਸੰਸਕਾਰ ਹੁੰਦਾ ਉਹਦੀ ਵਾਈਫ ਆਉਂਦੀ ਹੈ, ਉਹਦੀ ਬੇਟੀ ਆਉਂਦੀ ਹੈ, ਕੋਈ ਇਸ਼ੂ ਨਹੀਂ ਬਣਦਾ। ਆਪਣਾ ਇੱਥੇ ਕੋਈ ਐਮਐਲਏ ਆ, ਉਹਦਾ ਇੱਕ ਵਿਆਹ ਹੋਇਆ, ਉਹ ਕਿਸੇ ਹੋਰ ਆਪਣੇ ਐਕਸਟਰਾ ਮੈਰਿਟਲ ਅਫੇਅਰ ਹੋਵੇ ਤਾਂ ਇੱਕ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ, ਪਰ ਇੱਥੇ ਦੀਪ ਸਿੱਧੂ ਜਿਹਨੂੰ ਸ਼ਹੀਦ ਕਿਹਾ ਜਾ ਰਿਹਾ, ਉਹਦੇ ਤੇ ਇੱਕ ਵਾਈਫ, ਬੇਟੀ, ਔਰ ਉਸ ਤੋਂ ਬਾਅਦ ਇੱਕ ਬਾਰ ਅਫੇਅਰ, ਇੱਕ ਮੈਂ ਹੋਰ ਸ਼ਬਦ ਇਹਦੇ ਲਈ ਵਰਤਣਾ ਨਹੀਂ ਚਾਹੁੰਦੀ, ਉਹਨੂੰ ਕਿਸੇ ਵੀ ਢੰਗ ਦੇ ਨਾਲ ਉਸ ਗੱਲ ਨੂੰ ਹਾਈਲਾਈਟ ਹੋਣ ਹੀ ਨਹੀਂ ਦਿੱਤਾ ਗਿਆ, ਔਰ ਨਾ ਹੀ ਕਿਸੇ ਨੇ ਕੁਐਸਚਨ ਕੀਤਾ। ਔਰ ਸਿਰਫ ਇੱਕ ਤੁਸੀਂ ਕਿਹਾ ਨਾ ਇਹਦੇ ਵਿੱਚ ਪੰਜਾਬੀ ਕੌਨਸ਼ੀਅਸਨੈਸ ਦੀ ਗੱਲ ਕੀਤੀ ਹੈ ਕਿ ਪੰਜਾਬੀ ਕੌਨਸ਼ੀਅਸਨੈਸ ਦੇ ਵਿੱਚ ਇਹ ਹੀਰੋ ਇੱਕ ਏਦਾਂ ਦੀ ਜਗ੍ਹਾ ਆਪਣੀ ਬਣਾਈ ਜਾ ਰਹੇ ਆ ਕਿ ਉਹਨਾਂ ਨੂੰ ਤਰਕਾਂ ਦੇ ਨਾਲੇ ਮੈਂ ਫੀਲ ਕਰਦੀ ਹਾਂ ਕਿ ਸਾਡੀ ਨੌਜਵਾਨੀ ਤਰਕਹੀਣ ਹੋ ਜਾਂਦੀ ਉਹਨਾਂ ਦੇ ਸਾਹਮਣੇ, ਉਹਨਾਂ ਦੀ ਛਵੀ ਦੇ ਸਾਹਮਣੇ। ਸੋ ਇਸੇ ਤਰ੍ਹਾਂ ਦੀਪ ਸਿੱਧੂ ਤੇ ਸਾਡੀ ਨੌਜਵਾਨੀ ਨੇ ਸਵਾਲ ਹੀ ਨਹੀਂ ਉਠਾਏ। ਦੀਪ ਸਿੱਧੂ ਕੀ ਜਿਹੜੇ ਬੰਦੇ ਨੂੰ ਨੌਜਵਾਨੀ ਮੂਹਰੇ ਪਰੋਸ ਰਹੇ ਸੀ ਉਹਨਾਂ ਨੇ ਸਵਾਲ ਨਹੀਂ ਉਠਾਏ ਹੈਗੇ। ਮਸਲਾ ਹੈਗਾ ਕਿ ਦੇਖੋ ਕਿਸੇ ਦਾ ਰਿਲੇਸ਼ਨ ਹੈ, ਬਹੁਤ ਰਿਲੇਸ਼ਨ ਆ, ਮੇਰੇ ਲਈ ਕੋਈ ਵੱਡਾ ਮੁੱਦਾ ਨਹੀਂ, ਤੁਹਾਨੂੰ ਸਿੱਧਾ ਮੈਂ ਫ੍ਰੈਂਕਲੀ ਦੱਸਾਂ ਹੈਗਾ। ਮੈਂ ਇਹਨੂੰ ਆਪਾਂ ਸਮਾਜ ਦੇ ਲੈਵਲ ਤੇ ਗੱਲ ਕਰੀਏ, ਪਰ ਜਦੋਂ ਤੁਸੀਂ ਵੱਡੀ ਸਿੱਖੀ ਸਿਧਾਂਤ ਦੀ ਗੱਲ ਕਰਦੇ ਹੋ, ਸਿੱਖੀ ਫਲਸਫੇ ਦੀ ਗੱਲ ਕਰਦੇ ਹੋ, ਵੀ ਫਿਰ ਸਿੱਖੀ ਫਲਸਫੇ ਦੀ ਗੱਲ ਕਰਨਾ ਫਿਰ ਇਹ ਮੁੱਦਾ ਤਾਂ ਹੋਏਗਾ, ਕਿਉਂਕਿ ਸਿੱਖੀ ਫਲਸਫਾ ਤਾਂ ਇਹ ਵੀ ਕਹਿੰਦਾ ਵੀ ਪਾਰੇ ਇਸਤਰੀ ਨਾਲ ਸੰਗ ਨਹੀਂ ਕਰਨਾ ਹੈਗਾ। ਸਿੱਖੀ ਫਲਸਫਾ ਦਾ ਤੁਹਾਨੂੰ ਆਪਣੀ ਫਿਰ ਵਾਈਫ ਪ੍ਰਤੀ ਇਮਾਨਦਾਰ ਹੋਣ ਦੀ ਵੀ ਗੱਲ ਕਰਦਾ ਹੈਗਾ। ਹੋਰ ਛੱਡੋ, ਜਿਹੜੀ ਕੁੜੀ ਨਾਲ ਉਹਦਾ ਰਿਲੇਸ਼ਨਸ਼ਿਪ ਸੀਗਾ ਉਹ ਕੁੜੀ ਨੂੰ ਬਾਅਦ ਜਿਹੜੇ ਗਾਲੀ ਗਲੋਚ ਕੀਤਾ, ਕਿਉਂਕਿ ਉਹਨੇ ਕੁਝ ਦੋਸ਼ ਲਾਏ ਸੀ ਉਹਦੇ ਭਰਾ ਦੇ ਉੱਤੇ ਲਾਏ ਸੀਗੇ, ਉਹੀ ਕੁੜੀ ਨਾਲ ਬੁਰੇ ਜਿੰਨਾ ਗੰਦ ਬਕਿਆ ਗਿਆ ਇਹਨਾਂ ਲੋਕਾਂ ਨੇ ਬਕਿਆ, ਜੋ ਉਹਨੇ ਬਾਅਦ ਵਿੱਚ ਇੱਕ ਦੋ ਇੰਟਰਵਿਊ ਵੀ ਦਿੱਤੀਆਂ ਹੈਗੀਆਂ ਨੇ। ਇਹ ਮਤਲਬ ਹੁਣ ਸਵਾਲ ਹੈ ਕਿ ਕੀ ਤੁਹਾਡੀ ਸਿੱਖੀ ਗੰਦ ਬਕਣਾ, ਮਾਂ ਭੈਣ ਦੀਆਂ ਗਾਲਾਂ ਕੱਢਣਾ ਸਿੱਖੀ ਆ? ਇਹ ਸਿੱਖੀ ਕਿੱਥੇ ਦੀ ਸਿੱਖੀ ਹੈਗੀ ਆ? ਇਹ ਸਾਡੇ ਕਿਹੜੇ ਗ੍ਰੰਥ 'ਚ ਲਿਖੀ ਆ? ਕਿਹੜੇ ਗੁਰੂ ਸਾਹਿਬਾਨ ਨੇ ਕੀ ਆ? ਗੁਰੂ ਸਾਹਿਬ ਨੇ ਤਾਂ ਇਨਸਾਨ ਨੂੰ ਕਿੱਦਾਂ ਬੋਲਣਾ ਚਾਹੀਦਾ, ਜੀਵਨ ਜਾਂਚ ਜਿਹੜੀ ਟੋਟਲ ਹੈ, ਇਨਸਾਨ ਦੀ ਸ਼ਖਸੀਅਤ ਹੈ। ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਨਸਾਨ ਨੂੰ ਖੂਬਸੂਰਤ ਬਣਾਉਣ ਦੀ ਇੱਕ ਬਹੁਤ ਅੱਛੀ ਜਿਹੜੀ ਹੈਗੀ ਆ, ਜਿਹਨੂੰ ਦੇਖਿਆ ਜਾਵੇ ਇਨਸਾਨ ਖੂਬਸੂਰਤ ਬਣ ਸਕਦਾ, ਉਹਨੂੰ ਆਪਣੇ ਅਮਲੀ ਜੀਵਨ ਢਾਲਿਆ ਜਾਵੇ। ਪਰ ਇਹ ਲੋਕ, ਦੀਪ ਸਿੱਧੂ ਖੁਦ ਗਾਲਾਂ ਕੱਢਦਾ ਰਿਹਾ, ਉਹਦੀਆਂ ਵੀਡੀਓ ਆਈਆਂ ਨੇ ਬਹੁਤ ਗਾਲਾਂ ਕੱਢਦੇ ਦੀਆਂ। ਸਿੱਧੂ ਮੂਸੇਵਾਲੇ ਦੇ ਗਾਣਿਆਂ 'ਚ ਜਿਹੜੇ ਹੈਗੇ ਨੇ ਗਾਲਾਂ ਮਿਲ ਜਾਂਦੀਆਂ ਹੈਗੀਆਂ ਨੇ। ਹੁਣ ਮਸਲਾ ਕੀ ਆਹੀ ਤੁਸੀਂ ਸਿੱਖੀ ਵਿਰਸਾ ਦੇਣਾ ਚਾਹੁੰਦੇ ਹੋ? ਤੁਸੀਂ ਅਸਲ ਵਿੱਚ ਸਿੱਖੀ ਵਿਰਸੇ ਨਾਲ ਵੀ ਧਰੋ ਕਰ ਰਹੇ ਹੋ ਇਹ ਜਿਹਨੂੰ ਆਪਣੇ ਹੀਰੋ ਮੰਨ ਕੇ। ਆਈ ਅਪੋਲੋਜਾਈਜ਼, ਮੈਂ ਆਖਰੀ ਸਵਾਲ ਕਹੀ ਨੇ, ਬਟ ਨਾਓ ਦਿਸ ਟਾਈਮ ਇਹ ਆਖਰੀ ਸਵਾਲ ਹੈ। ਮੈਂ ਇਸ ਵਿਚਾਰ ਨੂੰ ਵੀ ਰੱਖਦੀ ਹਾਂ ਕਿ ਜਿਹੜੀ ਆਰਟ ਹੈ, ਜਿਹੜੀ ਕਲਾ ਆ, ਸਾਡੇ ਕਲਾਕਾਰ ਨੇ, ਸਿਨੇਮਾ ਆ, ਸਾਹਿਤਕਾਰ ਨੇ, ਇਹਨਾਂ ਤੇ ਕਿਸੇ ਤਰ੍ਹਾਂ ਦੀਆਂ ਬੰਦਿਸ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਹੀ ਨਹੀਂ ਆਪਾਂ ਕਹੀਏ ਕਿ ਤੁਸੀਂ ਆਹ ਨਾ ਲਿਖੋ, ਉਹ ਨਾ ਲਿਖੋ, ਐਵੇਂ ਕਰੋ। ਉਹਨਾਂ ਦੀ ਕਲਾ ਨੂੰ ਖੁੱਲ੍ਹ ਕੇ ਬਾਹਰ ਆਉਣ ਦਈਏ। ਪਰ ਨਾਲ ਹੀ ਜਿਹੜੇ ਤੁਹਾਡੇ ਸਵਾਲ ਨੇ ਇਹ ਵੀ ਬਿਲਕੁਲ ਸੀਰੀਅਸ ਸਵਾਲ ਨੇ, ਇਹਨਾਂ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਔਰ ਇਹਦਾ ਫਰਕ ਸਮਾਜ ਤੇ ਪੈਂਦਾ ਆ। ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਇਸ ਦੁਬਿਧਾ ਦੇ ਵਿੱਚ ਕਰੀਏ ਕੀ? ਜਿਹੜੇ ਗਾਇਕ ਆ ਉਹ ਕਿਵੇਂ ਕੰਟਰੋਲ ਕਰਨ? ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਮਨਵੀਰ, ਸੌਰੀ ਤੁਹਾਨੂੰ ਵਿੱਚ ਟੋਕ ਰਿਹਾ, ਤੁਸੀਂ ਕਹਿੰਦੇ ਕਲਾਕਾਰ ਹੋ ਤਾਂ ਠੀਕ ਹੈ, ਕਲਾਕਾਰ ਹੈਗੇ ਹੋ ਭਾਈ, ਸਾਰਾ ਕੁਝ ਕਬੂਲ ਹੈ, ਪਰ ਤੁਸੀਂ ਜਦੋਂ ਪੰਥ ਕੌਮ ਦੇ ਹੀਰੋ ਬਣ ਜਾਂਦੇ ਹੋ, ਪੰਥ ਰਤਨ ਬਣ ਜਾਂਦੇ ਹੋ, ਪਤਾ ਨਹੀਂ ਕੀ ਬਣ ਜਾਂਦੇ ਹੋ ਭਾਈ, ਫਿਰ ਤੁਹਾਨੂੰ ਦੇਖਣਾ ਪਏਗਾ। ਜਿਹੜੀ ਆਪਣੀ ਭਾਵਨਾ ਨੂੰ ਤੁਸੀਂ ਪੋਇਟਰੀ ਵਿੱਚ ਪਰੋਣਾ ਹੈਗਾ, ਕਵਿਤਾ ਦੇ ਵਿੱਚ ਪਰੋਣਾ ਹੈਗਾ, ਉਹਦਾ ਮਤਲਬ ਕੀ ਆ ਵੀ ਉਹਦੇ ਵਿੱਚ ਇੱਕ ਸੋਹਜਤਾ ਹੁੰਦੀ ਹੈ। ਉਹਦੇ ਵਿੱਚ ਫਿਰ ਤੁਸੀਂ ਚਾਹੇ ਸਰੀਰਕ ਸੰਬੰਧਾਂ ਦੀ ਗੱਲ ਕਰ ਲਓ, ਚਾਹੇ ਕਿਸੇ ਹੋਰ ਤੇ ਕਰ ਲਓ, ਪਰ ਇੱਕ ਸਹਿਜਤਾ ਹੁੰਦੀ ਹੈ ਨਾ, ਉਹਦੇ ਵਿੱਚ ਪੋਇਟਿਕ ਸੈਂਸ ਤਾਂ ਹੁੰਦੀ ਹੈ ਨਾ। ਹੁਣ ਜਿਹੜੀ ਪੋਇਟਿਕ ਸੈਂਸ ਹੀ ਨਹੀਂ, ਇਹਦਾ ਮਤਲਬ ਸਾਡੇ ਮੁਆਸ਼ਰੇ ਦਾ ਵੀ ਟੇਸਟ ਖਰਾਬ ਹੋ ਚੁੱਕਾ ਹੈਗਾ, ਤੇ ਉਹ ਤਾਂ ਕਰ ਹੀ ਰਹੇ ਨੇ ਕਿਉਂਕਿ ਉਹਨਾਂ ਨੂੰ ਮਿਹਨਤ ਦੀ ਲੋੜ ਨਹੀਂ ਹੈਗੀ। ਹੁਣ ਸੌਖਾ ਕੰਮ ਆ ਗਿਆ, ਜਿਵੇਂ ਤਕਨੀਕ ਨੇ ਵੀ ਸੌਖਾ ਕਰ ਦਿੱਤਾ। ਅੱਗੇ ਤਾਂ ਤੁਹਾਨੂੰ ਮਿਊਜ਼ਿਕ ਡਾਇਰੈਕਟਰ ਕੋਲ ਜਾਣਾ ਪੈਂਦਾ ਸੀਗਾ,
ਉਹ ਦੇਖਦਾ ਸੀ ਵੀ ਇਹਨੂੰ ਮੈਂ ਪਾਸ ਕਰਾਂ ਕਿ ਨਾ। ਮੈਨੂੰ ਲੱਗਦਾ ਵੀ ਪੰਜਾਬ ਦੇ ਜਿਹੜੇ ਕਹਿੰਦੇ ਕਹਾਉਂਦੇ ਵੱਡੇ ਮਿਊਜ਼ਿਕ ਡਾਇਰੈਕਟਰ ਉਹ ਕਦੇ ਵੀ ਇਦਾਂ ਦੀ ਰਚਨਾ ਨੂੰ ਪਾਸ ਨਾ ਕਰਦੇ। ਅੱਜ ਕੱਲ ਉਹ ਖੁੱਲਾ ਮਿਲ ਗਈਆਂ, ਤੇ ਜੇ ਖੁੱਲਾ ਮਿਲ ਗਈਆਂ ਇਹਨੂੰ ਚੰਗੇ ਲਈ ਯੂਜ਼ ਕੀਤਾ ਜਾਣਾ ਚਾਹੀਦਾ ਨਾ, ਵੀ ਤੁਸੀਂ ਆਪਣੇ ਜਿਹੜੇ ਵਿਚਾਰਾਂ ਨੂੰ ਖੁੱਲ ਕੇ ਪ੍ਰਗਟ ਕਰੋ, ਨਾ ਕਿ ਗਾਲੀ ਗਲੋਚ ਨੂੰ, ਗੰਦ ਨੂੰ। ਗਾਲੀ ਗਲੋਚ ਤਾਂ ਕੋਈ ਵੀ ਕਰ ਸਕਦਾ, ਪਰ ਤੁਸੀਂ ਕਲਾਕਾਰ ਹੋ, ਤੁਸੀਂ ਆਪਣੇ ਉਹੀ ਗਾਲੀ ਗਲੋਚ ਵਾਲੇ ਗੁੱਸੇ ਨੂੰ ਕਲਾ ਦੇ ਰੂਪ ਚ ਕਿਵੇਂ ਪੇਸ਼ ਕਰ ਸਕਦੇ ਹੋ? ਮੈਂ ਕਹਿਣ ਦਾ ਮਤਲਬ ਤੁਸੀਂ ਕਲਾਕਾਰ ਤਾਂ ਵਾ ਜੇ ਤੁਸੀਂ ਉਸੇ ਚੀਜ਼ ਨੂੰ ਆਪਣੀ ਕਲਾ ਰਾਹੀਂ ਪੇਸ਼ ਕਰੋ। ਸ਼ਿਵਿੰਦਰ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ। ਇਹ ਗੱਲਾਂ ਤੁਹਾਡਾ ਕਾਰਵਾ ਮੈਗਜ਼ੀਨ ਜਿਹੜਾ ਹੈਗਾ ਆ, ਇੱਕ ਬਹੁਤ ਘੱਟ ਸਬਸਕ੍ਰਿਪਸ਼ਨ ਮੈਂ ਉਮੀਦ ਕਰਦੀ ਹਾਂ ਕਿ ਪੰਜਾਬ 'ਚ ਹੋਏਗੀ। ਇਸ ਕਰਕੇ ਮੇਰੀ ਕੋਸ਼ਿਸ਼ ਸੀ ਕਿ ਤੁਹਾਡਾ ਪੜ੍ਹਦੇ ਨੇ ਲੋਕ, ਪੜ੍ਹਦੇ ਨੇ, ਲੇਕਿਨ ਮੈਨੂੰ ਸੀ ਕਿ ਤੁਹਾਡਾ ਇਹ ਲਿਖਿਆ ਹੋਇਆ ਪੂਰਾ ਕਵਰ ਸਟੋਰੀ ਤੁਹਾਡੀ ਨੌਜਵਾਨੀ ਦੇ ਸਾਹਮਣੇ ਜਾਵੇ, ਇਹ ਸਵਾਲ ਜਿਹੜੇ ਨੇ ਉਹਨਾਂ ਦੇ ਸਾਹਮਣੇ ਜਾਵੇ। ਔਰ ਆਪਾਂ ਕਿਸੇ ਵੀ ਇਹ ਵਾਲਾ ਅੱਜ ਦਾ ਪ੍ਰੋਗਰਾਮ ਕਰਕੇ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਵੀ ਕੌਣ ਗਲਤ ਸੀ ਕੌਣ ਸਹੀ ਸੀ। ਅਸੀਂ ਸਿਰਫ ਵਿਚਾਰ ਰੱਖ ਰਹੇ ਜਨਤਾ ਅੱਗੇ, ਅਸੀਂ ਇਹ ਥੋਪ ਨਹੀਂ ਰਹੇ ਵਿਚਾਰ ਕਿਸੇ ਤੇ। ਅਸੀਂ ਚਾਹੁੰਦੇ ਹਾਂ ਇਹਨਾਂ ਵਿਚਾਰਾਂ ਤੇ ਅੱਗੇ ਰੈਸ਼ਨਲੀ ਤਰਕ ਕੀਤਾ ਜਾਵੇ, ਔਰ ਜੋ ਵੀ ਸਾਡੀ ਜਨਤਾ ਦੇ ਵਿਚਾਰ ਨੇ, ਸਾਡੀ ਆਡੀਅנס ਦੇ ਵਿਚਾਰ ਨੇ, ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ, ਤਾਂ ਕਿ ਇਸ ਵਿਚਾਰ ਨੂੰ ਅੱਗੇ ਚਲਾਈ ਰੱਖੀਏ ਔਰ ਨੌਜਵਾਨੀ ਤੇ ਔਰ ਪੰਜਾਬੀ ਕੌਨਸ਼ੀਅਸ ਤੇ ਕੋਈ ਵੀ ਪ੍ਰਭਾਵ ਪੈਣ ਤੋਂ ਚੰਗਾ ਮਾੜਾ ਆਪਾਂ ਗੈਸ ਕਰ ਸਕੀਏ, ਆਪਾਂ ਕੰਟਰੋਲ ਕਰ ਸਕੀਏ। ਥੈਂਕ ਯੂ ਸੋ ਮਚ ਫॉर ਵਾਚਿੰਗ। ਥੈਂਕ ਯੂ ਸ਼ਿਵਿੰਦਰ ਜੀ ਫॉर ਬੀਇੰਗ ਵਿਦ ਅਸ। ਧੰਨਵਾਦ।